और नवल कुंवर ਦੇ ਨਾਲ ਉਹਦਾ ਵਿਆਹ ਹੋ ਗਿਆ ਰੰਭਾ ਦਾ। ਰਾਵਣ ਦਾ ਰੰਭਾ ਨੂੰ ਦੇਖ ਕੇ ਮਨ ਜਿਹੜਾ ਹੈ ਉਹ ਬੜਾ ਜ਼ਿਆਦਾ ਇੱਕ ਗਲਤ ਸੋਚ ਵੱਲ ਚਲਾ ਗਿਆ। ਰਾਵਣ ਨੇ ਉਹਦੇ ਨਾਲ ਦੁਸ਼ਕਰਮ ਕੀਤਾ ਤੇ ਫਿਰ ਨਵਲ ਕੁੰਵਰ ਨੂੰ ਗੁੱਸਾ ਆਇਆ ਤੇ ਨਵਲ ਕੁੰਵਰ ਨੇ ਉਹ ਰੰਭਾ ਨੇ ਰਾਵਣ ਨੂੰ ਸ਼ਰਾਪ ਦਿੱਤਾ ਕਿ ਜੇ ਤੂੰ ਅੱਜ ਤੋਂ ਬਾਅਦ ਕਿਸੇ ਵੀ ਇਸਤਰੀ ਜਾਤੀ ਨਾਲ ਮਨਮਰਜ਼ੀ ਕਰੂਗਾ, ਜ਼ੋਰ ਜ਼ਬਰਦਸਤੀ ਕਰੂਗਾ ਤਾਂ ਤੇਰੇ ਸਿਰ ਦੇ ਫਟ ਕੇ 100 ਟੁਕੜੇ ਹੋ ਜਾਣੇ। ਤਾਂ ਉਹ ਰਾਵਣ ਨੇ ਮਾਤਾ ਸੀਤਾ ਨੂੰ ਲਿਆ ਕੇ ਅਸ਼ੋਕ ਵਾਟਿਕਾ ਦੇ ਵਿੱਚ ਰੱਖਿਆ। ਹਾਂਜੀ ਹਾਂਜੀ। ਉਹਨੇ ਆਪਣੀ ਭੈਣ ਸ਼ਰੂਪਨਖਾ ਦੇ ਪਤੀ ਵਿਦੁਤ ਜੀਵਾ ਜਿਹਨੂੰ ਉਹਨੇ ਆਪਣੀ ਪਰਸਨਲ ਦੁਸ਼ਮਣੀ ਕਾਰਨ ਮੌਤ ਦੇ ਘਾਟ ਉਤਾਰਤਾ। ਵਿਭੀਸ਼ਣ ਵਰਗਾ ਇੰਟੈਲੀਜੈਂਟ ਪਰਸਨ ਜਿਹੜਾ ਉਹਦੀ ਸਭਾ ਦੇ ਵਿੱਚ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਬੰਦਾ ਉਹਨੂੰ ਉਹਨੇ ਬਾਹਰ ਕੱਢਤਾ। ਆਪਣੇ ਮਾਮਾ ਮਾਰੀਚ ਨੂੰ ਇੱਕ ਸੋਨੇ ਦਾ ਅਮਰੀਕ ਬਣਾ ਕੇ ਮਾਤਾ ਸੀਤਾ ਦਾ ਹਰਨ ਕਰਨ ਵਾਸਤੇ ਉਹਨੂੰ ਉਹਦੇ ਵਿੱਚ ਯੂਜ਼ ਕੀਤਾ ਤੇ ਉਹ ਕਿੱਥੋਂ ਇੱਕ ਆਦਰਸ਼ ਬਣ ਸਕਦਾ। ਰਾਮ ਜੀ ਤੋਂ ਆਣੇ ਤੋਂ ਪਹਿਲਾਂ ਹੀ ਰਾਮਾਇਣ ਦੀ ਰਚਨਾ ਜਿਹੜੀ ਹੈ ਵਾਲਮੀਕੀ ਜੀ ਨੇ ਕਰ ਦਿੱਤੀ ਸੀ। ਐਸਾ ਉਹਦੇ ਵਿੱਚ ਜਿਹੜੀ ਰਾਮਾਇਣ ਦੀ ਪੂਰਵ ਪੀਠਿਕਾ ਹੈ ਉਹਦੇ ਵਿੱਚ ਨਾਰਦ ਔਰ ਵਾਲਮੀਕੀ ਜੀ ਦਾ ਜਿਹੜਾ ਸੰਵਾਦ ਹੈ ਉਹਦੇ ਵਿੱਚ ਇਹ ਗੱਲ ਦਾ ਪਤਾ ਮਿਲਦਾ ਹੈ। ਕਾਲੀ ਨੂੰ ਵੀ ਬ੍ਰਹਮਾ ਜੀ ਦਾ ਵਰਦਾਨ ਸੀ ਕਿ ਜਿਹਦੇ ਮੋਰੇ ਤੂੰ ਆਉਂਗਾ ਤੂੰ ਉਹਦਾ ਅੱਧਾ ਬਲ ਖਿੱਚ ਲੂੰਗਾ ਤੇ ਉਸੇ ਬ੍ਰਹਮਾ ਜੀ ਦੇ ਵਰਦਾਨ ਦੀ ਮਰਿਆਦਾ ਰੱਖਣੇ ਵਾਸਤੇ ਭਗਵਾਨ ਰਾਮ ਨੇ ਬਾਲੀ ਨੂੰ ਲੁੱਕ ਕੇ ਮਾਰਿਆ। ਇਹ ਤੋਂ ਸਾਹਮਣੇ ਆ ਕੇ ਵੀ ਮਾਰ ਸਕਦੇ, ਕੋਈ ਵੱਡੀ ਗੱਲ ਨਹੀਂ। ਹਨੂਮਾਨ ਜੀ ਅਮਰਤਾ ਨਹੀਂ ਕਹਿ ਸਕਦੇ, ਚਿਰੰਜੀਵੀਆਂ ਦੇ ਵਿੱਚ ਹਨੂਮਾਨ ਜੀ ਆਉਂਦੇ ਆ। ਚਿਰੰਜੀਵੀ ਜਿਹੜਾ ਵਿਅਕਤੀ ਹੁੰਦਾ ਉਹ ਜਨਮ ਮਰਨ ਤੇ ਪਰੇ ਹੈ। ਉਹ ਇਸ ਸ੍ਰਿਸ਼ਟੀ ਪਰ ਇੱਕ ਵਾਰ ਆ ਗਿਆ, ਉਹ ਚਿਰੰਜੀਵੀ ਹੈ। ਫਿਰ ਜਿੱਥੇ ਤੁਸੀਂ ਉਹਨੂੰ ਦੇਖੋਗੇ ਉਹ ਤੁਹਾਨੂੰ ਮਿਲ ਜਾਣਾ ਉਸੇ ਰੂਪ ਦੇ ਵਿੱਚ। ਤੁਸੀਂ ਜਿਸ ਸ਼ਕਤੀ ਨਾਲ ਉਹਨੂੰ ਧਿਆਓਗੇ, ਉਹਨੂੰ ਬੁਲਾਓਗੇ, ਉਹਨੇ ਉਸ ਸ਼ਕਤੀ ਨਾਲ ਤੁਹਾਨੂੰ ਸਾਹਮਣੇ। ਹਨੂਮਾਨ ਜੀ ਅੱਜ ਵੀ ਸਾਡੇ ਵਿੱਚ ਇਸ ਦੁਨੀਆ ਦੇ ਵਿੱਚ ਹੈਗੇ ਨੇ। ਹਾਂ, ਹਨੂਮਾਨ ਜੀ ਹੈਗੇ ਆ ਜੀ। ਮਤਲਬ ਜਿੱਦਾਂ ਦਾ ਹੁਣ ਫੇਸ ਲਾ ਕੇ ਦਿਖਾ ਦਿੱਤਾ ਜਾਂਦਾ ਇਹ ਉਹ ਇਦਾਂ ਦੀ ਚੀਜ਼ ਨਹੀਂ ਹੈ। ਹਨੂਮਾਨ ਜੀ ਦਾ ਬੜਾ ਹੀ ਸੁੰਦਰ ਸਰੂਪ ਦਾ ਵਰਣਨ ਸੁੰਦਰਕਾਂਡ ਦੇ ਵਿੱਚ ਵੀ ਮਿਲਦਾ ਹੈ। ਅੱਛਾ, ਸੁੰਦਰਕਾਂਡ ਦਾ ਅਰਥ ਹੀ ਐਸਾ ਹੀ ਜਿਸਕਾ ਸੁੰਦਰ ਮੁਖ ਹੋ। ਹਾਂ, ਸੱਚ ਵਿੱਚ ਉਹ ਬਹੁਤ ਵੱਡਾ ਬਲਸ਼ਾਲੀ ਸੀ, ਪਰ ਉਹ ਵੀ ਇਹੀ ਸੀ ਕਿ ਉਹ ਅਗਿਆਨੀ ਸੀ। ਉਹਨੂੰ ਪਤਾ ਸੀ ਕਿ ਰਾਮ ਭਗਵਾਨ ਹੈ, ਰਾਮ ਦੇ ਨਾਲ ਗਲਤ ਹੋ ਰਿਹਾ, ਆਪਣੇ ਪਿਤਾ ਨੂੰ ਰੋਕ ਸਕਦਾ ਸੀ। ਉਹਨੇ ਕਿਉਂ ਨਹੀਂ ਰੋਕਿਆ? ਕਿ ਰਾਵਣ ਸ਼ਰਾਬ ਪੀ ਰਿਹਾ, ਰਾਵਣ ਉਹ ਕਰ ਰਿਹਾ, ਰਾਵਣ ਬੜੇ ਵੱਡੇ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਕੇ ਨੱਚ ਰਿਹਾ। ਇਹ ਬਹੁਤ ਸਾਡੀ ਸੰਸਕ੍ਰਿਤੀ ਦਾ ਨਾਸ਼ ਕਰਨ ਵਾਲੀ ਗੱਲ ਹੈ। ਇੱਕ ਮਨੋਰੰਜਨ ਦਾ ਸਾਧਨ ਬਣਾ ਕੇ ਰਾਮਾਇਣ ਨੂੰ ਰੱਖਤਾ। ਰਾਮਾਇਣ ਸਾਨੂੰ ਕਿਆ ਦਿੰਦੀ ਇਹ ਨਹੀਂ ਕੋਈ ਦੇਖ ਰਿਹਾ ਅੱਜ। ਹਿਟਲਰ ਵੀ ਕਹਿ ਲਈਏ, ਹਿਟਲਰ ਵੀ ਵਿਦਵਾਨ ਸੀ। ਹੁਣ ਤਾਨਾਸ਼ਾਹ ਆਪਣਾ ਕਿੰਗ ਜੋਂਗ ਹੈ, ਉਹ ਵਿਦਵਾਨ ਹੈ। ਪਰ ਹੈ ਤਾਂ ਤਾਨਾਸ਼ਾਹੀ ਹੈ ਨਾ, ਰਾਵਣ ਵੀ ਉਹੀ ਤਾਨਾਸ਼ਾਹ ਸੀ। ਤਾਂ ਹਰ ਕਿਸੇ ਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਆਈ ਜਦੋਂ ਅਸੀਂ ਰਾਵਣ ਨੂੰ ਸੜਦਾ ਦੇਖਦੇ ਹਾਂ ਤਾਂ ਕਈ ਲੋਕ ਇਹ ਕਹਿਣ ਲੱਗ ਜਾਂਦੇ ਆ ਵੀ ਰਾਵਣ ਜਿਹੜੇ ਨੇ ਉਹ 4 ਵੇਦਾਂ ਦੇ ਗਿਆਤਾ ਸਨ, ਇੱਕ ਵੱਡੇ ਗਿਆਨੀ ਸਨ ਅਤੇ ਸ਼ਿਵ ਜੀ ਦੇ ਸਭ ਤੋਂ ਵੱਡੇ ਭਗਤ ਵੀ ਸਨ। ਪਰ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਨੂੰ ਜਿਸ ਹਿਸਾਬ ਨਾਲ ਪੋਜ਼ਿਟਿਵ ਦਿਖਾਇਆ ਜਾਂਦਾ ਕਿ ਰਾਵਣ ਉਸ ਤਰੀਕੇ ਨਾਲ ਪੋਜ਼ਿਟਿਵ ਵੀ ਸਨ। ਤਾਂ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਹੈਪੀ ਸ਼ਰਮਾ। ਤਾਂ ਹੈਪੀ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਪਹਿਲਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਕੁਬਰਜੋਤ ਜੀ। ਮਿੱਟੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਮੈਂ ਜਿਵੇਂ ਸ਼ੁਰੂਆਤ 'ਚ ਇੱਕ ਗੱਲ ਕਹੀ ਵੀ ਅਸੀਂ ਵਿਦਵਾਨ ਰਾਵਣ ਨੂੰ ਮੰਨਦੇ ਹਾਂ। ਅਸੀਂ ਕਹਿੰਦੇ ਹਾਂ ਵੀ ਰਾਵਣ ਵਰਗਾ ਗਿਆਤਾ ਹਜੇ ਤੱਕ ਕੋਈ ਨਹੀਂ ਹੋਇਆ ਕਿਉਂਕਿ 4 ਵੇਦਾਂ ਦੇ ਗਿਆਤੇ ਸਨ ਉਹ। ਅਤੇ ਦੂਜੇ ਪਾਸੇ ਇਹ ਵੀ ਗੱਲ ਕਰਦੇ ਹਾਂ ਵੀ ਸ਼ਿਵ ਜੀ ਦੇ ਸਭ ਤੋਂ ਵੱਡੇ ਭਗਤ ਵੀ ਸਨ। ਪਰ ਕੀ ਉਹਨਾਂ ਨੂੰ ਇਸ ਤਰੀਕੇ ਨਾਲ ਪੋਜ਼ਿਟਿਵ ਦਿਖਾਣਾ, ਕੀ ਉਹਨਾਂ ਨੂੰ ਹੀਰੋ ਦਿਖਾਣਾ ਠੀਕ ਹੈ? ਕੁਬਰਜੋਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਸ਼ਿਵ ਤਾਂਡਵ ਸਤੋਤਰ ਦੀਆਂ 4 ਲਾਈਨਾਂ ਜਿਹੜੇ ਰਾਵਣ ਜੀ ਨੇ ਹੀ ਲਿਖੀਆਂ ਹੋਈਆਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ, ਜਿਹੜੀ ਕਿ 5 ਚਾਮਰ ਛੰਦ ਦੇ ਵਿੱਚ ਹੈ, ਜਿਹਦਾ ਲੱਛਣ ਜਰੋ ਜਰੋ ਤਤੋ ਜਗੋ ਬਦੰਤੀ ਪੰਚ ਚਾਮਰਮ ਜਟਾਟਵੀ ਗਲಜ್ಜಲ ਪ੍ਰਵਾਹ ਪਾਵਿਤ स्थले गले वलम्ब्यलम्बिताम्बुजंग तुंग मालिकां ढम 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 ढमन्निनाद ढमर्वयं चकार चंद तांडवं तनोतु नः शिवा शिवम। हर हर महादेव। ਇਹ ਜਿਹੜਾ ਮੈਂ ਕੁਬਰਜੋਤ ਜੀ ਇਹ ਸਤੋਤਰ ਬੋਲਿਆ, ਇਹ ਸ਼ਿਵ ਤਾਂਡਵ ਸਤੋਤਰ, ਇਹ ਸ਼੍ਰੀ ਰਾਵਣ ਨੇ ਭਗਵਾਨ ਸ਼ੰਕਰ ਦੀ ਪ੍ਰਸੰਨਤਾ ਵਾਸਤੇ, ਭਗਵਾਨ ਸ਼ੰਕਰ ਨੂੰ ਪ੍ਰਸੰਨ ਕਰਨ ਵਾਸਤੇ ਇਸ ਸ਼ਿਵ ਤਾਂਡਵ ਸਤੋਤਰ ਗਾਇਆ ਤੇ ਉਹਦਾ ਗਾਇਨ ਕੀਤਾ। ਤੇ ਇਹਦਾ ਛੰਦ ਜਿਹੜਾ ਹੈ 5 ਚਾਮਰ ਹੈ ਕਿਉਂਕਿ ਰਾਵਣ ਨੂੰ ਭਗਵਾਨ ਸ਼ੰਕਰ ਦਾ ਅਨੰਨਿਆ ਭਗਤ ਮੰਨਿਆ ਜਾਂਦਾ। ਇਹੋ ਜਿਹਾ ਮੰਨਿਆ ਜਾਂਦਾ ਕਿ ਉਹਨੇ 10,000 ਵਰਸ਼ ਤੱਕ ਲਗਾਤਾਰ ਭਗਵਾਨ ਸ਼ੰਕਰ ਦੀ ਘੋਰ ਤਪੱਸਿਆ ਕੀਤੀ ਤੇ ਹਰ ਇੱਕ ਸਾਲ ਦੇ ਬਾਅਦ 1000 ਸਾਲ ਦੇ ਬਾਅਦ ਉਹ ਆਪਣਾ ਇੱਕ ਸ਼ੀਸ਼ ਵੱਢ ਕੇ ਭਗਵਾਨ ਸ਼ੰਕਰ ਦੇ ਚਰਨਾਂ ਦੇ ਵਿੱਚ ਅਰਪਿਤ ਕਰ ਦਿੰਦੇ ਥੇ। ਉਸ ਅਗਨੀ ਨੂੰ ਭੇਂਟ ਦੇ ਦਿੰਦੇ ਥੇ।
ਐਦਾਂ ਹੀ ਕਰਦੇ 9000 ਵਰਸ਼ ਉਹਨੇ ਬਿਤਾਤੇ ਤੇ ਆਪਣਾ ਇੱਕ ਇੱਕ ਸ਼ੀਸ਼ ਕੱਟ ਕੇ ਅਗਨੀ ਨੂੰ ਭੇਂਟ ਕਰਤਾ। ਜਦੋਂ ਆਪਣਾ 10ਵਾਂ ਸ਼ੀਸ਼ 10000 ਵਰਸ਼ ਪੂਰੇ ਹੋਣ ਤੇ ਦੇਣ ਲੱਗੇ ਤਾਂ ਬ੍ਰਹਮਾ ਜੀ ਨੇ ਆ ਕੇ ਰਾਵਣ ਨੂੰ ਦਰਸ਼ਨ ਦਿੱਤੇ ਤੇ ਦਰਸ਼ਨ ਦਿੱਤੇ ਤੇ ਉਹਨਾਂ ਦੀ ਇੱਛਾ ਪੁੱਛੀ ਕਿ ਹਾਂ ਵੀ ਤੇਰੀ ਇੱਛਾ ਦੱਸ। ਉਹ ਕਹਿੰਦਾ ਵੀ ਮੈਂ ਭਗਵਾਨ ਸ਼ੰਕਰ ਪਾਣੇ, ਮੈਂ ਭਗਵਾਨ ਸ਼ੰਕਰ ਨੂੰ ਜਾਣਨਾ। ਤੇ ਉਹਨੇ ਉਹਨਾਂ ਨੂੰ ਕਿਹਾ ਤੂੰ ਭਗਵਾਨ ਸ਼ੰਕਰ ਦਾ ਤਪ ਕਰ। ਫਿਰ ਤੇ ਉਹ ਰਾਵਣ ਭਗਵਾਨ ਸ਼ੰਕਰ ਦਾ ਤਪ ਕਰਨ ਲੱਗਿਆ। ਉਹ ਐਡਾ ਵੱਡਾ ਮਹਾਨ ਤਪਸਵੀ ਰਾਵਣ ਕਿਉਂ ਅੱਜ ਦੇ ਜ਼ਮਾਨੇ ਦੇ ਵਿੱਚ ਕਦਾਚਾਰੀ ਡੈਲੀਕੈਂਟ ਬਣ ਗਿਆ, ਮੈਂ ਇਸ ਵਿਸ਼ੇ ਤੇ ਤੁਹਾਨੂੰ ਅੱਜ ਚਾਨਣਾ ਪਾਣਾ ਚਾਹੁੰਦਾ। ਤੇ ਭਗਵਾਨ ਰਾਮ ਜੀ ਨੂੰ ਕਿਉਂ ਭਗਵਾਨ ਮੰਨਿਆ ਜਾਂਦਾ, ਕਿਉਂ ਉਹਨਾਂ ਨੂੰ ਇੱਕ ਮਰਿਆਦਾ ਪੁਰਸ਼ੋਤਮ ਮੰਨਿਆ ਜਾਂਦਾ, ਮੈਂ ਇਹ ਵਿਸ਼ੇ ਤੇ ਵੀ ਤੁਹਾਨੂੰ ਦੱਸਣਾ ਚਾਹੁੰਦਾ। ਤੇ ਤੁਸੀਂ ਦੱਸਣਾ ਚਾਹੁੰਦੇ ਹੋ, ਪਰ ਮੈਂ ਇਹ ਗੱਲ ਕਹੀ ਆ ਵੀ ਹੀਰੋ ਮੰਨਿਆ ਜਾਂਦਾ। ਕੀ ਰਾਵਣ ਨੂੰ ਅਸੀਂ ਹੀਰੋ ਕਹਿ ਸਕਦੇ ਹਾਂ? ਕਿਉਂਕਿ ਇਹ ਗੱਲ ਕਹਿ ਰਹੇ ਆ ਵੀ ਜਦੋਂ ਹੁਣ ਪਿੱਛੇ ਤੁਸੀਂ ਵੀ ਬੜੀਆਂ ਰੀਲਸ ਦੇਖੀਆਂ ਹੋਣਗੀਆਂ, ਇੰਸਟਾਗ੍ਰਾਮ ਤੇ ਬੜੀਆਂ ਰੀਲਸ ਫੇਮਸ ਹੋਈਆਂ, ਬੜੇ ਕਹਿੰਦੇ ਵੀ ਰਾਵਣ ਵਰਗਾ ਤਾਂ ਹਰ ਕਿਸੇ ਨੂੰ ਹੋਣਾ ਚਾਹੀਦਾ, ਰਾਵਣ ਵਰਗਾ ਭਰਾ ਵੀ ਜਿਹੜਾ ਉਹ ਹਰ ਕਿਸੇ ਦਾ ਹੋਣਾ ਚਾਹੀਦਾ। ਨਹੀਂ ਨਹੀਂ ਜੀ, ਇਹ ਗੱਲ ਬਿਲਕੁਲ ਗਲਤ ਹੈ। ਤੁਹਾਡੀ ਇੰਟੈਲੀਜੈਂਸੀ ਤੁਹਾਨੂੰ ਇਹ ਪ੍ਰੂਫ ਨਹੀਂ ਕਰਦੀ ਜਾਂ ਤੁਹਾਨੂੰ ਇਹ ਅਧਿਕਾਰ ਨਹੀਂ ਦਿੰਦੀ ਤੁਸੀਂ ਕਦਾਚਾਰੀ ਹੋ ਜਾਓ, ਤੁਸੀਂ ਡੈਲੀਕੈਂਟ ਹੋ ਜਾਓ, ਤੁਸੀਂ ਅਪਰਾਧੀ ਹੋ ਜਾਓ। ਜੇ ਤੁਸੀਂ ਇੰਟੈਲੀਜੈਂਟ ਹੈ ਤਾਂ ਤੁਹਾਨੂੰ ਲਾਇਸੈਂਸ ਮਿਲ ਗਿਆ, ਤੁਸੀਂ ਕੁਝ ਵੀ ਕਰੋ ਸਮਾਜ ਦੇ ਵਿੱਚ। ਇੱਕ ਆਦਰਸ਼ ਸਮਾਜ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਦਰਸ਼ ਸਮਾਜ ਦੇ ਵਿੱਚ ਅਸੀਂ ਦੇਖਦੇ ਆ ਕਿ ਸਾਰਿਆਂ ਨਾਲ ਮਿਲ ਕੇ ਆਪਾਂ ਰਹਿਣਾ, ਸਾਰਾ ਸਮਾਜ ਸਾਡਾ ਇੱਕ ਹੋਵੇ, ਉਹਦੇ ਵਿੱਚ ਵੱਡਿਆਂ ਦਾ ਆਦਰ ਹੋਵੇ, ਛੋਟਿਆਂ ਦਾ ਆਦਰ ਹੋਵੇ, ਹਰ ਇੱਕ ਇਸਤਰੀ ਦਾ ਆਦਰਤ ਹੋਵੇ। ਪਰ ਰਾਵਣ ਦੇ ਵਿੱਚ ਇਹੋ ਜਿਹੇ ਕੋਈ ਗੁਣ ਨਹੀਂ ਸੀ ਜਿਹਦੇ ਨਾਲ ਅਸੀਂ ਰਾਵਣ ਨੂੰ ਇੱਕ ਆਦਰਸ਼ ਮੰਨ ਲਈਏ। ਤੁਸੀਂ ਕਿਹਾ ਆਦਰਸ਼ ਨਹੀਂ ਮੰਨ ਸਕਦੇ, ਫਿਰ ਕੀ ਮੰਨ ਕੀ ਸਕਦੇ ਆ? ਰਾਵਣ ਨੂੰ ਤੁਸੀਂ ਕਿਹਾ ਵੀ ਉਹਦੇ ਚ ਇਹੋ ਜਿਹੇ ਗੁਣ ਨਹੀਂ ਸਨ, ਤੇ ਉਹ ਗੁਣ ਕੀ ਸੀ? ਉਹਦੇ ਵਿੱਚ ਅਵਗੁਣ ਇਹ ਸੀ ਕਿ ਉਹ ਇੱਕ ਤਾਂ ਯੂਨਿਟੀ ਦੇ ਵਿੱਚ ਕਿਆ ਸੀ, ਉਹ ਨਹੀਂ ਰਹਿ ਸਕਿਆ, ਆਪਣੇ ਪਰਿਵਾਰ ਨੂੰ ਹੀ ਉਹ ਨਹੀਂ ਚੱਲ ਸਕਿਆ, ਆਪਣੇ ਪਰਿਵਾਰ ਦਾ ਹੀ ਉਹ ਨਹੀਂ ਬਣ ਸਕਿਆ। ਉਹਨੇ ਆਪਣੀ ਭੈਣ ਸ਼ਰੂਪਨਖਾ ਦੇ ਪਤੀ ਵਿਦੁਤ ਜੀਵਾ, ਸ਼ਰੂਪਨਖਾ ਦਾ ਪਤੀ ਵਿਦੁਤ ਜੀਵਾ, ਜਿਹਨੂੰ ਉਹਨੇ ਆਪਣੀ ਪਰਸਨਲ ਦੁਸ਼ਮਣੀ ਕਾਰਨ ਮੌਤ ਦੇ ਘਾਟ ਉਤਾਰਤਾ। ਆਪਣਾ ਭਰਾ ਵਿਭੀਸ਼ਣ ਵਰਗਾ ਇੰਟੈਲੀਜੈਂਟ ਪਰਸਨ, ਜਿਹੜਾ ਉਹਦੀ ਸਭਾ ਦੇ ਵਿੱਚ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਬੰਦਾ, ਉਹਨੂੰ ਉਹਨੇ ਬਾਹਰ ਕੱਢਤਾ। ਰਾਵਣ ਨੇ ਉਸ ਬੰਦੇ ਨੂੰ ਬਾਹਰ ਕੱਢਤਾ। ਆਪਣੇ ਮਾਮਾ ਮਾਰੀਚ ਨੂੰ ਇੱਕ ਸੋਨੇ ਦਾ ਮ੍ਰਿਗ ਬਣਾ ਕੇ ਮਾਤਾ ਸੀਤਾ ਦਾ ਹਰਨ ਕਰਨ ਵਾਸਤੇ ਉਹਨੂੰ ਉਹਦੇ ਵਿੱਚ ਯੂਜ਼ ਕੀਤਾ। ਤੇ ਉਹ ਕਿੱਥੋਂ ਇੱਕ ਆਦਰਸ਼ ਬਣ ਸਕਦਾ? ਤੁਸੀਂ ਮੈਨੂੰ ਦੱਸੋ। ਇਹ ਆਦਰਸ਼ ਵਿਅਕਤੀ ਦੇ ਗੁਣ ਹੈ। ਤੁਸੀਂ ਇੱਕ ਗੱਲ ਕਹੀ ਵੀ ਸ਼ਰੂਪਨਖਾ ਦੇ ਘਰ ਵਾਲੇ ਨੂੰ ਰਾਵਣ ਨੇ ਵੱਧ ਕੀਤਾ ਸੀ, ਰਾਵਣ ਨੇ ਮਾਰਿਆ ਸੀਗਾ। ਇਹ ਗੱਲ ਤਾਂ ਲਕੋਈ ਬੜੀ ਜਾਂਦੀ ਹੈ, ਤਾਂ ਲੋਕੀ ਦਿਖਾਉਂਦੇ ਨਹੀਂ, ਕਿਉਂਕਿ ਕਹਿੰਦੇ ਆਦਰਸ਼ ਭਰਾ ਦਿਖਾ ਦਿੰਦੇ ਆ ਵੀ ਉਹੋ ਜਿਹਾ ਭਰਾ ਤਾਂ ਸਾਰਿਆਂ ਕੋਲ ਹੋ ਜਾਣਾ ਚਾਹੀਦਾ ਜਿਹਨੇ ਸ਼ਰੂਪਨਖਾ ਦਾ ਬਦਲਾ ਲੈ ਲਿਆ। ਇਹੀ ਤਾਂ ਸਾਡੇ ਨਾਲ ਅੱਜ ਦੇ ਸਮਾਜ ਦੀ ਨਿਖੇਧੀ ਹੈ ਕਿ ਅਸੀਂ ਅੱਜ ਲੋਕ ਇਹੋ ਜਿਹੇ ਰਸਤੇ ਤੇ ਤੁਰ ਪਏ ਕਿ ਅਸੀਂ ਇੱਕ ਅਪਰਾਧੀ ਨੂੰ, ਇੱਕ ਡੈਲੀਕੈਂਟ ਬੰਦੇ ਨੂੰ ਅਸੀਂ ਪ੍ਰਮੋਟ ਕਰ ਰਹੇ, ਅਸੀਂ ਉਹਨੂੰ ਅੱਗੇ ਲੈ ਕੇ ਆ ਰਹੇ। ਤੇ ਜਿਹੜੇ ਬੰਦੇ ਨੇ ਪੂਰੀ ਜ਼ਿੰਦਗੀ ਸੰਘਰਸ਼ ਕੀਤਾ, ਉਹ ਮਰਿਆਦਾ ਦੇ ਰਸਤੇ ਚੱਲਿਆ। ਭਗਵਾਨ ਸ਼੍ਰੀ ਰਾਮ ਮਰਿਆਦਾ ਦੇ ਰਸਤੇ ਚੱਲੇ, ਆਪਣੇ ਪਰਿਵਾਰ ਦੇ ਖਾਤਰ, ਆਪਣੇ ਪਿਤਾ ਦੇ ਇੱਕ ਬੱਚਨ ਨੂੰ ਰੱਖਣੇ ਦੇ ਖਾਤਰ ਉਹਨਾਂ ਨੇ ਆਪਣੇ ਰਾਜਪਦ ਦਾ ਹੱਸਦੇ ਤਿਆਗ ਕਰਦਾ। ਜਦ ਕਿ ਇੱਕ MC ਦੀ ਕੁਰਸੀ ਛੱਡਣੀ ਹੋ ਨਾ ਪਿੰਡ ਦੀ, ਇੱਕ ਪਿੰਡ ਦਾ ਛੋਟਾ ਜਿਹਾ ਕਿਸੇ ਮੰਦਿਰ ਦੀ ਪ੍ਰਧਾਨੀ ਛੱਡਣੀ ਹੋ, ਤਾਂ ਵੀ ਬੜਾ ਦੁੱਖ ਛੇਕ ਜਿਹਾ ਲੱਗਦਾ ਵੀ ਇਹ ਮੰਦਿਰ ਦੀ ਪ੍ਰਧਾਨੀ ਮੈਂ ਕਿਵੇਂ ਛੱਡ ਦੇਵਾਂ। ਉਹਨੇ ਇੱਕ ਐਡਾ ਬੜਾ ਸਮਰਾਜ, ਪੂਰਾ ਅਯੋਧਿਆ ਸਮਰਾਜ, ਉਹਨੇ ਪੂਰਾ ਭਾਰਤ ਵਰਸ਼ ਦੇ ਵਿੱਚ ਰਾਜ ਕਰਦੇ ਤੇ ਉਹ ਉਹਨੇ ਇੱਕਦਮ ਤਿਆਗਤਾ ਆਪਣੇ ਪਿਤਾ ਦੇ ਇੱਕ ਬਚਨ ਨੂੰ ਪੁਗਾਉਣ ਪਿੱਛੇ। ਜੰਗਲਾਂ ਦੇ ਵਿੱਚ ਇੱਕ ਤਪਸਵੀ ਦੀ ਤਰ੍ਹਾਂ, ਇੱਕ ਭਟਕਦੇ ਵਿਅਕਤੀ ਦੀ ਤਰ੍ਹਾਂ ਉਹਨੇ 14 ਸਾਲ ਆਪਣਾ ਕੱਟੇ, ਬਤੀਤ ਕੀਤੇ। ਤੇ ਰਾਵਣ ਉਧਰ ਦੂਸਰੀ ਤਰ੍ਹਾਂ ਰਾਵਣ ਆਪਣੇ ਭਾਈ ਦਾ ਹੀ ਸਾਰਾ ਘਰ ਉਜਾੜ ਕੇ, ਪੁਸ਼ਪਕ ਵਿਮਾਨ ਕੁਬੇਰ ਦਾ ਸੀ, ਕੋਈ ਪੁਸ਼ਪਕ ਵਿਮਾਨ ਉਹ ਖੋ ਕੇ ਉਹਦੇ ਆਪਣਾ ਉਹ ਰਾਜ ਕਰਨ ਲੱਗ ਗਿਆ। ਲੰਕਾ ਕੁਬੇਰ ਨੂੰ ਮਿਲੀ, ਉਹਦੇ ਤੇ ਆਪਣਾ ਰਾਜ ਕਰਨ ਲੱਗ ਗਿਆ ਉਹ। ਫਿਰ ਤੁਸੀਂ ਦੱਸੋ ਇਹਨਾਂ ਦੋਨਾਂ ਦੇ ਵਿੱਚ ਹੀਰੋ ਕੌਣ ਹੈ ਤੇ ਅਪਰਾਧੀ ਕੌਣ ਹੈ? ਲੰਕਾ ਸਾਰੀ ਕੁਬੇਰ ਦੀ ਸੀ। ਲੰਕਾ ਕੁਬੇਰ ਦੀ ਸੀ। ਕੁਬੇਰ ਨੂੰ ਭਗਵਾਨ ਸ਼ੰਕਰ ਨੇ ਲੰਕਾ ਦਿੱਤੀ ਸੀ। ਸ਼ੰਕਰ ਭਗਵਾਨ ਨੇ ਕੁਬੇਰ ਨੂੰ ਵੀ ਲੰਕਾ ਨਹੀਂ ਦਿੱਤੀ। ਦਰਅਸਲ ਜਿਹੜੀ ਰਾਵਣ ਦੀ ਜਿਹਦੀ ਵੰਸ਼ਾਵਲੀ ਦੀ ਗੱਲ ਕਰੀਏ ਤਾਂ ਰਾਵਣ ਪੁਲਸਤ ਵੰਸ਼ ਦਾ ਸੀ। ਪੁਲਸਤ ਵੰਸ਼ ਦਾ ਸੀ। ਰਾਵਣ ਦੇ ਜਿਹੜੇ ਦਾਦਾ ਜੀ ਥੇ ਪੁਲਸਤ ਰਿਸ਼ੀ ਜੀ ਥੇ। ਇਹਨਾਂ ਦੀ ਦਾਦੀ ਦਾ ਨਾਮ ਹਵਿਰਭੁਵਾ ਥੀ। ਇਹਨਾਂ ਦੀ ਦਾਦੀ ਹਵਿਰਭੁਵਾ, ਦਾਦਾ ਪੁਲਸਤ, ਔਰ ਇਹਨਾਂ ਦੇ ਪਿਤਾ ਵਿਸ਼ਰਵਾ ਰਿਸ਼ੀ। ਵਿਸ਼ਰਵਾ ਰਿਸ਼ੀ ਜਿਹੜੇ ਵਿਸ਼ਰਵਾ ਰਿਸ਼ੀ ਥੇ ਉਹ ਭਗਵਾਨ ਸ਼ੰਕਰ ਦਾ ਪ੍ਰੋਹਿਤ ਕਰਮ ਕਰਨ ਗਏ ਤਾਂ ਭਗਵਾਨ ਸ਼ੰਕਰ ਨੇ ਉਹਨਾਂ ਨੂੰ ਸੰਕਲਪ ਦੇ ਵਿੱਚ ਲੈ ਕੇ ਲੰਕਾ ਨਗਰੀ ਦਾਨ ਕਰ ਦਿੱਤੀ, ਇੱਕ ਦਕਸ਼ਣਾ ਦੇ ਰੂਪ ਦੇ ਵਿੱਚ ਦਾਨ ਕੀਤੀ। ਤਾਂ ਜਿਹੜੇ ਵਿਸ਼ਰਵਾ ਰਿਸ਼ੀ ਥੇ ਇਹਨਾਂ ਦੀਆਂ ਦੋ ਪਤਨੀਆਂ ਥੀਆਂ, ਇੱਕ ਏਲਾਬਿਡਾ और दूसरी कैकसी। इलाबिडा जेड़ी पत्नी थी वो एक देवत्व कोटि दी पत्नी थी, क्योंकि वो जक्षां दे कुल दी थी। उन्हां दा जेड़ा कुल सी वो जक्ष सी, जक्षां दे कुल दी सी वो। और
ਜਿਹੜੀ ਕੈਕਸੀ ਸੀ ਉਹ ਮਾਇਆਸੁਰ ਦੀ ਪੁੱਤਰੀ ਸੀ, ਉਹ ਇੱਕ ਰਾਖਸ਼ ਕੁਲ ਦੀ ਸੀ। ਕੈਕਸੀ ਤੋਂ ਰਾਵਣ ਪੈਦਾ ਹੋਇਆ, ਇਲਾ ਬੇੜਾ ਤੇ ਕੁਬੇਰ ਪੈਦਾ ਹੋਇਆ, ਔਰ ਵਿਭੀਸ਼ਣ ਪੈਦਾ ਹੋਇਆ। ਓਕੇ। ਤੇ ਜਿਹੜਾ ਵੰਸ਼ ਹੈ ਕੁਬੇਰ ਦਾ ਜਿਹੜਾ ਵੰਸ਼ ਉਹ ਗੰਧਰਵ ਹੋਏ, ਗੰਧਰਵ ਕੰਨਿਆ ਸੀ ਤਾਂ ਗੰਧਰਵ ਹੋਏ, ਕਿਉਂਕਿ ਇਹਦੇ ਪਿਤਾ ਤਾਂ ਪਹਿਲੇ ਹੀ ਬ੍ਰਾਹਮਣ ਤੇ ਪੁਲਸਤੇ ਥੇ। ਔਰ ਮਾਇਆਸੁਰ ਤੋਂ ਦੀ ਪੁੱਤਰੀ ਜਿਹੜੀ ਆਪਣੀ ਕੈਕਸੀ ਸੀ, ਇੱਕ ਰਾਖਸ਼ਸੀ ਤੇ ਰਾਵਣ ਪੈਦਾ ਹੋਇਆ। ਫਿਰ ਇੱਕ ਬ੍ਰਾਹਮਣ ਨੂੰ ਦਾਨ ਲੈਣ ਦਾ ਅਧਿਕਾਰ ਹੈ, ਤਾਂ ਵਿਸ਼ਰਵਾ ਰਿਸ਼ੀ ਨੇ ਜਿਹੜਾ ਉਹ ਦਾਨ ਥਾ ਕੁਬੇਰ ਨੂੰ ਦੇਤਾ, ਕੁਬੇਰ ਜੀ ਨੂੰ ਦੇਤਾ। ਰਾਵਣ ਬਲਸ਼ਾਲੀ ਥਾ, ਰਾਵਣ ਨੇ ਉੱਤੇ ਉਹ ਰਾਜ ਖੋ ਕੇ ਆਪਣਾ ਉੱਥੇ ਰਾਜ ਸਥਾਪਿਤ ਕਰ ਲਿਆ, ਲੰਕਾ ਖੋ ਕੇ ਲੰਕਾ ਉੱਤੇ ਖੋਲੀ ਔਰ ਉੱਥੇ ਆਪਣਾ ਰਾਜ ਸਥਾਪਿਤ ਕਰ ਲਿਆ। ਤੇ ਕਈ ਲੋਕ ਇਹ ਵੀ ਕਹਿੰਦੇ ਆ ਵੀ ਮਾਤਾ ਸੀਤਾ ਦਾ ਉਹਨਾਂ ਨੇ ਅਪਹਰਨ ਤਾਂ ਕੀਤਾ, ਪਰ ਮਾਤਾ ਸੀਤਾ ਨੂੰ ਹੱਥ ਨਹੀਂ ਲਾਇਆ, ਮਾਤਾ ਸੀਤਾ ਦੀ ਕੋਈ ਵੀ ਡਿਸਰਿਸਪੈਕਟ ਨਹੀਂ ਕੀਤੀ, ਟੱਚ ਤੱਕ ਨਹੀਂ ਕੀਤਾ, ਇਹੋ ਜਿਹੀਆਂ ਗੱਲਾਂ ਲੋਕ ਕਹਿੰਦੇ ਆ। ਕੁਬਰਜੋਤ ਜੀ, ਇਹਦੇ ਪਿੱਛੇ ਵੀ ਬਹੁਤ ਵੱਡਾ ਕਾਰਨ ਹੈ, ਇੱਕ ਇਤਿਹਾਸਿਕ ਕਾਰਨ ਹੈ ਜਿਹੜਾ ਵਾਲਮੀਕੀ ਰਾਮਾਇਣ ਜੀ ਦੇ ਵਿੱਚ ਤੁਹਾਨੂੰ ਮਿਲਣਾ, ਜੇ ਤੁਸੀਂ ਉਹਨੂੰ ਪੜ੍ਹਿਆ ਹੋ ਚੰਗੀ ਤਰ੍ਹਾਂ ਨਾਲ। ਤਾਂ ਜੇ ਐਵੇਂ ਆਪਾਂ YouTube ਤੇ ਗਿਆਨ ਇਕੱਠਾ ਕੀਤਾ ਫਿਰ ਉਹ ਚੀਜ਼ ਸਾਨੂੰ ਨਹੀਂ ਮਿਲ ਸਕਦੀ। ਜਿਹੜੀ ਮਾਤਾ ਸੀਤਾ ਸੀ ਉਹਨੂੰ ਟੱਚ ਨਾ ਕਰਨੇ ਦਾ ਕਾਰਨ ਰਾਵਣ ਤਾਂ ਬਹੁਤ ਵੱਡਾ ਇੱਕ ਡੈਲੀਕੇਟ ਸੀ। ਉਹ ਕਿਉਂ ਨਹੀਂ ਮਾਤਾ ਸੀਤਾ ਨੂੰ ਟੱਚ ਕਰਦਾ? ਜਦ ਉੱਥੇ ਤੇ ਉਹ ਅਪਹਰਨ ਕਰ ਸਕਦਾ, ਉੱਥੇ ਤੋਂ ਉਹਨੂੰ ਚੱਕ ਕੇ ਲੈ ਕੇ ਆ ਸਕਦਾ, ਫਿਰ ਉਹਨੂੰ ਕਿਉਂ ਨਹੀਂ ਉਹ ਕਰ ਸਕਦਾ ਸੀ? ਹੱਥ ਕਿਉਂ ਨਹੀਂ ਲਾਇਆ ਉਹਨੇ? ਹੱਥ ਤੇ ਫੜ ਕੇ ਹੀ ਤਾਂ ਲੈ ਕੇ ਆਇਆ, ਉੱਥੋਂ ਚੱਕ ਕੇ ਤਾਂ ਲੈ ਕੇ ਆਇਆ, ਪੁਸ਼ਪਕ ਵਿਮਾਨ ਦੇ ਵਿੱਚ ਵੀ ਕਿਸੇ ਤਰ੍ਹਾਂ ਰੱਖਿਆ। ਉਹਦਾ ਹੱਥ ਨਾ ਲਾਣੇ ਦਾ ਕਾਰਨ, ਸਭ ਤੋਂ ਵੱਡਾ ਕਾਰਨ ਕਿਆ ਸੀ? ਇੱਕ ਤਾਂ ਮਾਤਾ ਸੀਤਾ ਜੋ ਸੀ ਉਹ ਸਾਖਸ਼ਾਤ ਦੁਰਗਾ ਦਾ ਅਵਤਾਰ ਸੀ, ਰਾਵਣ ਉਹਨਾਂ ਤੋਂ ਡਰਦਾ ਸੀ। ਦੂਸਰਾ ਕਾਰਨ ਕੀ ਸੀ ਕਿ ਜਿਹੜਾ ਕੁਬੇਰ ਦਾ ਪੁੱਤਰ ਸੀ ਨਾ, ਨਬੁਲ ਕੁਬਰ ਦੀ ਪਤਨੀ ਹੋਈ ਰੰਭਾ ਜਿਹੜੀ ਸੀ ਉਹ ਇੰਦਰ ਲੋਕ ਦੇ ਵਿੱਚ ਇੱਕ ਅਪਸਰਾ ਸੀ, ਪਰ ਨਬੁਲ ਕੁਬਰ ਦੇ ਨਾਲ ਉਹਦਾ ਵਿਆਹ ਹੋ ਗਿਆ ਰੰਭਾ ਦਾ। ਰਾਵਣ ਦਾ ਰੰਭਾ ਨੂੰ ਦੇਖ ਕੇ ਮਨ ਜਿਹੜਾ ਹੈ ਉਹ ਬੜਾ ਜ਼ਿਆਦਾ ਇੱਕ ਗਲਤ ਸੋਚ ਵੱਲ ਚਲਾ ਗਿਆ, ਇੱਕ ਅਪਰਾਧਿਕ ਸੋਚ ਵੱਲ ਚਲਾ ਗਿਆ। ਰਾਵਣ ਨੇ ਉਹਦੇ ਨਾਲ ਦੁਸ਼ਕਰਮ ਕੀਤਾ ਤੇ ਬੜਾ ਜ਼ਿਆਦਾ ਉਹ ਪ੍ਰਤਾੜਿਤ ਕੀਤੀ, ਰਾਵਣ ਨੇ ਪ੍ਰਤਾੜਿਤ ਕੀਤੀ। ਤੇ ਰੰਭਾ ਰੋਂਦੀ ਹੋਈ, ਕਿਆ ਕਰੇ, ਇੱਕ ਇਸਤਰੀ ਥੀ, ਰੋਂਦੀ ਹੋਈ। ਤੇ ਫਿਰ ਨਬੁਲ ਕੁਬਰ ਨੂੰ ਗੁੱਸਾ ਆਇਆ ਤੇ ਨਬੁਲ ਕੁਬਰ ਨੇ ਔਰ ਰੰਭਾ ਨੇ ਰਾਵਣ ਨੂੰ ਸ਼ਰਾਪ ਦਿੱਤਾ ਕਿ ਜੇ ਤੂੰ ਅੱਜ ਤੋਂ ਬਾਅਦ ਕਿਸੇ ਵੀ ਇਸਤਰੀ ਜਾਤੀ ਨਾਲ, ਇਸਤਰੀ ਦੀ ਗੱਲ ਨਹੀਂ, ਇਸਤਰੀ ਜਾਤੀ ਦੇ ਵਿੱਚ ਹਰ ਇੱਕ ਪ੍ਰਾਣੀ ਜਿਹੜਾ ਇਸਤਰੀ ਫੀਮੇਲ ਹੈ, ਤੂੰ ਮਨ ਮਰਜ਼ੀ ਕਰੂੰਗਾ, ਆਪਣੀ ਮਰਜ਼ੀ ਨਾਲ ਉਹਦੇ ਨਾਲ ਜ਼ੋਰ ਜ਼ਬਰਦਸਤੀ ਕਰੂੰਗਾ ਤਾਂ ਤੇਰੇ ਸਿਰ ਦੇ ਫਟ ਕੇ 100 ਟੁਕੜੇ ਹੋ ਜਾਣੇ। ਇਸ ਚੀਜ਼ ਤੋਂ ਡਰਦੇ ਨੇ ਰਾਵਣ ਨੇ, ਉਸ ਸ਼ਰਾਪ ਤੋਂ ਡਰਦੇ ਨੇ ਰਾਵਣ ਨੇ। ਤੇ ਉਹਨੇ ਇਹ ਵੀ ਗੱਲ ਕਹੀ ਸੀ, ਤੂੰ ਲੰਕਾ ਦੇ ਵਿੱਚ ਆਪਣੇ ਮਹਿਲਾਂ ਦੇ ਵਿੱਚ ਕਿਸੇ ਵੀ ਇਸਤਰੀ ਨੂੰ ਆਪਣੀ ਉਹਦੀ ਮਰਜ਼ੀ ਤੇ ਬਿਨਾਂ ਰੱਖੂੰਗਾ ਤਾਂ ਤੇਰੇ ਸਿਰ ਦੇ 100 ਟੁਕੜੇ ਹੋ ਜਾਣੇ। ਤਾਂ ਉਹ ਰਾਵਣ ਨੇ ਉਸ ਮਾਤਾ ਸੀਤਾ ਨੂੰ ਲਿਆ ਕੇ ਅਸ਼ੋਕ ਵਾਟਿਕਾ ਦੇ ਵਿੱਚ ਰੱਖਿਆ। ਹਾਂਜੀ। ਮਤਲਬ ਲੋਕੀ ਉਹ ਵੀ ਗੱਲ ਬਣਾਤੀ ਵੀ ਦੇਖੋ ਆਪਣੇ ਮਹਿਲ 'ਚ ਨਹੀਂ ਰੱਖਿਆ, ਬਾਹਰ ਰੱਖਿਆ, ਅਸ਼ੋਕ ਵਾਟੇ 'ਚ ਰੱਖਿਆ, ਵੀ ਪੋਜ਼ਿਟਿਵ ਦਿਖਾਉਣ ਵਾਸਤੇ ਬੜੇ ਵੱਡੇ ਕਾਰਨ ਲੋਕਾਂ ਨੇ ਲੱਭ ਲਏ। ਇਹ ਅਨਪੜ੍ਹਤਾ ਹੈ ਨਾ ਜੀ, ਇਹ ਅਨਪੜ੍ਹਤਾ। ਇਹਨੀ ਰਾਮਾਇਣ ਪੜ੍ਹੀ ਵੀ ਨਹੀਂ ਹੈ, ਇਹਨੀ ਵਾਲਮੀਕੀ ਜੀ ਦੀ ਰਾਮਾਇਣ ਪੜ੍ਹੀ ਹੀ ਨਹੀਂ ਹੈ, ਤਾਂ ਉਹ ਇਹੋ ਜਿਹੀ ਗੱਲ ਕਰ ਰਹੇ। ਐਸਾ ਕੋਈ ਵਿਅਕਤੀ ਫਿਰ ਉਹ ਉੱਥੋਂ ਅਪਹਰਨ ਹੀ ਕਿਉਂ ਕਰਦਾ ਮਾਤਾ ਸੀਤਾ ਦਾ? ਅਪਹਰਨ ਹੀ ਕਿਉਂ ਕਰਦਾ? ਜੇ ਉਹਨੂੰ ਆਪਣੀ ਭੈਣ ਦਾ ਇੰਨਾ ਹੀ ਦੁੱਖ ਹੁੰਦਾ ਕਿ ਮੇਰੀ ਭੈਣ ਦਾ ਉੱਥੇ ਅਪਮਾਨ ਹੋਇਆ, ਉਹਦਾ ਨੱਕ ਵੱਢਤਾ, ਤਾਂ ਉਹ ਆਪਣੀ ਭੈਣ ਨੂੰ ਉੱਥੇ ਭੇਜਦਾ ਕੀ ਕਰਨ? ਰਾਵਣ ਦੀ ਭੈਣ ਸ਼ਰੂਪਨਖਾ 6 ਮਹੀਨੇ ਦੀ ਗਰਭਵਤੀ ਸੀ ਜਿਸ ਟਾਈਮ ਰਾਵਣ ਨੇ ਉਹਦੇ ਪਤੀ ਵਿਦੁਤ ਜੀਵਾ ਉਹਦਾ ਮਰਡਰ ਕੀਤਾ, ਉਹਦਾ ਕਤਲ ਕਰਤਾ ਰਾਵਣ ਨੇ, ਆਪਣੀ ਨਿੱਜੀ ਦੁਸ਼ਮਣੀ ਕਰਕੇ, ਇੱਕ ਰਾਜ ਕਰਕੇ ਕਿ ਉਹਦੇ ਅਧੀਨ ਨਹੀਂ ਹੋਇਆ, ਉਹਨੇ ਉਹਦਾ ਮਰਡਰ ਕਰਤਾ, ਉਹਦੀ ਹੱਤਿਆ ਕਰਵਾਤੀ। ਫਿਰ ਆਪਣੇ ਸਕੇ ਜੀਜੇ ਦਾ ਕਤਲ, ਆਪਣੇ ਸਕੇ ਜੀਜੇ ਦਾ। ਤੇ ਉਹ ਗਰਭਵਤੀ ਸੀ, ਉਹ ਤੋਂ ਜੰਬੂ ਮਾਲੀ ਨਾਮ ਦਾ ਇੱਕ ਰਾਖਸ਼ ਪੈਦਾ ਹੋਇਆ ਸ਼ਰੂਪਨਖਾ ਤੇ। ਜਦ ਇੱਕ ਇਸਤਰੀ, ਤੁਸੀਂ ਦੇਖੋ ਸਾਡੇ ਵੇਦਾਂ ਦੇ ਵਿੱਚ ਹਮੇਸ਼ਾ ਇੱਕ ਗੱਲ ਕਹੀ ਜਾਂਦੀ कि जब स्त्री अपने कुमारी अवस्था में होती है, बचपन में होती है, तो अपने पिता के अधीन हो जाती है। जब वो अपने युवा अवस्था में हो जाती है तो पति के अधीन हो जाती है, और जब वो वृद्धावस्था में हो जाती है तो अपनी संतान के अधीन हो जाती है। तो वो संतान के अधीन हुई पत्नी भगवान राम के पास क्या करने गई? जिसको इतना बड़ा बेटा है, जम्बू माली नाम का इतना बड़ा राक्षस है, उसका इतना वर्चस्व है, तो रावण उस स्त्री ਨੂੰ ਉੱਥੇ ਕਿਉਂ ਭੇਜ ਰਿਹਾ? ਤਾਂ ਭੇਜ ਵੀ ਇਹੋ ਜਿਹੇ ਬੰਦੇ ਕੋਲ ਰਿਹਾ, ਰਾਮ ਜੀ ਕੋਲ ਭੇਜ ਰਿਹਾ ਜਿਹੜਾ ਮਰਿਆਦਾ ਪੁਰਸ਼ੋਤਮ ਹੈ। 11-12 ਸਾਲ ਜਿਨ੍ਹਾਂ ਨੂੰ ਜੰਗਲ ਦੇ ਵਿੱਚ ਭਟਕਦੇ ਹੋਏ ਹੋ ਗਏ, ਕੰਦ ਮੂਲ ਖਾ ਕੇ ਉਹ ਗੁਜ਼ਾਰਾ ਕਰ ਰਹੇ, ਤੇ ਉਹਨੇ ਅੱਜ ਤੱਕ ਕਦੇ, ਉਹ ਇੱਕ ਭਗਵਾਨ ਸੀ, ਰਾਮ ਭਗਵਾਨ ਸੀ, ਰਾਮ ਵਿਸ਼ਨੂੰ ਦੇ ਅਵਤਾਰ ਸੀ, ਫਿਰ ਵੀ ਉਹ ਧਰਤੀ ਦੇ ਵਿੱਚ ਇੱਕ ਸਮਾਨਯ ਮਾਨਵ ਦੀ ਤਰ੍ਹਾਂ ਘੁੰਮੇ। ਉਸ ਬੰਦੇ ਕੋਲ ਭੇਜ ਰਹੀ ਜਿਹੜਾ ਜੰਗਲ ਦੇ ਵਿੱਚ ਭਟਕ ਰਿਹਾ। ਆਪਣਾ ਪਤਨੀ ਪ੍ਰੇਮ ਉਹਨਾਂ ਦੇ ਵਿੱਚ ਸਰਵੋਤਮ ਹੈ, ਸਰਵੋਪਰੀ ਹੈ। ਉਹ ਪਤਨੀ ਨੂੰ ਆਪਣੀ ਨੂੰ
सबसे ज्यादा श्रेष्ठ दर्जा दे रहे सी उस बंदे कोल भेजता राम जी कोल आके उन्हें अपना विनय प्रगट किया अपना विनोद दिखाया अपना प्रेम दिखाया तो राम जी ने कहा भी मैं तो भी पत्नी प्रेमी है भी मैं अपनी पत्नी का आदर्श है तो तू जाके उन्होंने पूछ लिया मेरा भरा है तो जिदे कोलों फिर गई वो बंदा 12 साल अपने भरा की राखी करता सुत्ता बानी है ਉਹਦੀ पत्नी यह जी है उर्मिला लक्ष्मण की पत्नी उर्मिला यह जी जिन्हें 12 साल तक अख नहीं झपकी ਜਾਂ ਤੁਸੀਂ ਇਹੋ ਜਿਹੇ ਪਤੀ ਕੋਲ ਇਹੋ ਜਿਹੇ ਵਿਅਕਤੀ ਕੋਲ ਜਾਓਗੇ ਤਾਂ ਤੁਹਾਨੂੰ ਹਾਰ ਤਾਂ ਉਹਨੇ ਪਾਣੇ ਹੈ ਨਹੀਂ ਤੁਹਾਨੂੰ ਹਾਰ ਤਾਂ ਪਾਊਗਾ ਨਹੀਂ ਉਹ ਫਿਰ ਉਹਨੇ ਉਦੋਂ ਉਸ ਸ਼ਰਮ ਦਿਖਾਣੇ ਕਿਉਂ ਸਾਡੇ ਨੱਕ ਦੇ ਵਿੱਚ ਸਾਡੀ ਸ਼ਰਮ ਮੰਨੀ ਜਾਂਦੀ ਵੀ ਤੂੰ ਸ਼ਰਮ ਲਾ ਕੇ ਆ ਗਈ ਉਹਨੇ ਇਹ ਗੱਲ ਕਹਿ ਕੇ ਉਹਨਾਂ ਦਾ ਨੱਕ ਕੱਟਤਾ ਉਹਨਾਂ ਦਾ ਨੱਕ ਕੱਟਤਾ ਇਹਦੇ ਵਿੱਚ ਰਾਵਣ ਵਿਦਵਾਨ ਹੋਇਆ ਕਿ ਰਾਮ ਵਿਦਵਾਨ ਹੋਇਆ ਜੇ ਰਾਵਣ ਵਿਦਵਾਨ ਹੁੰਦਾ ਤਾਂ ਆਪਣੀ ਭੈਣ ਨੂੰ ਉੱਥੇ ਕਿਉਂ ਭੇਜਦਾ ਰਾਵਣ ਨੂੰ ਆਪਣੀ ਭੈਣ ਦਾ ਦੁੱਖ ਸੀ ਤਾਂ ਉੱਥੇ ਉਹਨੂੰ ਕਿਉਂ ਭੇਜਦਾ ਪਰ ਕਈ ਲੋਕ ਇਹ ਵੀ ਗੱਲ ਕਹਿੰਦੇ ਆ ਨਾ ਵੀ स्त्री ते हथ चक्या स्त्री दी नक वड़ती ये कित्थे सही है ये किन्ना कु सही कहंदे आ लोकी एक आदर्श पति दे कोल आना ਉਹਨੂੰ ਤੁਸੀਂ ਪ੍ਰੇਮ ਦੇ ਜਾਲ ਦੇ ਵਿੱਚੋਂ ਕਰਨਾ ਇਹ ਕਿੰਨਾ ਕੁ ਸਹੀ ਹੈ ਇੱਕ ਇਸਤਰੀ ਜਾਤੀ ਵਾਸਤੇ ਇੱਕ ਇਸਤਰੀ ਤੁਸੀਂ ਮੰਨਦੇ ਇਸਤਰੀ ਕਹਿ ਰਹੇ ਵੈਸੇ ਤਾਂ ਇਸਤਰੀ ਕੁਲ ਦੀ ਨਹੀਂ ਸੀ ਮੈਂ ਤੁਹਾਨੂੰ ਦੱਸਾਂ ਰਾਖਸ਼ਸੀ ਕੁਲ ਦੀ ਸੀ ਸਾਡੇ ਵੇਦਾਂ ਦੇ ਵਿੱਚ 6 ਪ੍ਰਕਾਰ ਦੀ ਜੋਨੀਆਂ ਦਾ ਵਰਣਨ ਮਿਲਦਾ ਇੰਦਰ ਪੈਤਰ ਗੰਧਰਵ ਯਕਸ਼ਸ ਔਰ ਰਾਖਸ਼ਸ ਠੀਕ ਹੈ ਜੀ ਤਾਂ ਉਹ ਰਾਖਸ਼ ਕੁਲ ਦੀ ਵੀ ਸੀ ਉਹ ਇਸਤਰੀ ਕੁਲ ਦੀ ਨਹੀਂ ਸੀ ਜੇ ਇਸਤਰੀ ਜਾਤੀ ਦੀ ਹੁੰਦੀ ਤਾਂ ਉਹ ਇਹੋ ਜਿਹਾ ਕੰਮ ਨਹੀਂ ਕਰਦੀ ਰਾਖਸ਼ਸ ਦੀ ਕੋਈ ਕੁਲੀ ਨਹੀਂ ਹੈ ਨਾ ਉਹ ਇਸਤਰੀ ਹੈ ਨਾ ਹੀ ਉਹ ਪੁਰਸ਼ ਹੈ ਉਹ ਰਾਖਸ਼ਸ ਹੈ ਜਿੱਦਾਂ ਕੋਈ ਡੈਲੀਕੈਂਟ ਅਪਰਾਧੀ ਹੈ ਨਾ ਉਹਦੀ ਕੋਈ ਜਾਤੀ ਨਹੀਂ ਹੈ ਕੋਈ ਆਤੰਕਵਾਦੀ ਦੀ ਕੋਈ ਜਾਤੀ ਨਹੀਂ ਹੈ ਐਦਾਂ ਹੀ ਰਾਖਸ਼ਸ ਦੀ ਵੀ ਕੋਈ ਜਾਤੀ ਨਹੀਂ ਹੈ ਉਹਦਾ ਕੰਮ ਹੀ ਰਾਖਸ਼ਸ ਵੀ ਉਹਨੇ ਕਿਹਾ ਆਤੰਕ ਫੈਲਾਣਾ ਉਹਦਾ ਕੰਮ ਨਹੀਂ ਅਸੀਂ ਗੱਲ ਆਤੰਕ ਫੈਲਾਣ ਦੀ ਕਰਦੇ ਆ ਤੁਸੀਂ ਜੇ ਉਹਨਾਂ ਦੀ ਆਪਾਂ ਸ਼ੁਰੂਆਤ ਵੀ ਕੀਤੀ ਹੈ ਤੁਸੀਂ ਸ਼ਿਵ ਟਾਂਡਾ ਤੋਂ ਸ਼ੁਰੂਆਤ ਕੀਤੀ ਹੈ ਦੂਜੇ ਪਾਸੇ ਜੇ ਗੱਲ ਕਰਦੇ ਆ ਤਾਂ ਭਗਤ ਦੀ शिव जी ਦੇ ਸਭ ਤੋਂ ਵੱਡੇ ਅੱਜ ਤੱਕ ਦੇ ਭਗਤ ਆ ਤੁਸੀਂ ਕਹਿੰਦੇ ਹੋ 10000 ਸਾਲ ਤੱਕ ਉਹਨਾਂ ਨੇ ਤਪ ਕੀਤਾ ਕੋਈ ਬੰਦਾ 10 ਮਿੰਟ ਤਪ ਨਹੀਂ ਕਰ ਸਕਦਾ ਉਹਨਾਂ ਨੇ 10000 ਸਾਲ ਕੀਤਾ ਮੈਂ ਵੀ ਤੁਹਾਡੇ ਤੋਂ ਹੀ ਸੁਣ ਕੇ ਮੈਨੂੰ ਪਤਾ ਲੱਗਿਆ ਵੀ 10000 ਸਾਲ ਫਿਰ ਆਪਾਂ ਉਹਨਾਂ ਨੂੰ ਕਿੱਦਾਂ ਰਾਖਸ਼ਸ ਕਹਿ ਸਕਦੇ ਰੱਬ ਦੀ ਭਗਤੀ ਤਾਂ ਹੈ ਨਾ ਦੂਜੇ ਪਾਸੇ ਰੱਬ ਦੀ ਭਗਤੀ ਤਾਂ ਹੈ ਨੋ ਸ਼ੱਕ ਪਰ ਉਹਦੇ ਜਿਹੜੇ ਨਾ ਉਹਦੇ ਅੰਦਰ ਦੇ ਜਿਹੜੇ ਬੋਲਦੇ ਨਾ ਤੱਤਵ ਸਾਡੇ ਜਿਹੜੇ ਨਾ ਸਾਨੂੰ ਕੁਝ ਤੱਤਵ ਸਾਡੇ ਮਾਤਾ ਪਿਤਾ ਤੋਂ ਪ੍ਰਾਪਤ ਹੁੰਦੇ ਸਾਡੇ ਮਾਤਾ ਪਿਤਾ ਜਿਹੜੇ ਉਹਦੀ ਕੁਲੀ ਸੀ ਨਾ ਉਹਦੀ ਮਾਤਾ ਸੀ ਉਹ ਇੱਕ ਰਾਖਸ਼ਸ ਕੁਲ ਦੀ ਸੀ ਤਾਂ ਉਹਦੇ ਵਿੱਚ ਰਾਖਸ਼ਸ ਪ੍ਰਵਿਰਤੀ ਸੀ ਤਾਂ ਉਹਦੇ ਪਿਛਲੇ ਜਨਮਾਂ ਦੀ ਕਥਾ ਵੀ ਦੇਖੀਏ ਤਾਂ ਵੀ ਰਾਵਣ ਇੱਕ ਜਿਹੜਾ ਤਾਂ ਡੈਲੀਕੈਂਟ ਹੀ ਰਿਹਾ ਹਿਰਣਯਕਸ਼ ਰਾਵਣ ਔਰ ਕੁੰਭਕਰਨ ਨਰਸਿੰਘ ਨੇ ਮਾਰਿਆ ਸੀਗਾ ਹਾਂਜੀ ਜਿਸ ਨੂੰ ਨਰਸਿੰਘ ਨੇ ਮਾਰਿਆ ਸੀ ਹਿਰਣਯਕਸ਼ਪੂ ਹਿਰਣਯਕਸ਼ ਔਰ ਹਿਰਣਯਕਸ਼ਪੂ ਜਿਹੜਾ ਕੁੰਭਕਰਨ ਸੀ ਉਹ ਹਿਰਣਯਕਸ਼ਪੂ ਸੀ ਔਰ ਹਿਰਣਯਕਸ਼ ਜੋ ਸੀ ਉਹ ਰਾਵਣ ਸੀ ਔਰ ਇਹਦਾ ਵੱਧ ਕਰਨੇ ਵਾਸਤੇ ਭਗਵਾਨ ਵਿਸ਼ਨੂੰ ਨੂੰ ਫਿਰ ਤੇ ਧਰਾ ਤੇ ਅਵਤਾਰ ਲੈਣਾ ਪਿਆ ਉਸ ਸਮੇਂ ਉਹਨੇ ਨਰਸਿੰਘ ਅਵਤਾਰ ਦੇ ਵਿੱਚ ਇਹਦਾ ਵੱਧ ਕੀਤਾ ਸੀ ਉਸ ਸਮੇਂ ਸਤਯੁਗ ਦੇ ਵਿੱਚ ਉਹਦੇ ਬਾਅਦ ਤ੍ਰੇਤਾ ਦੇ ਵਿੱਚ ਆ ਕੇ ਤ੍ਰੇਤਾ ਦੇ ਵਿੱਚ ਤਾਂ ਰਾਮ ਜੀ ਆਏ ਉਤੇ ਇਸ ਕੁਲ ਦੇ ਵਿੱਚ ਆ ਕੇ ਰਾਮ ਦੇ ਅਵਤਾਰ ਦੇ ਵਿੱਚ ਆ ਕੇ ਇਹਨਾਂ ਦਾ ਵੱਧ ਕੀਤਾ ਇਹਨੇ ਫਿਰ ਉਹਦੇ ਬਾਅਦ ਆ ਕੇ ਇਹਨੇ ਸ਼ਿਸ਼ੂਪਾਲ ਦਾ ਅਵਤਾਰ ਲਿਆ ਸ਼ਿਸ਼ੂਪਾਲ ਦੇ ਅਵਤਾਰ ਦੇ ਵਿੱਚ ਆ ਕੇ ਰਾਵਣ ਦਾ ਜਦ ਸ਼ਿਸ਼ੂਪਾਲ ਅਵਤਾਰ ਹੋਇਆ ਤਾਂ ਭਗਵਾਨ ਕ੍ਰਿਸ਼ਨ ਨੇ ਆ ਕੇ ਉਹਦਾ ਵੱਧ ਕੀਤਾ ਜਿਨ੍ਹਾਂ ਸ਼ਿਸ਼ੂਪਾਲ ਜਿਨ੍ਹਾਂ ਨੂੰ ਆਪਾਂ ਕੰਸ ਵੀ ਕਹਿੰਦੇ ਆ ਨਹੀਂ ਸ਼ਿਸ਼ੂਪਾਲ ਇੱਕ ਅਲੱਗ ਕਿਰਦਾਰ ਹੈ ਭਗਵਾਨ ਕ੍ਰਿਸ਼ਨ ਜੀ ਦੀ ਵੈਸੇ ਤਾਂ ਭੂਆ ਦਾ ਮੁੰਡਾ ਮੰਨਿਆ ਜਾਂਦਾ ਸਤਵਤੀ ਦਾ ਪੁੱਤਰ ਤਾਂ ਸ਼ਿਸ਼ੂਪਾਲ ਇਹ ਰਾਵਣ ਦਾ ਹੀ ਪਿਛਲੇ ਜਨਮ ਦਾ ਰਾਵਣ ਹੀ ਅਗਲੇ ਜਨਮ ਦੇ ਵਿੱਚ ਸ਼ਿਸ਼ੂਪਾਲ ਬਣਿਆ ਜਿਨ੍ਹਾਂ ਵਾਸਤੇ ਸੁਦਰਸ਼ਨ ਚੱਕਰ ਜਿਨ੍ਹਾਂ ਦੀਆਂ 100 ਗਲਤੀਆਂ ਕ੍ਰਿਸ਼ਨ ਨੇ ਮਾਫ ਕੀਤੀਆਂ ਸੀ 100 ਗਲਤੀਆਂ ਜਿਨ੍ਹਾਂ ਦੀ ਮਾਫ ਕੀਤੀਆਂ ਸੀ ਉਹੀ ਸ਼ਿਸ਼ੂਪਾਲ ਬਾਅਦ ਵਿੱਚ ਉਹੀ ਰਾਵਣ ਸ਼ਿਸ਼ੂਪਾਲ ਬਣਿਆ ਤੇ ਰਾਵਣ ਤਾਂ ਜਨਮਾਂ ਦਾ ਰਾਖਸ਼ਸ ਸੀ ਰਾਵਣ ਅੱਜ ਦਾ ਰਾਖਸ਼ਸ ਨਹੀਂ ਰਾਵਣ ਜਨਮਾਂ ਦਾ ਰਾਖਸ਼ਸ ਸੀ ਨੋ ਸ਼ੱਕ ਭਗਤ ਸੀ ਉਹ ਬਹੁਤ ਵੱਡਾ ਭਗਤ ਸੀ ਬਹੁਤ ਵੱਡਾ ਵਿਦਵਾਨ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹਦੇ ਵੱਡਾ ਵਿਦਵਾਨ ਤ੍ਰੇਤਾ ਦੇ ਵਿੱਚ ਕੋਈ ਹੋਇਆ ਜਾਂ ਅੱਗੇ ਹੋਣਾ ਕਿਉਂਕਿ 4 ਵੇਦ ਕੰਠਸਥ ਯਾਦ ਕਰਨੇ ਬਹੁਤ ਵੱਡੀ ਗੱਲ ਹੈ ਬਹੁਤ ਔਖਾ ਹੈ ਕਿਉਂਕਿ ਵੇਦਾਂ ਦੀ ਜਿਹੜੀ ਭਾਸ਼ਾ ਹੈ ਉਹ ਬਹੁਤ ਹੀ ਕਲਿਸ਼ਟ ਹੈ ਵੇਦਾਂ ਨੂੰ ਪੜ੍ਹਨਾ ਇੰਨਾ ਸੌਖਾ ਨਹੀਂ ਹੈ ਤੇ ਉਹਨਾਂ ਨੂੰ ਜਾਣਨਾ ਉਹ ਤੇ ਵੀ ਔਖਾ ਕੰਮ ਹੈ ਮੈਂ ਵੀ ਵੇਦ ਪੜ੍ਹਦਾ ਮੈਂ ਕਾਲਜ ਦੇ ਵਿੱਚ ਵੀ ਵੇਦ ਪੜ੍ਹਾਉਂਦਾ ਪਰ ਵੇਦਾਂ ਨੂੰ ਪੜ੍ਹਨਾ ਮੈਂ ਰਿਗਵੇਦ ਦਾ ਪੜ੍ਹਾ ਰਿਹਾ ਰਿਗਵੇਦ ਦਾ ਸਟੂਡੈਂਟ ਰਿਹਾ ਰਿਗਵੇਦ ਦੇ ਵਿੱਚ 10,580 ਮੰਤਰ ਕੱਲੇ ਰਿਗਵੇਦ ਦੇ ਵਿੱਚ ਹੈ ਕੱਲੇ ਰਿਗਵੇਦ ਦੇ ਵਿੱਚ 10,580 ਮੰਤਰ ਹੈ ਉਹਦੇ ਬਾਅਦ ਜੇ ਗੱਲ ਕਰੀਏ ਯਜੁਰਵੇਦ ਦੀ ਤਾਂ ਉਹਦੇ ਵਿੱਚ ਵੀ ਫਿਰ ਯਜੁਰਵੇਦ ਦੇ ਵਿੱਚ 1900 ਯਜੁਰਵੇਦ 2 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ ਕ੍ਰਿਸ਼ਨ ਯਜੁਰਵੇਦ ਔਰ ਸ਼ੁਕਲ ਯਜੁਰਵੇਦ ਦੇ ਵਿੱਚ 1975 ਔਰ ਕ੍ਰਿਸ਼ਨ ਯਜੁਰਵੇਦ ਦੇ ਵਿੱਚ 2086 ਮੰਤਰ ਆ ਗਏ ਐਵੇਂ ਸਾਮਵੇਦ ਦੇ ਵਿੱਚ ਦੇਖੀਏ 1875 ਤੇ ਅਥਰਵਵੇਦ ਦੇ ਵਿੱਚ ਫਿਰ 5987 ਮੰਤਰ ਐਨੇ ਮੰਤਰ ਇੱਕ ਵਿਅਕਤੀ ਯਾਦ ਕਰ ਲਵੇ ਤਾਂ ਉਹਦੇ ਵਰਗਾ ਵਿਦਵਾਨ ਨਹੀਂ ਹੋ ਸਕਦਾ ਨੋ ਸ਼ੱਕ ਪਰ ਉਹ ਐਵੇਂ ਤਾਂ ਨਹੀਂ ਹੈ ਕਿ ਉਹ ਅਪਰਾਧੀ ਵੀ ਨਹੀਂ ਹੋ ਸਕਦਾ ਵਿਦਵਾਨ ਅਪਰਾਧੀ ਨਹੀਂ ਹੋ ਸਕਦਾ ਐਸਾ ਕੋਈ ਮਾਨदंड ਹੈ ਨਹੀਂ ਹੈ ਅਪਰਾਧੀ ਹੋਣਾ ਇੱਕ ਅਲੱਗ ਪ੍ਰਵਿਰਤੀ ਹੈ ਵਿਦਵਾਨ ਅਪਰਾਧੀ ਹੋ ਸਕਦਾ ਉਹੀ ਉਹ ਰਾਵਣ ਸੀ ਕਦਾਚਾਰੀ ਸੀ ਡੈਲੀਕੈਂਟ ਸੀ
ਇਹ ਆਦਰਸ਼ ਕਿਵੇਂ ਹੋ ਸਕਦਾ? ਤੁਸੀਂ ਦੱਸੋ। ਆਪਣੀ ਹੀ ਪਤਨੀ ਰਾਵਣ ਦੀ 3 ਪਤਨੀਆਂ ਸੀ। ਰਾਵਣ ਦੀ ਲੋਕੀ ਤਾਂ ਕਹਿੰਦੇ ਵੀ ਇੱਕੋ ਪਤਨੀ ਸੀ, ਕਈ ਰਾਵਣ ਦੀ ਸਭ ਤੋਂ ਪਹਿਲੀ ਪਤਨੀ ਜਿਹਨੂੰ ਪਟਰਾਣੀ ਵੀ ਕਿਹਾ ਜਾਂਦਾ ਸੀ, ਉਹ ਸੀ ਮੰਦੋਦਰੀ। ਮੰਦੋਦਰੀ ਤੋਂ ਇੰਦਰਜੀਤ ਮੇਘਨਾਦ ਪੈਦਾ ਹੋਇਆ। ਉਹਦੇ ਬਾਅਦ ਰਾਵਣ ਦੀ ਪਤਨੀ ਸੀ ਧੰਨੇ ਮਾਲਿਨੀ ਤੇ ਅੰਨੇ ਪੁੱਤਰ ਪੈਦਾ ਹੋਏ। ਤੇ ਲਾਸਟ ਪਤਨੀ ਦਾ ਨਾਮ ਇਹ ਰਾਮਾਇਣ ਦੇ ਵਿੱਚ, ਵਾਲਮੀਕੀ ਰਾਮਾਇਣ ਦੇ ਵਿੱਚ ਅਗਿਆਤ ਮਿਲਦਾ, ਪਰੰਤੂ ਉਹਦੇ ਪੁੱਤਰ ਦਾ ਨਾਮ ਮਿਲਦਾ ਹੈ, ਪਰ ਹਸਤਾ ਉਹਦਾ ਪੁੱਤਰ ਸੀ। ਉਹ ਰਾਵਣ ਨੇ ਉਸ ਪਤਨੀ ਦੀ ਹੱਤਿਆ ਕੀਤੀ ਸੀ। ਰਾਵਣ ਨੇ ਉਸ ਪਤਨੀ ਦੀ ਹੱਤਿਆ ਕੀਤੀ ਸੀ, ਉਹ ਵੀ ਇਸੇ ਕਾਰਨ ਕਿ ਉਹਦੀ ਨਿੱਜੀ ਦੁਸ਼ਮਣੀ ਉਹਦੇ ਪਰਿਵਾਰ ਨਾਲ ਸੀ। ਫਿਰ ਤੁਸੀਂ ਦੱਸੋ, ਜਿਹੜਾ ਵਿਅਕਤੀ ਆਪਣੀ ਪਤਨੀ ਦਾ ਹੱਤਿਆਰਾ ਹੋਵੇ, ਜਿਹੜਾ ਵਿਅਕਤੀ ਕਿਸੇ ਦੂਸਰੇ ਦੀ ਪਤਨੀ ਨੂੰ ਬਲਪੂਰਵਕ ਚੱਕ ਕੇ ਲਿਆਵੇ ਤੇ ਉਹਦੀ ਇੱਛਾ ਦੇ ਵਿਰੁੱਧ ਉਹਨੂੰ ਇੱਕ ਵਾਟਿਕਾ ਦੇ ਵਿੱਚ, ਜੰਗਲ ਦੇ ਵਿੱਚ ਰੱਖ ਦੇਵੇ। ਤੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ, ਜਦੋਂ ਰਾਵਣ ਤਪੱਸਿਆ ਕਰ ਰਿਹਾ ਸੀ ਤਾਂ ਉਹਦੇ ਨਾਲ ਕੁੰਭਕਰਨ ਔਰ ਵਿਭੀਸ਼ਣ ਵੀ ਤਪੱਸਿਆ ਕਰ ਰਹੇ ਸੀ। ਬ੍ਰਹਮਾ ਜੀ ਦੀ ਤਪੱਸਿਆ ਉਹਨਾਂ ਨੇ ਵੀ ਉਹਨਾਂ ਦੇ ਨਾਲ ਹੀ ਕੀਤੀ। ਤੇ ਜਦ ਵਰਦਾਨ ਮੰਗਣੇ ਦਾ ਟਾਈਮ ਆਇਆ ਤਾਂ ਸਭ ਤੋਂ ਪਹਿਲੇ भारी आई विभीषण जी दी कि हाँ विभीषण आप सबसे छोटे हो, आप वरदान मांगो। तो विभीषण ने कहा जी मैं प्रभु भक्ति दे विच रहमा जी, मैं सत्य दी मार्ग की ओर प्रवृत्त हूँ। सत्यमेव जयते नानृतेन सत्य येन पंथा विदितो देव जाना जिन क्रमंत्य ऋषियो ही आपद कामो जत्र सत्य परम निधानम। अर्थात मैं सत्य की मार्ग की ओर रहूँ, मैं ईश्वर जहाँ पे हो मैं वहीं पे रहूँ, मैं ईश्वर के रास्ते पे प्रवृत्त हूँ। परंतु जो कुंभकर्ण था, कुंभकर्ण ने बोला कि मुझे निद्रासन दे दो जी। उसने क्या बोलना था? उसने मांगना था सिंहासन इंद्रासन मांगने के बजाय उसने निद्रासन मांग लिया। और जब रावण की बारी आई तो रावण ना मनुष्य जूनी को सबसे तुच्छ और वानर जूनी को उससे भी तुच्छ समझता था। रावण ने मांगा कि मैं किसी से ना, जो सृष्टि है, सृष्टि में सिर्फ मैं 2 व्यक्तियों को छोड़ के मेरे को कोई हानि ना पहुंचा सके। एक मैं मनुष्यों से नहीं डरता, दूसरा मैं वानरों से नहीं डरता, इनसे मुझे कोई भय नहीं है। तो ऐसा था रावण। जो रावण मनुष्य जूनी को जो है तुच्छ समझता हो, वो मनुष्य कैसे हो सकता है? अभी वो तो राक्षस ही हुआ, उसकी प्रवृत्ति, उसका कुल राक्षस ही हुआ, तभी वो मनुष्य को नहीं मानता। भगवान राम तो मर्यादा पुरुषोत्तम थे, वो तो मनुष्य जूनी में थे। उन्होंने हर एक चीज का उसका पालन किया जो उस समय की प्रजा के लिए हितकर थी। भगवान राम ने उत्तर राम चरित्र एक बभूति का बहुत सुंदर नाटक है जी। ਉਹਦੇ ਵਿੱਚ उत्तरकांड ਦੀ ਕਥਾ ਜਿਹਦੇ ਵਿੱਚ ਮਾਤਾ ਸੀਤਾ ਦਾ ਬਨਵਾਸ ਹੈ। ਮਾਤਾ ਸੀਤਾ ਦਾ ਬਨਵਾਸ ਹੈ। ਹੁਣ ਤਾਂ ਲੋਕ ਕਈ ਐਵੇਂ ਵੀ ਕਹਿ ਦਿੰਦੇ ਕਿ ਮਾਤਾ ਸੀਤਾ ਨੂੰ ਰਾਮ ਨੇ ਇਕੱਲੇ ਭੇਜਤਾ ਜੰਗਲਾਂ ਦੇ ਵਿੱਚ ਭਟਕਣੇ ਵਾਸਤੇ। ਐਵੇਂ ਕਿਹਾ ਜਾਂਦਾ ਅੱਜ ਦੇ ਸਮੇਂ ਦੇ ਵਿੱਚ ਕਿ ਮਾਤਾ ਸੀਤਾ ਨੂੰ ਰਾਮ ਨੇ ਇਕੱਲੇ ਹੀ ਭਟਕਣੇ ਵਾਸਤੇ ਭੇਜਤਾ, ਪਰ ਉਹਦੇ ਵਿੱਚ ਵੀ ਝੂਠ ਹੈ। ਸੁਮੰਤ, ਲਕਸ਼ਮਣ ਸਾਰੇ ਮਾਤਾ ਸੀਤਾ ਦੇ ਨਾਲ ਗਏ ਔਰ ਹਰ ਸਮੇਂ ਉਹਨਾਂ ਨੇ ਉੱਥੇ ਪ੍ਰਹਿਰੀ ਖੜਾਏ ਹੋਏ ਸੀ। ਭਗਵਾਨ ਵਾਲਮੀਕੀ ਜੀ ਦੇ ਆਸ਼ਰਮ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹ ਆਏ, ਸਤਿਕਾਰਪੂਰਵਕ ਉੱਥੇ ਉਹਨਾਂ ਨੂੰ ਛੱਡ ਕੇ ਆਏ। ਫਿਰ ਉਹ ਕਿਵੇਂ ਉਹ ਅਪਰਾਧੀ ਹੋ ਸਕਦੇ? ਉੱਤਰ ਰਾਮਚਰਿਤਮ ਦੀ ਇੱਕ ਉਕਤੀ ਹੈ, ਸਨੇਹਮ ਦੇਹਾਮ ਚ ਸੌਖਿਅਮ ਚ ਜਦੀ ਵਾ ਜਾਨਕੀ ਮਪੀ लोकनस्य अनुरंजनाय मुंचतो नास्ति में व्यथा। अर्थात उस स्नेहमयी मूर्ति को, उस करुणा की मूर्ति को, उस प्यार की मूर्ति को यदि मुझे लोक के अनुरंजन के लिए, मेरी प्रजा के अनुरंजन के लिए, अर्थात मेरे राज्य में कोई भी व्यक्ति है वो दुखी ना रहे, क्योंकि यदि मेरे एक राज्य में एक भी व्यक्ति दुखी रह गया तो मेरा राम राज्यत्व सफल नहीं होगा। तो मुझे उस जानकी को छोड़ना भी पड़ा ना, तो मुझे मेरे मन में जो व्यथा है वो तो मैं जानता हूँ, परंतु मैं उसका भी त्याग कर दूंगा। ऐसे थे वो मर्यादा पुरुषोत्तम श्री राम। पर लोग ये भी कहते ना भी श्री रामचंद्र जी की गल करते हैं तो माता सीता ने उन्होंने हर जगह निभाई। 14 साल पहला बनवास कटिया, फिर कुछ देर ही ਜਿਹੜੇ ਆ ਅਯੋਧਿਆ ਵਾਪਸ ਆਏ, ਫਿਰ ਉਹਨਾਂ ਨੂੰ ਬਨਵਾਸ ਕੱਟਣਾ ਪੈ ਗਿਆ। ਲੋਕੀ ਇਹ ਵੀ ਕਹਿੰਦੇ ਆ ਵੀ ਆਪਣੀ ਜਿਹੜੀ ਆ ਘਰ ਵਾਲੀ ਨੂੰ ਉਹ ਭੇਜਤਾ, ਜੰਗਲਾਂ ਦੇ ਵਿੱਚ ਭੇਜਤਾ, ਇਹ ਕਿੱਥੇ ਕੋਈ ਸਹੀ ਹੈ? ਲੋਕੀ ਇਹ ਸਵਾਲ ਚੱਕਦੇ ਨੇ। ਲੋਕਾਂ ਨੇ ਇਹ ਸਵਾਲ ਤਾਂ ਚੱਕ ਲਿਆ ਕਿ ਰਾਮਚੰਦਰ ਜੀ ਨੇ, ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਨਾ ਕਿ ਰਾਮਚੰਦਰ ਜੀ ਨੇ ਮਾਤਾ ਸੀਤਾ ਨੂੰ ਇਕੱਲੇ ਨਹੀਂ ਭੇਜਿਆ ਸੀ। ਉਹਨਾਂ ਦੇ ਨਾਲ ਲਕਸ਼ਮਣ ਜੀ, ਸੁਮੰਤਰ ਜੀ ਉਹਨਾਂ ਦੇ ਸਾਰਥੀ, ਉਹਨਾਂ ਨੂੰ ਆਦਰਪੂਰਵਕ ਭਗਵਾਨ ਵਾਲਮੀਕੀ ਜੀ ਦੇ ਆਸ਼ਰਮ ਦੇ ਵਿੱਚ ਛੱਡ ਕੇ ਆਏ ਤੇ ਉਹਨਾਂ ਦੇ ਨਾਲ ਪ੍ਰਹਿਰੀ ਹਰ ਟਾਈਮ ਰਹਿੰਦੇ ਸੀ। ਮਾਤਾ ਸੀਤਾ ਦੇ ਨਾਲ ਤਮਸਾ, ਤਾਪਸੀ, ਇਹ ਸਖੀਆਂ ਹਰ ਟਾਈਮ ਰਹਿੰਦੀਆਂ ਸੀ। ਭਗਵਾਨ ਵਾਲਮੀਕੀ ਜੀ ਦਾ ਆਸ਼ਰਮ ਜਿਹੜਾ ਅਭੇ ਪ੍ਰਧਾਨ ਥਾ, ਉਹਨੂੰ ਐਸਾ ਉਹ ਆਸ਼ਰਮ ਥਾ ਜਿਹਦੇ ਨੇੜੇ 100 ਕੋਹ ਤੱਕ ਵੀ ਕੋਈ ਸ਼ਤਰੂ ਨਹੀਂ ਘੁੰਮ ਸਕਦਾ, ਕਿਉਂਕਿ ਭਗਵਾਨ ਵਾਲਮੀਕੀ ਜੀ ਇੱਕ ਭਗਵਾਨ ਸੀ, ਖੁਦ ਹੀ ਭਗਵਾਨ ਸੀ। ਉਹ ਖੁਦ ਹੀ ਭਗਵਾਨ ਸੀ। ਭਗਵਾਨ ਵਾਲਮੀਕੀ ਜੀ ਜਿਨ੍ਹਾਂ ਨੂੰ 10,000 ਵਰਸ਼ ਪਹਿਲਾਂ ਹੀ ਪਤਾ ਕਿ ਰਾਮਾਇਣ ਆਣੀ, ਰਾਮਾਇਣ ਦੇ ਵਿੱਚ ਆਹ ਕੁਛ ਹੋਣਾ, ਰਾਮ ਜੀ ਦਾ ਅਵਤਾਰ ਹੋਣਾ, ਉਹਨੇ ਪਹਿਲੇ ਸ਼ਲੋਕ ਦੇ ਵਿੱਚ ਲਿਖਤਾ ਕਿ ਇਕਸ਼ਵਾਕੂ ਵੰਸ਼ ਤੱਤਰ ਰਾਜਾ ਰਾਮਾ ਬਹੂਵ।
वहां पे एक राजा राम हो गए, इक्ष्वाकु नाम का एक वंश होगा। रामायण पहला लिखी गई है। हाँ, वाल्मीकि जी ने 10,000 वर्ष पूर्व रामायण की एक संकलन कर लिया सी, रचना कर ली सी। रचना रामायण दी पहला ही हो गई सी, राम जी दे जन्म तो पहला ही हो गई। राम जी तो आने तो पहला ही रामायण की रचना जिहड़ी है वाल्मीकि जी ने कर ਦਿੱਤੀ ਸੀ। ऐसा ਉਹਦੇ ਵਿੱਚ ਜਿਹੜੀ ਰਾਮਾਇਣ ਦੀ ਪੂਰਵ ਪੀਠਿਕਾ ਹੈ ਉਹਦੇ ਵਿੱਚ ਨਾਰਦ ਔਰ ਰਾਮ ਵਾਲਮੀਕੀ ਜੀ ਦਾ ਜਿਹੜਾ ਸੰਵਾਦ ਹੈ ਉਹਦੇ ਵਿੱਚ ਇਹ ਗੱਲ ਦਾ ਪਤਾ ਮਿਲਦਾ ਹੈ। ਪਹਿਲੇ ਜਿਹੜੇ 34 ਸ਼ਲੋਕਾਂ ਤੱਕ ਪੂਰਵ ਪੀਠਿਕਾ ਮੰਨੀ ਜਾਂਦੀ ਰਾਮਾਇਣ ਦੀ। ਰਾਮਾਇਣ ਦੇ ਵਿੱਚ 7 ਕਾਂਡ ਹੈ ਜੀ। ਸਭ ਤੋਂ ਪਹਿਲਾ ਕਾਂਡ ਹੈ ਬਾਲ ਕਾਂਡ, ਫਿਰ ਅਯੋਧਿਆ ਕਾਂਡ ਹੈ, ਫਿਰ ਅਰण्य ਕਾਂਡ ਹੈ, ਫਿਰ ਕਿਸ਼ਕਿੰਦਾ ਕਾਂਡ ਹੈ, ਫਿਰ ਸੁੰਦਰ ਕਾਂਡ ਹੈ, ਫਿਰ ਲੰਕਾ ਕਾਂਡ ਹੈ, ਫਿਰ ਉੱਤਰ ਕਾਂਡ, ਜਿਹਨੂੰ ਲੰਕਾ ਕਾਂਡ ਜਾਂ ਯੁੱਧ ਕਾਂਡ ਕਹਿੰਦੇ ਬਾਅਦ ਵਿੱਚ ਉਹਦੇ ਵਿੱਚ ਹੋਇਆ ਜੀ। ਉੱਤਰ ਕਾਂਡ ਲਾਸਟ ਦੇ ਵਿੱਚ ਆਂਦਾ ਜੀ। 645 ਦੇ ਵਿੱਚ ਸਰਗ ਹੈ ਜੀ, 24,000 ਸ਼ਲੋਕ ਹੈ। ਤੇ ਐਦਾਂ ਉਹਦੇ ਪੂਰਵ ਪੀਠਿਕਾ ਦੇ ਵਿੱਚ ਜਦੋਂ ਬ੍ਰਹਮਾ ਜੀ ਉਹਦੇ ਵਾਲਮੀਕੀ ਜੀ ਕੋਲ ਆਏ ਨਾ ਤੇ ਉਹਨਾਂ ਨੂੰ ਕਿਹਾ कि कुरु राम कथा पुन्नाम श्लोका मनोरबद्धाम, कि आप ऐसे राम की कथा का आप संकलन करो जो पुण्य श्लोकों में बांधी गई हो। तो उन्होंने फिर उस राम की कथा का वर्णन भगवान वाल्मीकि जी ने किया है। उसमें माता सीता का कहीं पे भी ऐसा वर्णन नहीं मिलता है कि माता सीता के साथ जे ऐसी कोई जाति हुई है। यदि ऐसी जाति होती तो भगवान, आपको पता ही कि राजा लोगों की प्रवृत्ति होती है, ਜਿਹੜੇ ਰਾਜਾ ਲੋਕ ਹੁੰਦੇ ਰਾਮਾਇਣ ਦੇ ਵਿੱਚ ਦੱਸ ਰਿਹਾ ਤਾਂ ਤੁਹਾਨੂੰ ਹਿੰਦੀ 'ਚ ਦੱਸ ਰਿਹਾ ਮੈਂ, ਨਹੀਂ ਤਾਂ ਪੰਜਾਬੀ ਦੇ ਵਿੱਚ ਤੁਹਾਨੂੰ ਮੈਂ ਆਪਣੀ ਭਾਸ਼ਾ ਦੇ ਵਿੱਚ ਦੱਸਾਂ। ਜਿਹੜੇ ਰਾਜਾ ਲੋਕ ਹੈ ਇਹਨਾਂ ਦੀ ਪ੍ਰਵਿਰਤੀ ਕਿਹੋ ਜਿਹੀ ਹੁੰਦੀ, ਇਹਦਾ ਸੁਭਾਅ ਕਿਹੋ ਜਿਹਾ ਹੁੰਦਾ। 3-4 ਰਾਣੀਆਂ ਰਾਜਾ ਲੋਕ ਰੱਖਦੇ ਹੁੰਦੇ ਸੀ। ਅਸੀਂ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਵੀ ਸਾਡੇ ਵੀ ਮਹਾਰਾਜਾ ਹੋਏ ਆ, ਅਸੀਂ ਵੀ ਹੁਣ ਪੜ੍ਹਦੇ ਆ ਹਿਸਟਰੀ, ਉਹਦੇ ਵਿੱਚ ਵੀ ਆਪਾਂ ਦੇਖਿਆ ਜਿਹੜੇ, ਠੀਕ ਹੈ ਜੀ, ਵੈਦਿਕ ਕਾਲ ਤਾਂ ਬਹੁਤ ਪਹਿਲਾਂ ਦੀ ਗੱਲ ਹੈ। ਉੱਤਰ ਵੈਦਿਕ ਕਾਲ ਦੇਖ ਲਓ ਜਾਂ ਮਾਡਰਨ ਹਿਸਟਰੀ ਦੇਖ ਲਓ, ਉਹਦੇ ਵਿੱਚ ਵੀ ਤੁਹਾਨੂੰ ਰਾਜਾ ਲੋਕ ਮਿਲਦੇ ਆ। 3-4 ਰਾਣੀਆਂ ਤਾਂ ਹਰੇਕ ਰਾਜਾ ਦੀਆਂ ਸੀ, ਹਰੇਕ ਰਾਜਾ ਦੀ ਘੱਟ ਤੇ ਘੱਟ 3-4 ਰਾਣੀਆਂ। ਰਾਵਣ ਦੀਆਂ ਵੀ ਸੀ 3-4 ਰਾਣੀਆਂ, ਤੇ ਰਾਵਣ ਦੀਆਂ ਵੀ ਸੀ, ਮੈਨੂੰ ਤੁਹਾਨੂੰ ਦੱਸਿਆ। ਉਹਦੇ ਬਾਅਦ ਵੀ ਫਿਰ ਉਹ ਹੋਰ ਇਸਤਰੀਆਂ ਨੂੰ ਵੀ ਉਹਨਾਂ ਨੇ ਦੁਸ਼ਕਰਮ ਕੀਤਾ, ਉਹਨਾਂ ਨਾਲ ਵੀ 3-4 ਰਾਣੀਆਂ ਹੋਣ ਦੇ ਬਾਵਜੂਦ। ਪਰੰਤੂ ਭਗਵਾਨ ਰਾਮ ਜੀ ਨੇ ਜਿਸ ਸਮੇਂ ਉਹਨਾਂ ਦਾ ਵਿਵਾਹ ਹੋਇਆ ਉਸ ਸਮੇਂ ਹੀ ਉਹਨਾਂ ਨੇ ਕਸਮ ਖਾ ਲਈ ਕਿ ਅੱਜ ਤੋਂ ਬਾਅਦ ਸੀਤਾ ਹੀ ਮੇਰੀ ਪਤਨੀ ਹੈ ਔਰ ਇਸ ਜਨਮ ਪਰਯੰਤ ਸੀਤਾ ਹੀ ਮੇਰੀ ਪਤਨੀ ਰਹੂਗੀ। ਜਦੋਂ ਰਾਮ ਜੀ, ਉੱਤਰ ਰਾਮ ਚਰਿੱਤਰ ਦੇ ਵਿੱਚ ਲਿਖਿਆ ਜਾਂਦਾ, ਜਦੋਂ ਰਾਮ ਜੀ ਸਾਰਾ ਰਾਜ ਪਾਠ ਉਹਨਾਂ ਨੂੰ ਮਿਲ ਗਿਆ, ਉਹ ਉਹਦੇ ਬਾਅਦ ਇੱਕ ਅਸ਼ਵਮੇਧ ਯੱਗ ਕਰਦੇ ਆਪਣੇ ਰਾਜ ਦਾ ਵਿਸਤਾਰ ਕਰਨ ਲਈ ਵਾਸਤੇ। ਸਾਡੇ ਇਹਦੇ ਵੇਦਾਂ ਦੇ ਵਿੱਚ ਦੱਸਿਆ ਇੱਕ ਅਸ਼ਵਮੇਧ ਯੱਗ ਦਾ ਦੱਸਿਆ। ਹਵਿਰ ਜਾਤ ਔਰ ਸ਼ਰੋਤ ਜਾਗ 2 ਪ੍ਰਕਾਰ ਕੇ ਯੱਗ ਦੱਸੇ ਵੇ। ਉਹਦੇ ਵਿੱਚ ਜਿਹੜਾ ਸ਼ਰੋਤ ਜਾਗ ਦੇ ਵਿੱਚ ਜਿਹੜਾ ਇਹ ਅਸ਼ਵਮੇਧ ਯੱਗ ਦਾ ਵਰਣਨ ਮਿਲਦਾ। ਉਸ ਅਸ਼ਵਮੇਧ ਯੱਗ ਨੂੰ ਜਦੋਂ ਰਾਮ ਜੀ ਕਰਨ ਲੱਗੇ ਤੇ ਪ੍ਰੋਹਿਤਾਂ ਨੇ ਬੋਲਤਾ, ਵਸ਼ਿਸ਼ਟ ਜੀ ਪ੍ਰੋਹਿਤ ਸੀ, ਉਹਨੇ ਬੋਲਤਾ ਵੀ ਇਹ ਪਤਨੀ ਤੇ ਬਿਨਾਂ ਤਾਂ ਯੱਗ ਸੰਪੰਨ ਨਹੀਂ ਹੋ ਸਕਦਾ। ਤੇ ਭਗਵਾਨ ਰਾਮ ਜੀ ਵੀ ਤਾਂ ਵਿਆਹ ਕਰਵਾ ਸਕਦੇ ਸੀ। ਉਹਨੇ ਸਵਰਣਮਈ ਸੀਤਾ ਦੀ ਮੂਰਤੀ ਬਣਾਈ, ਮਾਤਾ ਸੀਤਾ ਦੀ ਮੂਰਤੀ ਬਣਾ ਕੇ ਉਹਦੇ ਨਾਲ ਵਿਧੀ ਪੂਰਵਕ ਉਹ ਯੱਗ ਸੰਪੰਨ ਕੀਤਾ। ਇਹ ਜੇ ਸੀ ਭਗਵਾਨ ਰਾਮ। ਤੇ ਰਾਵਣ ਤਾਂ ਤੁਹਾਨੂੰ ਮੈਂ ਸੁਣਾਈ ਚੁੱਕਿਆ ਪਹਿਲੇ ਰਾਵਣ ਕੀ ਸੀ। ਤੇ ਅਸੀਂ ਜਿਵੇਂ ਤੁਸੀਂ ਕਿਹਾ ਵੀ ਅਸੀਂ ਜੇ ਸਿੱਖ ਹਿਸਟਰੀ ਦੀ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾਈ ਰੱਖੇ। ਤੇ ਰਾਵਣ ਦੇ ਵਿੱਚ ਤਾਂ ਫਿਰ ਕ੍ਰੋਧ ਵੀ ਸੀਗਾ, ਕਾਮ ਵੀ ਸੀ, ਸਭ ਤੋਂ ਵੱਡਾ ਕਾਮੀ ਸੀ, ਕ੍ਰੋਧੀ ਵੀ ਸਭ ਤੋਂ ਵੱਡਾ ਸੀ, ਲੋਭੀ ਤਾਂ ਹੈ ਹੀ ਸੀ। ਤਾਂ ਹੀ ਤਾਂ ਆਪਣੇ ਭਾਈ ਦੀ ਲੰਕਾ ਖੋਲੀ। ਜੇ ਲੋਭੀ ਨਾ ਹੁੰਦਾ ਤਾਂ ਭਾਈ ਦੀ ਲੰਕਾ ਕਿਉਂ ਖੋਂਦਾ? ਉਹਦੇ ਕੋਲ ਤਾਂ ਆਪਣਾ ਰਾਜ ਹੀ ਬਹੁਤ ਸੀ। ਅਹੰਕਾਰੀ ਤਾਂ ਫਿਰ ਸੀ, ਤਾਂ ਰਾਮ ਨਾਲ ਫਿਰ ਉਹਨੇ ਲੜਾਈ ਤਾਂ ਹੀ ਲਈ ਜੇ ਅਹੰਕਾਰੀ ਸੀ। ਉਹਨੂੰ ਪਤਾ ਹੁੰਦੇ ਹੋਏ ਕਿ ਰਾਮ ਇੱਕ ਭਗਵਾਨ ਹੈ, ਰਾਮ ਇੱਕ ਵਿਸ਼ਨੂੰ ਦੇ ਅਵਤਾਰ ਹੈ, ਫਿਰ ਵੀ ਉਹਦੇ ਨਾਲ ਉਹ ਜਾਣ ਬੁੱਝ ਕੇ ਉਹਨੇ ਲੜਾਈ ਲਈ। ਤੁਸੀਂ ਗੱਲ ਕਹੀ ਵੀ ਆਪਣੀ ਭੈਣ ਨੂੰ ਜਾਣ ਕੇ ਭੇਜਿਆ ਸ਼ੁਰੂ। ਹਾਂਜੀ, ਇਹ ਤਾਂ ਮੈਂ ਪਹਿਲੀ ਵਾਰੀ ਸੁਣ ਰਿਹਾ ਵੀ ਜਾਣ ਕੇ ਭੇਜਿਆ ਗਿਆ। ਜਾਣ ਬੁੱਝ ਕੇ ਤਾਂ ਭੇਜਿਆ ਗਿਆ। ਰਾਮਾਇਣ ਦੇ ਵਿੱਚ ਇਹਦਾ ਵਰਣਨ ਵੀ ਮਿਲਦਾ ਕਿ ਰਾਮ ਜਾਣ ਬੁੱਝ ਕੇ ਭੇਜਿਆ ਗਿਆ, ਜਾਣ ਬੁੱਝ ਕੇ ਭੇਜਿਆ ਗਿਆ। ਤੂੰ ਉੱਥੇ ਜਾ ਕੇ ਰਾਮ ਨੂੰ ਆਪਣੇ ਉਹਦੇ ਵਸ਼ ਦੇ ਵਿੱਚ ਕਰ। ਕਿਉਂਕਿ ਰਾਵਣ ਨੇ ਵੀ ਰਾਮ ਭਗਵਾਨ ਦੇ ਚਰਚੇ ਸੁਣੇ ਸੀ ਕਿ ਉਹਨੇ ਜਿਹੜੀ ਤਾੜਕਾ ਸੀ, ਤਾੜਕਾ ਉਹਨੇ ਇੱਕ ਮੁਸ਼ਟੀ ਪ੍ਰਹਾਰ ਨਾਲ ਹੀ ਮਾਰਤਾ। ਤਾੜਕਾ ਜਿਹੜੀ ਇਹਦੀ ਨਾਨੀ ਸੀ ਰਾਵਣ ਦੀ, ਬਹੁਤ ਵੱਡੀ ਰਾਖਸ਼ ਸੀ, ਬਹੁਤ ਵੱਡੀ ਰਾਖਸ਼ ਸੀ। ਉਹਨੇ ਜੰਬੂ ਮਾਲੀ ਦੀ ਪਤਨੀ ਤਾੜਕਾ ਜੀ, ਸੁਮਾਲੀ ਦੀ, ਜੰਬੂ ਮਾਲੀ ਨਹੀਂ ਸੁਮਾਲੀ, ਜੰਬੂ ਮਾਲੀ ਤੋਂ ਦਾ ਦੋਤਾ ਸੀ, ਸੁਮਾਲੀ ਦੀ ਪਤਨੀ ਤਾੜਕਾ ਨੂੰ ਇੱਕ ਮੁਸ਼ਟੀ ਪ੍ਰਹਾਰ ਨਾਲ ਰਾਮ ਨੇ ਮਾਰਤਾ। ਖਰ ਦੂਸ਼ਣ ਮਾਰਤੇ। ਰਾਵਣ ਨੇ ਜੰਗਲ ਦੇ ਵਿੱਚ ਜਗ੍ਹਾ ਜਗ੍ਹਾ ਪਰ ਰਾਖਸ਼ ਛੱਡੇ ਸੀ, ਸਾਰੇ ਮਾਰਤੇ। ਤਾਂ ਫਿਰ ਰਾਵਣ ਇੱਕ ਵਾਰ ਡਰ ਗਿਆ, ਭੈਭੀਤ ਹੋ ਗਿਆ, ਮਨ ਚੋਂ ਭੈਭੀਤ ਹੋ ਗਿਆ ਪੂਰਾ ਕਿ ਹਾਂ ਵੀ ਇਹਨਾਂ ਤਾਂ ਮੈਨੂੰ ਵੀ ਮਾਰ ਸਕਦਾ। ਤਾਂ ਉਹਨੇ ਸਰੂਪਰੇਖਾ ਨੂੰ ਭੇਜਦਾ ਵੀ ਉਹਦੇ ਨਾਲ ਮੈਤਰੀ ਕਰ ਜਾ ਕੇ। ਜੇ ਉਹ ਹੋ ਗਿਆ ਤਾਂ ਬਸ ਫਿਰ ਆਪਣਾ ਕੰਮ ਸਿੱਧ ਹੋ ਗਿਆ। ਰਾਮ ਤਾਂ ਮਰਿਆਦਾ ਪੁਰਸ਼ੋਤਮ ਸੀ। ਆਪਣੀ ਭੈਣ ਨੂੰ ਯੂਜ਼ ਕੀਤਾ। ਹਾਂ, ਯੂਜ਼ ਕੀਤਾ, ਉਹਦਾ ਯੂਜ਼ ਕੀਤਾ। ਉਹਦਾ ਇਹ ਨਹੀਂ ਉਹ ਹਿੱਤ ਨਹੀਂ ਕਰਨਾ। ਜੇ ਹਿੱਤਕਾਰੀ ਹੁੰਦਾ ਤਾਂ ਆਪਣੇ ਜੀਜਾਂ ਨੂੰ ਕਿਉਂ ਮਾਰਦਾ ਵੀ? ਫਿਰ ਲੋਕੀ ਤਾਂ ਮਤਲਬ ਜਿਹੜੇ ਲੋਕੀ ਕਹਿੰਦੇ ਵੀ ਉਹੋ ਜਿਹਾ ਭਰਾ ਹੋਣਾ ਚਾਹੀਦਾ, ਫਿਰ ਅੱਜ ਤਾਂ ਉਹਨਾਂ ਨੂੰ ਸੱਚਾਈ ਪਤਾ ਲੱਗ ਜਾਏਗੀ ਵੀ ਜਿਹੜੇ ਕਹਿੰਦੇ ਰਾਵਣ ਵੀ ਉਹਨਾਂ ਨੂੰ ਰਾਵਣ ਦਾ ਭਰਾ, ਜੇ ਭਰਾ ਦੇਖਣਾ ਤਾਂ ਵਿਭੀਸ਼ਣ ਵੀ ਦੇਖਦੇ ਨਾ।
ਭਵਿਸ਼ਣ ਨੂੰ ਦੇ ਭਵਿਸ਼ਣ ਨੂੰ ਲੱਤ ਕਿਉਂ ਮਾਰੀ, ਛਾਤੀ ਦੇ ਵਿੱਚ ਲੱਤ ਮਾਰ ਕੇ ਆਪਣੀ ਰਾਜ ਸਭਾ ਦੇ ਵਿੱਚੋਂ ਕੱਢਤਾ। ਇੱਕ ਆਪਣੇ ਹਿਤਕਾਰੀ ਬੰਦੇ ਨੂੰ, ਹਿਤਕਾਰੀ ਪੁਰਸ਼ ਨੂੰ, ਜਿਹੜਾ ਉਹਦਾ ਸਭ ਤੋਂ ਜ਼ਿਆਦਾ ਹਿੱਤ ਕਰਦਾ, ਉਹਨੂੰ ਨਹੀਂ ਆਪਣੇ ਰਾਜ ਦੇ ਵਿੱਚੋਂ ਕੱਢਤਾ। ਫਿਰ ਉਹ ਭੈਣ ਦੇ ਨਾਲ ਹੀ ਉਹਦਾ ਹਿੱਤ ਕਿੱਥੇ ਛੁਪਿਆ ਹੋਇਆ ਸੀ, ਤਾਂ ਭਰਾ ਦੇ ਨਾਲ ਕਿੱਥੇ ਹਿੱਤ ਗਿਆ ਉਹਦਾ? ਜੇ ਹਿੱਤ ਹੁੰਦਾ ਤਾਂ ਭਾਈ ਦਾ ਵੀ ਤਾਂ ਹਿੱਤ ਕਰਨਾ ਸੀ ਉਹਨੂੰ, ਭਰਾ ਦਾ ਹਿੱਤ ਕਿਉਂ ਨਹੀਂ ਕੀਤਾ ਉਹਨੇ? ਪਰ ਲੋਕੀ ਤਾਂ ਵਿਭੀਸ਼ਣ ਨੂੰ ਵੀ ਕਈ ਜਾਂਦੇ ਆ ਵੀ ਭਰਾ ਦਾ ਸਾਥ ਨਹੀਂ ਦਿੱਤਾ, ਭਰਾ ਦਾ ਸਾਥ ਦੇ ਦਿੰਦਾ ਤਾਂ ਕੀ ਪਤਾ ਲੰਕਾ ਜਿਹੜੀ ਹੈ ਉਹ ਰਾਵਣ ਕੋਲ ਹੀ ਰਹਿੰਦੀ, ਵੀ ਰਾਵਣ ਜਿਹੜਾ ਹੈ ਸ਼ਾਇਦ ਜੇਤੂ ਹੋ ਜਾਂਦਾ। ਲੋਕੀ ਤਾਂ ਇਹ ਗੱਲਾਂ ਕਹਿੰਦੇ ਰਹਿੰਦੇ ਆ। ਭਵਿਸ਼ਣ ਨੇ ਹਜ਼ਾਰਾਂ ਵਾਰ ਰਾਵਣ ਨੂੰ ਸਮਝਾਇਆ, ਇੱਕ ਵਾਰ ਨਹੀਂ ਹਜ਼ਾਰਾਂ ਵਾਰ ਉਹਨੇ ਰਾਵਣ ਨੂੰ ਸਮਝਾਇਆ ਕਿ ਬੜੇ ਭਾਈ ਇਹ ਗੱਲ ਗਲਤ ਹੈ, ਤੂੰ ਐਵੇਂ ਨਾ ਕਰ, ਉਹ ਭਗਵਾਨ ਦਾ ਅਵਤਾਰ ਹੈ, ਤੂੰ ਉਹਦੇ ਨਾਲ ਵੀ ਲੜਾਈ ਨਾ ਲੈ, ਤੂੰ ਉਹਦੇ ਨਾਲ ਨਾ ਝਗੜ। ਪਰ ਉਹ ਕਿੱਥੇ ਮੰਨਿਆ? ਅਹੰਕਾਰੀ ਸੀ। ਅਹੰਕਾਰ ਨੇ ਉਹਦੀ ਜਿਹੜੀ ਇੰਦਰੀਆਂ ਸੀ ਉਹ ਵਸ਼ੀਭੂਤ ਕਰ ਲਈਆਂ ਸੀ। ਸਾਡੇ ਇਹਦੇ ਵਿੱਚ ਨਾ ਇੱਕ ਸੁਖਨਾਸ ਉਪਦੇਸ਼ ਮਿਲਦਾ, ਬੜਾ ਸੁੰਦਰ ਉਪਦੇਸ਼ ਹੈ। ਉਹਦੇ ਵਿੱਚ ਰਾਜਾ ਚੰਦਰਾਪੀੜ ਦੀ ਕਥਾ ਮਿਲਦੀ, ਤੇ ਸੁਖਨਾਸ ਜੀ ਰਾਜਾ ਚੰद्रपीड़ को कहते ना गुरु उपदेश वाक्येषु, अर्थात जो गुरु का उपदेश होता है ना, यदि वो सज्जन व्यक्ति के कानों में पड़ जाए तो जैसे हाथी होता है ना, हाथी के गले में आभूषण सा होता है, एक शंख पड़ा होता है, हाथी के मुख की शोभा वो 100 गुना बढ़ा देता है। ऐसे ही गुरु का उपदेश यदि सज्जन व्यक्ति के कान में पड़ जाए तो उसकी शोभा को वो बढ़ा देता है। यदि वही गुरु का उपदेश दुर्जन व्यक्ति के कानों में पड़ जाए तो उसके कानों में जैसे पानी पड़ जाता है ना, उसके कान में वो पीड़ा देता है पानी, ऐसे ही गुरु का उपदेश भी उसके कानों में पीड़ा देता रहता है। वही रावण सी, ਉਹਦੀਆਂ ਇੰਦਰੀਆਂ ਨੂੰ ਅਹੰਕਾਰ ਨੇ ਵਸ਼ੀਭੂਤ ਕਰ ਲਿਆ ਸੀ। ਪੂਰਾ ਉਹਦੇ ਇੰਦਰੀਆਂ ਦਾ ਦਮਨ ਅਹੰਕਾਰ ਨੇ ਕਰਤਾ ਸੀ। ਉਹਨੂੰ ਕੁਝ ਹੋਰ ਦਿਖਦਾ ਹੀ ਨਹੀਂ ਸੀ। ਉਹਨੂੰ ਉਸ ਸਮੇਂ ਮਾਤਾ ਸੀਤਾ ਹੀ ਦਿਖ ਰਹੀ ਸੀ। ਉਹਨੂੰ ਆਪਣੇ ਆਪ ਹੀ ਸੱਚ ਲੱਗ ਰਿਹਾ ਸੀ ਕਿ ਮੈਂ ਹੀ ਸੱਚ ਹੈ ਸ੍ਰਿਸ਼ਟੀ ਦੇ ਉੱਤੇ, ਬਸ ਹੋਰ ਕੋਈ ਸੱਚ ਨਹੀਂ। ਉਹਨੂੰ ਕੋਈ ਰਾਮ ਨਹੀਂ, ਕੋਈ ਭਵਿਸ਼ਣ ਨਹੀਂ, ਉਹਦੇ ਕਿਸੇ ਨਾਲ ਕੋਈ ਲੈਣਾ ਦੇਣਾ ਸੀ ਨਹੀਂ ਸੀ। ਆਪਣੇ ਮਾਮੇ ਨੂੰ ਯੂਜ਼ ਕੀਤਾ। ਇਹ ਦੱਸੋ ਤੁਸੀਂ ਕਿੱਥੇ ਤੱਕ ਨਿਆਂ ਉੱਚੀ ਤਾਂ ਆਪਣੇ ਮਾਮਾ ਜੀ ਨੂੰ ਯੂਜ਼ ਕੀਤਾ, ਇੱਕ ਹਿਰਨ ਬਣਾਤਾ ਸੋਨੇ ਦਾ, ਜਿਹੜਾ ਉਹ ਮਾਰਿਚ ਨੂੰ ਸੋਨੇ ਦਾ ਹਿਰਨ ਬਣਾਤਾ। ਤੇ ਮਾਰਿਚ ਜ਼ਖਮੀ ਹੋ ਗਿਆ, ਭਗਵਾਨ ਰਾਮ ਦੇ ਬਾਣ ਨਾਲ ਜ਼ਖਮੀ ਹੋ ਗਿਆ। ਤੇ ਮਾਰਿਚ ਫਿਰ ਆਵਾਜ਼ਾਂ ਲਾਉਣ ਲੱਗਿਆ ਵੀ ਮਾਮਾ ਵੀ ਭਾਣਜੇ ਮੈਨੂੰ ਲੈ ਜਾ ਕੇ। ਤਾਂ ਭਾਣਜਾ ਕਿੱਥੇ ਗਿਆ ਸੀ? ਇੱਕ ਬੰਦੇ ਨੂੰ ਤੁਸੀਂ ਯੂਜ਼ ਕਰ ਰਹੇ ਤਾਂ ਮੌਕੇ ਤੋਂ ਤਾਂ ਸਾਹ ਛੱਡ ਗਏ, ਭੱਜ ਗਏ। ਫਿਰ ਤੁਸੀਂ ਆਦਰਸ਼ ਕਿੱਥੋਂ ਹੋ ਸਕਦੇ? ਆਦਰਸ਼ ਵਿਅਕਤੀ ਤਾਂ ਉਹ ਜਿਹੜਾ ਹਰ ਇੱਕ ਦੇ ਨਾਲ ਖੜਾ ਹੈ। ਸੁਗਰੀਵ ਦਾ ਸਾਥ ਬਿਨਾਂ ਕਿਸੇ ਸ਼ਰਤ ਤੋਂ ਦਿੱਤਾ। ਬਾਲੀ ਨੂੰ ਮਾਰਿਆ, ਬਾਲੀ ਵੀ ਉੱਤੇ ਗਲਤ ਸੀ, ਬਾਲੀ ਨੂੰ ਮਾਰਿਆ। ਹੁਣ ਤਾਂ ਕਈ ਲੋਕ ਐਵੇਂ ਕਹਿੰਦੇ ਬਾਲੀ ਨੂੰ ਰਾਮ ਜੀ ਨੇ ਲੋਕੇ ਮਾਰਤਾ, ਲੋਕੇ ਮਾਰਿਆ ਨਾ ਜੀ। ਭਗਵਾਨ ਰਾਮ ਤਾਂ ਤ੍ਰਿਲੋਕੀ ਦੇ ਮਾਲਕ ਸੀ। ਉਹਨੂੰ ਸਾਡੇ ਸ਼ਾਸਤਰਾਂ ਦੇ ਵਿੱਚ ਵਿਸ਼ਨੂੰ ਦਾ ਅਵਤਾਰ ਦੱਸਿਆ ਵਾ, ਪੁਰਾਣਾਂ ਦੇ ਵਿੱਚ ਵਿਸ਼ਨੂੰ ਦਾ ਅਵਤਾਰ ਦੱਸਿਆ ਹੋਇਆ। ਤੇ ਉਹ ਇੱਕ ਮਰਿਆਦਾ ਰੱਖਣੇ ਵਾਸਤੇ ਵੀ ਉੱਥੇ, ਕਿਉਂਕਿ ਬਾਲੀ ਨੂੰ ਵੀ ਬ੍ਰਹਮਾ ਜੀ ਦਾ ਵਰਦਾਨ ਸੀ ਕਿ ਜਿਹਦੇ ਮੋਰੇ ਤੂੰ ਆਊਂਗਾ ਤੂੰ ਉਹਦਾ ਅੱਧਾ ਬਲ ਖਿੱਚ ਲੂੰਗਾ। ਤੇ ਉਸ ਬ੍ਰਹਮਾ ਜੀ ਦੇ ਵਰਦਾਨ ਦੀ ਮਰਿਆਦਾ ਰੱਖਣੇ ਵਾਸਤੇ, ਕਿਉਂਕਿ ਸ੍ਰਿਸ਼ਟੀ ਕਰਤਾ ਬ੍ਰਹਮਾ ਹੈ, ਬ੍ਰਹਮਾ ਵੀ ਵਿਸ਼ਨੂੰ ਤੋਂ ਹੀ ਪੈਦਾ ਹੋਏ, ਵਿਸ਼ਨੂੰ ਦੀ ਨਾਭੀ ਤੋਂ ਹੀ ਕਮਲ ਨਿਕਲਿਆ, ਉਹਦੇ ਤੇ ਬ੍ਰਹਮਾ ਬੈਠੇ ਸੀ। ਤਾਂ ਉਹਦੇ ਇੱਕ ਬਚਨ ਰੱਖਣੇ ਵਾਸਤੇ, ਇੱਕ ਮਰਿਆਦਾ ਰੱਖਣੇ ਵਾਸਤੇ ਭਗਵਾਨ ਰਾਮ ਨੇ ਬਾਲੀ ਨੂੰ ਲੁੱਕੇ ਮਾਰਿਆ। ਇਹ ਤਾਂ ਸਾਹਮਣੇ ਆ ਕੇ ਵੀ ਮਾਰ ਸਕਦੇ, ਕੋਈ ਵੱਡੀ ਗੱਲ ਹੀ। ਔਰ ਬਾਲੀ ਦੀ ਕਿੱਡੀ ਵੱਡੀ ਕਰਤੂਤ ਸੀ, ਕਿੱਡੀ ਵੱਡੀ ਗਲਤੀ ਸੀ। ਉਹਨੇ ਆਪਣੇ ਹੀ ਭਾਈ ਦੀ ਪਤਨੀ ਨੂੰ ਰੂਮਾ ਨੂੰ ਉਹਨੇ ਬੰਦੀ ਬਣਾ ਕੇ ਰੱਖ ਲਿਆ, ਸੁਗਰੀਵ ਦਾ ਰਾਜ ਖੋਹ ਲਿਆ। ਤੇ ਰਾਮ ਨੇ ਤਾਂ ਹਰ ਇੱਕ ਉਸ ਪ੍ਰਾਣੀ ਦਾ ਸਾਥ ਦਿੱਤਾ ਜਿਹਦੇ ਨਾਲ ਸਮਾਜ ਦੇ ਵਿੱਚ ਗਲਤ ਹੋਇਆ, ਧੱਕਾ ਹੋਇਆ। ਮੈਂ ਨਾ ਇੱਕ ਗੱਲ ਉਸ ਦਿਨ ਪੜ੍ਹ ਰਿਹਾ ਸੀਗਾ। ਅਸੀਂ ਕਹਿੰਦੇ ਆ ਵੀ ਜਿਹੜੇ ਜਬਰ ਜਨਾਹ ਨੇ, ਜਿਹੜੇ ਰੇਪ ਦੇ ਕੇਸਿਸ ਨੇ, ਉਹ ਹੁਣ ਵੱਧਦੇ ਜਾ ਰਹੇ ਆ। ਪਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ, ਇਹੋ ਜਿਹੀਆਂ ਚੀਜ਼ਾਂ ਪੜ੍ਹਦੇ ਆ, ਤਾਂ ਸਾਨੂੰ ਪਤਾ ਲੱਗਦਾ ਵੀ ਤ੍ਰੇਤਾ ਯੁੱਗ ਤੋਂ ਇਹ ਕੰਮ ਚੱਲ ਰਿਹਾ। ਹਾਂ, ਜਬਰ ਜਨਾਹ ਤਾਂ ਜਿਹੜਾ ਹੈ ਉਹ ਚੱਲ ਹੀ ਰਿਹਾ। ਰਾਵਣ ਵੀ ਤਾਂ ਜਬਰ ਜਨਾਹ ਦੇ ਦੋਸ਼ੀ ਸੀ। ਰਾਵਣ ਵੀ ਤਾਂ ਜਬਰ ਜਨਾਹ ਦਾ ਦੋਸ਼ੀ ਸੀ। ਉਹਨੇ ਆਪਣੇ ਪੁੱਤਰ ਵਧੂ ਨਾਲ ਹੀ ਜਬਰ ਜਨਾਹ ਕੀਤਾ ਸੀ। ਨੂੰਹ ਨਾਲ ਹੀ ਆਪਣੀ ਪੁੱਤਰ ਵਧੂ ਦੇ ਨਾਲ, ਕੁਬੇਰ ਦੀ ਪਤਨੀ ਦੇ ਨਾਲ, ਰੰਭਾ ਦੇ ਨਾਲ ਰਾਵਣ ਨੇ ਜਬਰ ਜਨਾਹ ਕੀਤਾ ਸੀ। ਤਾਂ ਕੁਬੇਰ ਦੇ ਪੋਤੇ ਦੀ ਪਤਨੀ ਦੇ ਨਾਲ, ਕੁਬੇਰ ਦੇ ਪੁੱਤਰ ਦਾ ਪਤਨੀ ਸੀ ਉਹ, ਉਹਦੇ ਨਾਲ ਉਹਨੇ ਜਬਰ ਜਨਾਹ ਕੀਤਾ ਸੀ। ਤੇ ਹੋਰ ਵੀ ਬਾਕੀ ਤਾਂ ਪੁਰਾਣਾਂ ਦੇ ਵਿੱਚ ਐਸੀ ਕੋਈ ਕਥਾ ਨਹੀਂ ਮਿਲਦੀ, ਪਰ ਰਾਵਣ ਦੀ ਕਥਾ ਜ਼ਰੂਰ ਮੈਂ ਪੜ੍ਹੀ ਹੈ। ਰਾਵਣ ਦੇ ਨਾਲ ਹੀ ਸੰਬੰਧਿਤ ਕਥਾ ਹੈ ਕਿ ਰਾਵਣ ਨੇ ਉਹਦੇ ਨਾਲ ਰੰਭਾ ਦੇ ਨਾਲ ਜਬਰ ਜਨਾਹ ਕੀਤਾ ਸੀ। ਤੇ ਹੁਣ ਤਾਂ ਹੁਣ ਦਾ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਦੇਖੀਏ ਤਾਂ ਹੁਣ ਤਾਂ ਵਧੇ ਹੋਏ ਹੈ, ਤਾਂ ਕਿ ਸਭ ਨੂੰ ਪਤਾ ਹੀ ਹੈ ਕਿ ਦਿਖ ਰਿਹਾ। ਹੁਣ ਤਾਂ ਕੋਈ ਧਾਰਮਿਕ ਲੈ ਲਓ, ਕੋਈ ਉਹ ਕਰ ਲਓ ਜੀ, ਜਬਰ ਨਾ ਹੋ ਹੀ ਰਿਹਾ ਜੀ। ਤੇ ਤੁਸੀਂ ਕਿੱਦਾਂ ਦੇਖਦੇ ਹੋ ਜਦੋਂ ਇਸ ਹਿਸਾਬ ਨਾਲ ਰੀਲਸ ਤੇ ਇੰਸਟਾਗ੍ਰਾਮ ਤੇ ਰਾਵਣ ਨੂੰ ਸਹੀ ਦਿਖਾਇਆ ਜਾਂਦਾ? ਕਈ ਤਾਂ ਇੱਥੇ ਤੱਕ ਕਹਿਣਾ ਨਹੀਂ ਚਾਹੀਦਾ ਵੀ ਇਹ ਵੀ ਗੱਲ ਕਹਿਣ ਲੱਗ ਜਾਂਦੇ ਵੀ ਸ਼੍ਰੀ ਰਾਮਚੰਦਰ ਜੀ ਤੋਂ ਵੀ ਸੁਪੀਰੀਅਰ ਸੀ, ਉਹਨਾਂ ਤੋਂ ਵੀ ਉੱਪਰ ਸੀਗੇ, ਵੇਦਾਂ ਦੇ ਗਿਆਤਾ ਵੀ ਉਹਨਾਂ ਤੋਂ ਜ਼ਿਆਦਾ ਸੀਗੇ। ਇਹ ਗੱਲਾਂ ਕਰਦੇ ਨੇ ਲੋਕ। ਪਤਾ ਕਿਆ ਜੀ, ਜਦੋਂ ਗਿਆਨ ਦਾ ਅਹੰਕਾਰ ਹੋ ਜਾਂਦਾ ਨਾ ਤਾਂ ਵਿਅਕਤੀ ਦਾ ਵਿਨਾਸ਼ ਹੋ ਜਾਂਦਾ।
भगवान राम को पता था, भगवान राम को जो था अहंकार का ज्ञान था कि यदि अहंकार है तो उसका नाश होगा। और रावण जो था ਉਹਨੂੰ ਗਿਆਨ का अहंकार था। ਉਹ ਗਿਆਨ ਦੇ ਨਸ਼ੇ 'ਚ ਇੰਨਾ ਕੁ ਮੰਦਮਸਤ ਸੀ ਨਾ, ਮਦਮਸਤ ਹੋ ਗਿਆ। ਕਿਉਂਕਿ ਮਦਮਸਤ ਹਾਥੀ ਹੁੰਦਾ ਨਾ, ਉਹ ਸਾਰੇ ਜੰਗਲ ਦੇ ਬੂਟੇ ਤੋੜਦਾ ਜਾਂਦਾ। ਉਹੀ ਕੰਮ ਸੀ, ਰਾਵਣ ਵੀ ਸਾਰਿਆਂ ਨੂੰ ਹੀ ਤੋੜਦਾ ਗਿਆ। ਆਪਣੇ ਪਰਿਵਾਰ ਨੂੰ ਵੀ ਉਹਨੇ ਤੋੜਤਾ, ਆਪਣੇ ਸਮਾਜ ਨੂੰ ਵੀ ਉਹਨੇ ਤੋੜਤਾ। ਉਹਨੇ ਤਾਂ ਹੀ ਸਾਰੇ ਰਾਖਸ਼ ਕੁਲੀ ਦਾ ਉਹਨੇ ਅੰਤ ਕਰਵਾ ਕੇ ਬੈਠ ਗਿਆ। ਭਗਵਾਨ ਰਾਮ ਦੂਸਰੇ ਪਾਸੇ ਦੇਖੀਏ ਤਾਂ ਭਗਵਾਨ ਰਾਮ ਇੱਕ ਮਰਿਆਦਾ ਪੁਰਸ਼ੋਤਮ, ਇੱਕ ਆਦਰਸ਼ ਸੀ। ਰਾਵਣ ਦਾ ਵੱਧ ਕਰਨੇ ਤੇ ਬਾਅਦ ਵੀ ਉਹਨੀ ਜਿਹੜੀ ਸਾਰੀ ਉਹਦੀ ਪ੍ਰਜਾ ਸੀ ਉਹਨੂੰ ਅਭੇਦਾਨ ਦੇ ਦਿੱਤਾ। ਉਸੀ ਪ੍ਰਜਾ ਨੂੰ ਉੱਥੇ ਰਾਜ ਦੇ ਦਿੱਤਾ ਕਿ ਤੁਸੀਂ ਇਹਦੇ ਪਰ ਰਾਜ ਕਰੋ, ਤੁਸੀਂ ਇੱਥੇ ਬੈਠਣਾ। ਤੇ ਇੱਕ ਗੱਲ ਮੈਨੂੰ ਇਹ ਦੱਸੋ ਵੀ ਲੰਕਾ ਸੋਨੇ ਦੀ ਸੀ, ਉਹ ਪੂਰਾ ਦਾ ਪੂਰਾ ਇੱਕ ਜਿਵੇਂ ਸ਼ਹਿਰ ਸੀਗਾ, ਟਾਪੂ ਸੀ ਜਿਹੜਾ ਸੋਨੇ ਦਾ ਬਣਿਆ ਹੋਇਆ ਸੀ? ਹਾਂਜੀ ਹਾਂਜੀ, ਉਹ ਸਾਰਾ ਇੱਕ ਸੋਨੇ ਦਾ ਸ਼ਹਿਰ ਸੀ, ਸੋਨੇ ਦੀ ਨਗਰੀ ਸੀ, ਉਹ ਸੋਨੇ ਦਾ ਮਹਿਲ ਸੀ ਜਿਹੜਾ ਭਗਵਾਨ ਸ਼ੰਕਰ ਨੇ ਬਣਵਾਇਆ ਸੀ। ਤੇ ਬੋਲਦੇ ਜੋ ਭਾਗਯ ਮੈਂ ਹੈ ਜਦ ਪੂਰਵਮ ਵਿਧि ਨਾਲ ਲਲਾਟ ਲਿਖਿਤਮ ਤਨ ਮਾਰਜਿਤਮ ਕੋਸ਼ ਮਹਾ। ਇੱਕ ਵਾਰ ਮਾਤਾ ਪਾਰਵਤੀ, ਇਹ ਪੁਰਾਣੀ ਕਥਾ ਤਾਂ ਨਹੀਂ ਹੈ ਪਰ ਇੱਕ ਇਹਨੂੰ ਕਹਿ ਸਕਦੇ, ਇੱਕ ਕਿੰਬਦੰਤੀ ਕਹਿ ਸਕਦੇ। ਕਿੰਬਦੰਤੀ ਕੋਈ ਲੇਖਕ ਸੀ, ਉਹਨੇ ਕਿਹਾ ਕਿ ਮਾਤਾ ਪਾਰਵਤੀ ਦੇ ਕੋਲ, ਮਾਤਾ ਪਾਰਵਤੀ ਇੱਕ ਦਿਨ ਭਗਵਾਨ ਸ਼ੰਕਰ ਨੂੰ ਕਹਿਣ ਲੱਗੀ ਕਿ ਹੇ ਪ੍ਰਭੂ ਵੀ ਸਾਰੀਆਂ ਮੇਰੀਆਂ ਭੈਣਾਂ ਵੀ ਬੜੇ ਬੜੇ ਰਾਜਾਂ ਦੇ ਵਿੱਚ ਬੈਠੀਆਂ, ਬੜੇ ਬੜੇ ਮਹਿਲਾਂ ਦੇ ਵਿੱਚ ਬੈਠੀਆਂ, ਮੈਨੂੰ ਤੁਸੀਂ ਮਹਿਲ ਦੇ ਵਿੱਚ ਕਿਉਂ ਨਹੀਂ ਬਿਠਾਲਦੇ? ਭਗਵਾਨ ਸ਼ੰਕਰ ਜੀ ਨੇ ਕਿਹਾ ਵੀ ਜੋ ਤੇਰੇ ਭਾਗਯ ਮੈਂ ਤੁਝੇ ਮਿਲ ਗਿਆ ਹੈ, ਆਪਣਾ ਉੱਥੇ ਨਹੀਂ ਬਣਨੀ, ਅਸੀਂ ਤਾਂ ਇੱਥੇ ਹੀ ਰਹਿਣਾ, ਇਹਦੇ ਵਿੱਚ ਹੀ। ਸਾਡਾ ਤਾਂ ਕਲਾਸ਼ ਹੀ ਉਹ ਹੈ, ਸਾਡਾ ਤਾਂ ਕਲਾਸ਼ ਹੀ ਡੇਰਾ ਸੀ, ਕਲਾਸ਼ ਤੇ ਹੀ ਰਹਿਣਾ। ਤਾਂ ਨਹੀਂ, ਮਾਤਾ ਜਿੱਦ ਕਰਨ ਲੱਗ ਗਈ, ਮਾਤਾ ਪਾਰਵਤੀ ਜਿੱਦ ਕਰਨ ਲੱਗ ਗਈ। ਤੇ ਭਗਵਾਨ ਸ਼ੰਕਰ ਨੇ ਵਿਸ਼ਵਕਰਮਾ ਜੀ ਨੂੰ ਬਣਾਇਆ, ਦੇਵਤਿਆਂ ਦੇ ਵਾਸਤੂਕਾਰ ਸੀ, ਉਹਨੇ ਬੁਲਾਇਆ, ਇੱਕ ਬਹੁਤ ਸੁੰਦਰ ਲੰਕਾ ਦਾ ਨਿਰਮਾਣ ਕਰਤਾ, ਬਹੁਤ ਸੁੰਦਰ ਮਹਿਲ ਦਾ। ਉਹ ਸੋਨੇ ਦਾ ਮਹਿਲ था, ਸਵਰਣਮਈ ਮਹਿਲ था, ਉਹ ਸਵਰਨ ਦੀ ਤਰ੍ਹਾਂ ਚਮਕਦਾ था, ਸਵਰਣਮਈ ਮਹਿਲ था। ਪਰੰਤੂ ਅੱਜ ਦੇ ਇਤਿਹਾਸ ਦੇ ਵਿੱਚ ਅਸੀਂ ਦੇਖੀਏ ਨਾ, ਜਦ ਪੁਰਾਣੇ ਗ੍ਰੰਥ ਵੀ ਪੜ੍ਹੀਏ ਤਾਂ ਅਸੀਂ ਕਹਿੰਦੇ ਜੇ ਤੁਸੀਂ ਨਾ ਸੋਨੇ ਦੇ ਜਿੱਦਾਂ ਰਜਤਮਈ ਪਰਬਤ ਹੁੰਦੇ ਨਾ, ਰਜਤਮਈ ਪਰਬਤ ਜਿਹਦੇ ਉੱਪਰ ਬਰਫ਼ ਪੈਂਦੀ, ਉਹਦੇ ਉੱਪਰ ਜਦ ਸੂਰਜ ਦੀ ਰੋਸ਼ਨੀ ਪੈਂਦੀ ਤਾਂ ਵੀ ਉਹ ਸੋਨੇ ਵਾਂਗੂ ਚਮਕਦਾ। ਇਹ ਹੈ ਤਾਂ ਰਾਮਾਇਣ ਦੇ ਵਿੱਚ ਵੀ ਇਹਨੂੰ ਸੋਨੇ ਦੀ ਲੰਕਾ ਕਿਹਾ ਵਾ, ਪਰ ਕਿਤੇ ਜੇ ਅਸੀਂ ਅੱਜ ਇਸ ਚੀਜ਼ ਨੂੰ ਸੋਚੀਏ ਨਾ ਤਾਂ ਸ਼ਾਇਦ ਉਹ ਵੀ ਚੀਜ਼ ਹੋ ਸਕਦੀ। ਇਹ ਇਤਿਹਾਸ 'ਚ ਪੂਰਾ ਵਰਣਨ ਤਾਂ ਮਿਲਦਾ ਨਹੀਂ, ਪਰ ਹੈ ਇਹ ਚੀਜ਼ ਹੈ। ਤੁਸੀਂ ਕਹਿ ਰਹੇ ਹੋ ਬਰਫ਼ ਦੇ ਪਰਬਤ ਵੀ ਹੋ ਸਕਦੇ? ਜੇ ਬਰਫ਼ ਦੇ ਪਰਬਤ ਦੇ ਉੱਪਰ ਸੂਰਜ ਦੀ ਰੋਸ਼ਨੀ ਪੂਰੀ ਚੰਗੀ ਤਰ੍ਹਾਂ ਉਗਦੇ ਸੂਰਜ ਦੀ ਰੋਸ਼ਨੀ ਪਵੇ ਤਾਂ ਉਹ ਵੀ ਸੋਨੇ ਵਾਂਗੂ ਚਮਕਦਾ। ਪਰ ਗੱਲ ਐਵੇਂ ਨਾ, ਜੇ ਆਪਾਂ ਲੰਕਾ ਜਗ੍ਹਾ ਸਮਝਦੇ ਆ ਤਾਂ ਸ਼੍ਰੀਲੰਕਾ ਮੇਰੇ ਖਿਆਲ ਉਹੀ ਜਗ੍ਹਾ। ਹਾਂ, ਸ਼੍ਰੀਲੰਕਾ ਦੇ ਵਿੱਚ ਇੱਕ ਟਾਪੂ ਸੀ। ਸ਼੍ਰੀਲੰਕਾ ਦੇ ਵਿੱਚ ਇੱਕ ਟਾਪੂ, ਪਰ ਸ਼੍ਰੀਲੰਕਾ ਦੇ ਵਿੱਚ ਤਾਂ ਕੋਈ ਮੇਰੇ ਹਿਸਾਬ ਨਾਲ ਕੋਈ ਸਨੋ ਦੇ ਜਾਂ ਕੋਈ ਬਰਫ਼ ਦੇ ਪਰਬਤ ਹੈ ਹੀ ਨਹੀਂ ਮੇਰੇ ਹਿਸਾਬ ਨਾਲ। ਨਹੀਂ, ਵੱਡੇ ਜਿੱਥੇ ਸਮੁੰਦਰ ਦੇ ਵਿੱਚ ਇੱਕ ਟਾਪੂ, ਟਾਪੂ ਦਾ ਅਰਥ ਹੀ ਹੁੰਦਾ ਇੱਕ ਵੱਡਾ ਖਾਲੀ ਪਿਆ ਖੇਤਰ ਹੈ ਨਾ ਜੀ, ਖਾਲੀ ਪਿਆ ਇੱਕ ਖੇਤਰ ਜਿਹੜਾ ਤਿੰਨੇ ਪਾਸੇ ਦੇ ਪਾਣੀ ਨਾਲ ਘਿਰਿਆ ਹੋਇਆ। ਉਹ ਪਹਾੜ ਵੀ ਹੋ ਸਕਦਾ, ਉਹ ਕੁਝ ਵੀ ਹੋ ਸਕਦਾ, ਤੇ ਉਹਦੇ ਵਿੱਚ ਵੀ ਇਹ ਹੋ ਸਕਦਾ ਕਿਉਂਕਿ ਸਮੁੰਦਰ ਦੇ ਵਿੱਚ ਵੀ ਜਦ ਰੋਸ਼ਨੀ ਪਾਉਂਗੀ ਤਾਂ ਉਹ ਵੀ ਇੱਕ ਚਮਕਦਾਰ ਸਮੁੰਦਰ ਬਣ ਜਾਂਦਾ, ਲਾਲ ਦਿਖਦਾ ਹੁੰਦਾ। ਤੁਸੀਂ ਦੇਖੋਗੇ ਸ਼ਾਮ ਦੇ ਟਾਈਮ ਜਦ ਆਪਾਂ ਕੰਨਿਆ ਕੁਮਾਰੀ ਦੇ ਵੀ ਦੇਖਦੇ ਨਾ, ਸਨਸੈਟ ਹੁੰਦਾ ਦਿੰਦੇ, ਸੂਰਜ ਛੁਪਦਾ ਦੇਖਦੇ ਤਾਂ ਉਹ ਚਮਕਦਾ ਆਇਓ। ਤਾਂ ਐਵੇਂ ਵੀ ਉਹ ਲੰਕਾ ਚਮਕ, ਪਰ ਸੋਨੇ ਦੀ ਲੰਕਾ ਦਾ ਵਰਣਨ ਮਿਲਦਾ ਹੈ ਵਾਲਮੀਕੀ ਰਾਮਾਇਣ ਦੇ ਵਿੱਚ। ਇੰਨਾ ਮੈਂ ਤੁਹਾਨੂੰ ਯਕੀਨ ਨਾਲ ਦੱਸ। ਇਹ ਵੀ ਹੋ ਸਕਦਾ ਵੀ ਕੋਈ ਜਿਵੇਂ ਸਮੁੰਦਰ ਤੋਂ ਦੂਰੋਂ ਦੇਖਦਾ ਹੋਵੇ ਤਾਂ ਉਹਨੂੰ ਸੋਨੇ ਵਰਗੀ ਚਮਕਦੀ ਲੱਗਦੀ। ਇਹ ਵੀ ਹੋ ਸਕਦਾ ਜੀ, ਇਹ ਹੋ ਸਕਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਨਾਲ ਦੇਖੀਏ ਤਾਂ ਇਹ ਹੋ ਸਕਦਾ, ਪਰ ਜਿਹੜਾ ਗ੍ਰੰਥਾਂ ਦੇ ਵਿੱਚ ਉਹ ਹੈ ਉਹ ਮਿਲਦਾ ਹੈ ਕਿ ਹਾਂ ਸੋਨੇ ਦੀ ਲੰਕਾ ਸੀ, ਵਾਲਮੀਕੀ ਜੀ ਨੇ ਉਹਦਾ ਵਰਣਨ ਕੀਤਾ ਹੋਇਆ। ਔਰ ਹਨੂਮਾਨ ਜੀ ਦੁਆਰਾ ਉਸ ਲੰਕਾ ਨੂੰ ਸਾੜਨ ਦਾ ਵਰਣਨ ਵੀ ਮਿਲਦਾ ਹੈ, ਕਿਉਂਕਿ ਰਾਵਣ ਜੋ ਸੀ ਇੱਕ ਯੋਗ ਲੀਡਰ ਵੀ ਨਹੀਂ ਸੀ। ਜਿਹਦੀ ਰਾਵਣ ਇੱਕ ਯੋਗ ਲੀਡਰ ਹੁੰਦਾ ਨਾ ਜੀ, ਤਾਂ ਭਗਵਾਨ ਰਾਮ ਵਾਂਗੂ ਗਰਾਊਂਡ ਦੇ ਵਿੱਚ ਆ ਕੇ ਖੁਦ ਲੜਦਾ, ਯੁੱਧ ਖੇਤਰ ਦੇ ਵਿੱਚ ਆ ਕੇ ਖੁਦ ਲੜਦਾ। ਇੱਕ ਟੱਬਰ ਦੇ ਕਰਕੇ ਇੱਕ ਬੰਦੇ ਨੂੰ ਭੇਜਦਾ ਰਿਹਾ, ਉਹਨੂੰ ਮਰਵਾਉਂਦਾ ਰਿਹਾ। ਐਦੇ ਉਹਨੇ ਆਪਣੇ ਸਾਰਾ ਪੁੱਤਰ ਮਰਵਾਤੇ, ਪੂਰਾ ਪਰਿਵਾਰ ਮਰਵਾਤਾ, ਔਰ ਪੂਰਾ ਹੀ ਆਪਣੀ ਰਾਖਸ਼ ਕੁਲੀ ਦਾ ਅੰਤ ਕਰਵਾਤਾ। ਲਾਸਟ ਦੇ ਵਿੱਚ ਖੁਦ ਗਿਆ, ਜਦਕਿ ਭਗਵਾਨ ਰਾਮ ਸਭ ਤੋਂ ਪਹਿਲਾਂ ਯੁੱਧ ਭੂਮੀ ਦੇ ਵਿੱਚ ਉਤਰੇ, ਸਭ ਤੋਂ ਪਹਿਲੇ ਯੁੱਧ ਭੂਮੀ ਦੇ ਉਤਰੇ, ਇੱਕ ਚੰਗੇ ਲੀਡਰ ਸੀ। ਕੁੰਭਕਰਨ ਦਾ ਵੀ ਵੱਧ ਜਿਹੜਾ ਉਹ ਸ਼੍ਰੀ ਰਾਮ ਜੀ ਨੇ ਕੀਤਾ ਸੀ, ਕਿਸੇ ਹੋਰ ਕੋਲ ਸੰਭਲ ਨਹੀਂ ਰਿਹਾ ਸੀ। ਹਾਂਜੀ ਹਾਂਜੀ ਹਾਂਜੀ, ਇਹ ਤਾਈ ਤਾਂ ਹਜੇ ਲਕਸ਼ਮਣ ਉੱਥੇ, ਉਹ ਰਾਵਣ ਔਰ ਕੁੰਭਕਰਨ ਇਕੱਠੇ ਆਂਦੇ, ਰਾਵਣ ਖੁਦ ਆਂਦਾ ਤਾਂ ਇਹ ਗੱਲ ਹੀ ਨਹੀਂ ਇੱਥੇ ਤੱਕ ਵੱਧਦੀ। ਰਾਵਣ ਮਾਫੀ ਮੰਗ ਲੈਂਦਾ, ਉੱਥੇ ਖਤਮ ਹੋ ਜਾਣੀ ਸੀ। ਜਾਂ ਫਿਰ ਰਾਵਣ ਦਾ ਵੱਧ ਹੁੰਦਾ, ਕੁੰਭਕਰਨ ਵਗੈਰਾ ਸਾਰੇ ਬਚ ਜਾਣੀ ਸੀ। ਪਰ ਨਹੀਂ, ਰਾਵਣ ਯੋਗ ਲੀਡਰ ਹੁੰਦਾ ਤਾਂ ਉਹ ਏਦਾਂ ਕਰਦਾ ਨਾ, ਪਰ ਉਹ ਕਿ ਲੋਭੀ ਸੀ। ਹੁਣ ਤਾਂ ਮਹਾਭਾਰਤ ਦੀ ਗੱਲ ਕਰੀਏ ਤਾਂ ਮਹਾਭਾਰਤ ਦੇ ਵਿੱਚ ਵੀ ਤਾਂ ਕਰਨ ਨੂੰ ਇੱਕ ਬੜਾ ਆਦਰਸ਼ ਦੱਸ ਦਿੰਦੇ ਅੱਜ ਕੱਲ੍ਹ। ਕਰਨ ਨੂੰ ਪੂਰਾ ਆਦਰਸ਼ ਮੰਨਿਆ ਜਾਂਦਾ। ਮਹਾਬਲੀ ਕਰਨ, ਮਹਾਵੀਰ, ਮਹਾਦਾਨਵੀਰ ਕਰਨ, ਐਸਾ ਬੋਲਦੇ ਦਾਨਵੀਰ ਕਰਨ, ਮਹਾਬਲੀ ਕਰਨ। ਇਹਨੇ ਆਪਣੀ ਪਰਸਨਲ ਜਿੱਦ ਕਰਕੇ ਯੁੱਧ ਕਰਵਾਇਆ ਮਹਾਭਾਰਤ ਦਾ। ਮਹਾਭਾਰਤ ਦਾ ਯੁੱਧ ਵੀ ਇੱਕ ਪਰਸਨਲ ਜਿੱਦ ਸੀ। ਦੁਰਯੋਧਨ ਦੀ ਜਿੱਦ ਸੀ, ਉਹਦੇ ਕਰਨ ਦੀ ਜਿੱਦ ਸੀ। ਮਹਾਭਾਰਤ ਦਾ ਯੁੱਧ ਹੋ ਗਿਆ ਜੀ। ਕ੍ਰਿਸ਼ਨ ਭਗਵਾਨ ਯੁੱਧ ਦੇ ਪਕਸ਼ 'ਚ ਨਹੀਂ ਸੀ। ਉਦਯੋਗ ਪਰਬ ਦੇ ਵਿੱਚ ਭਗਵਾਨ ਕ੍ਰਿਸ਼ਨ ਫਿਰ ਉਹਦੇ ਕੋਲ ਜਾ ਕੇ ਇੱਕ ਵਾਰ ਕਹਿੰਦੇ ਵੀ ਮੈਂ ਹੱਥ ਜੋੜਦਾ ਵੀ ਦੁਰਯੋਧਨ ਤੇਰੇ ਅੱਗੇ,
त्रिलोकी ਦਾ ਮਾਲਕ ਇੱਕ ਰਾਜਾ ਅੱਗੇ ਹੱਥ ਜੋੜਦਾ ਖੜ ਕੇ ਵੀ ਤੂੰ ਮੰਨ ਜਾ ਵੀ ਯੁੱਧ ਤੇਰੇ ਵਾਸਤੇ ਹਾਨੀਕਾਰਕ ਹੋ ਜਾਣਾ, ਯੁੱਧ ਨਾ ਕਰ। ਨਹੀਂ ਜੀ ਮੈਂ ਤਾਂ ਯੁੱਧ ਕਰੂੰਗਾ। ਕਰਨ ਵੀ ਕਹਿੰਦਾ ਨਹੀਂ ਜੀ ਯੁੱਧ ਕਰੂੰਗਾ ਜੀ। ਯੁੱਧ ਹੋਇਆ। ਇਹ ਜਿੱਦ ਸੀ ਉਹਨਾਂ ਦੀ। ਰਾਵਣ ਵੀ ਇੱਕ ਜਿੱਦੀ ਵਿਅਕਤੀ ਸੀ, ਰਾਵਣ ਕੋਈ ਆਦਰਸ਼ ਨਹੀਂ ਸੀ। ਹਾਂ ਨੋ ਸ਼ੱਕ ਉਹ ਇੰਟੈਲੀਜੈਂਟ ਸੀ। ਇਹਦੇ ਵਿੱਚ ਮੈਂ ਅੱਜ ਵੀ ਕਹਿੰਦਾ ਤੁਹਾਡੇ ਚੈਨਲ ਤੇ ਬਾਰ-ਬਾਰ ਕਹੂੰਗਾ ਕਿ ਰਾਵਣ ਇੱਕ ਇੰਟੈਲੀਜੈਂਟ ਪਰਸਨ ਸੀ। ਤ੍ਰੇਤਾ ਦੇ ਵਿੱਚ ਉਹਦੇ ਵਰਗਾ ਕੋਈ ਇੰਟੈਲੀਜੈਂਟ ਪਰਸਨ ਨਹੀਂ ਹੋਇਆ, ਨਾ ਅੱਗੇ ਕਦੇ ਹੋਣਾ। ਪਰ ਇਹ ਗੱਲ ਨਾ ਤੁਸੀਂ ਕਰਨ ਨੂੰ ਕਿਹਾ ਵੀ ਕਰਨ ਨੂੰ ਵੀ ਕਿਹਾ ਜਾਂਦਾ ਵੀ ਦਾਨਵੀਰ ਕਰਨ ਵੀ ਉਹਦੇ ਕੋਲ ਕਵਚ ਕੁੰਡਲ ਤੱਕ ਮੰਗਣ ਆ ਗਏ ਇੰਦਰ ਦੇਵਤਾ, ਤੇ ਉਹਨੂੰ ਪਤਾ ਸੀ ਵੀ ਇੰਦਰ ਦੇਵਤਾ ਹੀ ਆ। ਉਹ ਰਿਸ਼ੀ ਜਿਹੜੇ ਬਣੇ ਹੋਏ ਆ ਉਹ ਅਸਲ 'ਚ ਇੰਦਰ ਦੇਵਤਾ ਹੀ ਆ, ਪਰ ਉਸਨੇ ਜੋ ਦਾਨ ਸਵੇਰੇ ਸਵੇਰੇ ਮੰਗਣ ਆਇਆ ਸੀ ਉਹਨੇ ਦੇ ਦਿੱਤਾ ਉਸ ਟਾਈਮ, ਤੇ ਉਹਨੂੰ ਮਾਰਿਆ ਵੀ ਛਲ ਕਪਟ ਨਾਲ ਗਿਆ। ਲੋਕੀ ਇਹ ਕਹਿੰਦੇ ਨੇ ਛਲ ਕਪਟ ਕੋਈ ਨਹੀਂ ਹੋਇਆ ਉੱਥੇ ਵੀ ਬਸ ਉਹੀ ਹੈ ਕਿ ਇੱਕ ਪਕਸ਼ ਦਿਖਾਇਆ ਜਾ ਰਿਹਾ। ਤੁਸੀਂ ਕਿਸੇ ਰਾਜਾ ਦੀ ਸਭਾ ਦੇ ਵਿੱਚ ਦੇਖ ਲਿਓ, ਅੱਜ ਵੀ ਦੇਖ ਲਿਓ, ਜਾਂ ਪੁਰਾਣਾ ਇਤਿਹਾਸ ਪੜ੍ਹ ਲਿਓ, ਰਾਜਾ ਦੀ ਸਭਾ ਦੇ ਵਿੱਚ ਜਿਹੋ ਜਿਹੇ ਕਵੀ ਹੋਣੇ ਉਹਨੇ ਉਹੀ ਜਿਹਾ ਇਤਿਹਾਸ ਲਿਖਣਾ। ਜਿਸ ਰਾਜਾ ਦੀ ਸਭਾ ਦੇ ਵਿੱਚ ਉਹ ਹੈ ਉਹਨੇ ਉਹਦਾ ਹੀ ਇਤਿਹਾਸ ਲਿਖਣਾ। ਐਦਾਂ ਦਾ ਕੋਈ ਉੱਥੇ ਛਲ ਕਪਟ ਨਹੀਂ ਹੋਇਆ। ਕਰਨ ਨੂੰ ਪਤਾ ਸੀ, ਜੇ ਕਰਨ ਨੂੰ ਐਡੀਆਂ ਗੱਲਾਂ ਪਤਾ ਸੀ ਕਿ ਮੇਰਾ ਜੇ ਇੰਦਰ ਹੈ ਇਹ ਸਾਰਾ ਐਦਾਂ ਹੋਣਾ ਹੈ, ਤਾਂ ਉਹਨੂੰ ਇਹ ਵੀ ਤਾਂ ਪਤਾ ਸੀ ਮਹਾਭਾਰਤ ਦਾ ਵਿੱਚ ਖਤਰਨਾਕ ਹੈ। ਦੁਰਯੋਧਨ ਨੂੰ ਰੋਕ ਸਕਦਾ ਸੀ, ਖੁਦ ਉੱਥੇ ਨਾ ਜਾਂਦਾ। ਉਹਦੀ ਜਿੱਦ ਸੀ ਕਿ ਦ੍ਰੋਪਦੀ ਨੇ ਮੇਰਾ ਅਪਮਾਨ ਕਰਤਾ, ਮੇਰਾ ਵਰਨ ਨਹੀਂ ਹੋਇਆ। ਉਹ ਆਪਣੇ ਆਪ ਨੂੰ ਸਿੱਧ ਸ਼੍ਰੇਸ਼ਟ ਕਰਨੇ ਵਾਸਤੇ ਕਿ ਮੈਂ ਹੀ ਧਨੁਰਧਰ ਹੈ, ਬਾਕੀ ਕੋਈ ਹੈ ਹੀ ਨਹੀਂ। मैं श्रेष्ठ हूँ, जे मेरा है स्वाभिमान है, मैं ही श्रेष्ठ हूँ, ये मेरा अभिमान है। मेरे भी श्रेष्ठ बैठे हैं ना, बड़े बड़े विद्वान बैठे हैं ना, बड़े बड़े ज्ञानी बैठे हैं ना, ਉਹੀ ਸੀ। ਪਰ ਮਾਰਿਆ ਤਾਂ ਛਲ ਨਾਲ ਗਿਆ ਨਾ ਉਹਨੇ। ਛਲ ਨਾਲ ਕੋਈ ਨਹੀਂ ਮਾਰਿਆ ਗਿਆ ਜੀ, ਕੋਈ ਛਲ ਨਾਲ ਨਹੀਂ ਮਾਰਿਆ ਗਿਆ। ਉਹਨੂੰ ਸਾਰਾ ਹੀ ਉਸ ਗੱਲ ਦਾ ਪਹਿਲਾਂ ਹੀ ਪਤਾ ਸੀ। ਭਗਵਾਨ ਸ਼੍ਰੀ ਕ੍ਰਿਸ਼ਨ ਉਹਨੂੰ ਪਹਿਲਾਂ ਆਗਾਹ ਕਰਤਾ ਸੀ ਤੂੰ ਯੁੱਧ ਦੇ ਵਿੱਚ ਅੱਜ ਨਾ ਆ, ਤੇਰੀ ਮ੍ਰਿਤਿੂ ਹੈ। ਉਹ ਯੁੱਧ ਦੇ ਵਿੱਚ ਆਇਆ, ਕਿਉਂ ਆਇਆ? ਜਿਹਦੇ ਸੀ ਮੈਂ ਹੀ श्रेष्ठ ਹੈ। ਨਾ ਆਂਦਾ ਜੀ ਉਹਨੂੰ ਪਤਾ ਵੀ ਮਰ ਜਾਣਾ, ਮੇਰੇ ਨਾਲ ਛਲ ਹੋ ਸਕਦਾ, ਕਪਟ ਹੋ ਸਕਦਾ। ਛਲ ਉੱਥੇ ਕੋਈ ਨਹੀਂ ਸੀ। ਉਹਨੂੰ ਟਾਈਮ ਦਿੱਤਾ ਸੀ, ਉਹਨੂੰ ਟਾਈਮ ਦਿੱਤਾ ਸੀ, ਉਹਨੂੰ ਸਮਾਂ ਦਿੱਤਾ ਸੀ। ਤੂੰ ਇੰਨੇ ਟਾਈਮ ਦੇ ਵਿੱਚ ਆਪਣਾ ਰੱਥ ਦਾ ਟਾਇਰ ਕੱਢ ਲੈ, ਪਹੀਆ ਕੱਢ ਲੈ, ਨਹੀਂ ਤਾਂ ਤੈਨੂੰ ਮੈਂ ਮਾਰ ਦੇਣਾ। ਉਹ ਤੇ ਨਹੀਂ ਨਿਕਲਿਆ, ਉੱਥੇ ਲੱਗਿਆ ਰਿਹਾ ਤਾਂ ਉਹ ਮਰਿਆ ਗਿਆ। ਸਮਾਂ ਦਿੱਤਾ ਸੀ, ਸਮਾਂ ਮਿਲਿਆ ਸੀ ਉਹਨੂੰ। ਅਰਜੁਨ ਨੇ ਉਹਨੂੰ 1 ਪਹਿਰ ਦਾ ਸਮਾਂ ਦਿੱਤਾ ਸੀ ਕਿ ਤੂੰ 1 ਪਹਿਰ ਦਾ ਕਿ ਤੂੰ ਆਪਣਾ ਰੱਥ ਦਾ ਪਹੀਆ ਕੱਢ ਲੈ, ਨਿਕਾਲ ਲੋ ਉੱਥੇ ਤੇ। ਪਰ ਉਹ ਨਹੀਂ ਨਿਕਾਲ ਪਾਇਆ, ਉੱਥੋਂ ਪਈਆ ਨਹੀਂ ਨਿਕਾਲ ਪਾਇਆ। ਵਾਰਤਾ ਨੇ ਹੱਤੇ ਤੇ ਹੋਇਆ ਨਾ। ਪਰ ਇਹ ਤਾਂ ਇੱਕ ਪਰਮਾਰਥ ਵੱਲੋਂ ਦੇਖੀ ਨਾ, ਅਸੀਂ ਪਰਮਾਰਥ ਵੱਲੋਂ ਦੇਖੀ ਯੁੱਧ ਦਾ ਅੰਤ ਵੀ ਐਵੇਂ ਹੋਣਾ ਸੀ। ਯੁੱਧ ਦਾ ਉਹ ਅੰਤ ਵੀ ਐਵੇਂ ਹੋਣਾ ਸੀ। ਇੱਕ ਪਰਮਾਰਥ ਦੇਖੀਏ ਤਾਂ ਯੁੱਧ ਦਾ ਅੰਤ ਵੀ ਤਾਂ ਐਵੇਂ ਹੋਣਾ ਸੀ। ਪਰ ਉਹ ਉੱਥੇ ਕੋਈ ਛਲ ਨਹੀਂ ਹੋਇਆ। ਜੇ ਛਲ ਹੋਇਆ ਤਾਂ ਛਲ ਕਿਸੇ ਨਾਲ ਹੋਇਆ ਤਾਂ ਦ੍ਰੋਪਦੀ ਨਾਲ ਹੋਇਆ, ਯੁਧਿਸ਼ਟਰ ਨਾਲ ਛਲ ਹੋਇਆ। ਇੱਕ ਐਡਾ ਬੜਾ ਭਾਰਤ ਵਰਸ਼, ਜੰਨਾ ਭਾਰਤੇ ਤੰਨਾ ਭਾਰਤੇ ਮਿਲਦੀ ਸੁਕਤੀ ਦੇ ਵਿੱਚ ਪਹਿਲਾ ਹੀ ਮੰਤਰ ਮਿਲਦਾ, ਜੰਨਾ ਭਾਰਤੇ ਤੰਨਾ ਭਾਰਤੇ। जो भारत महाभारत में नहीं है वो भारत वर्ष में भी नहीं है। इतना बड़ा ग्रंथ, इन्ना बड़ा ਉਹਦੇ ਐਡੇ ਐਡੇ ਵੱਡੇ ਉਹਦੇ ਵਿੱਚ ਯੋਧਾ ਕੌਣ ਨਹੀਂ ਮਾਰੇ? ਨਹੀਂ ਛਲ ਨਾਲ ਦੁਰਯੋਧਨ ਦੀ ਸੈਨਾ ਨੇ ਕੌਣ ਛਲ ਨਾਲ ਨਹੀਂ ਮਾਰਿਆ? ਦਰੋਣਾਚਾਰਿਆ ਤਾਂ ਪਾਂਡਵਾਂ ਨੇ ਉਹ ਹੋਇਆ ਸੀ, ਪਰ ਉਹਦੇ ਅਭਿਮਨਿਊ ਮਾਰਿਆ, ਛਲ ਨਾਲ ਹੀ ਮਾਰਿਆ। ਇੱਕ ਅਭਿਮਨਿਊ ਦੇ ਉੱਪਰ 10 ਧਨੁਰਧਰ ਯੁੱਧ ਕਰ ਰਿਹਾ ਕਰਦੇ, ਉਹਦੇ ਨਾਲ ਲੜਿਆ ਕਰਦੇ, ਉਹਨੂੰ ਮਾਰਿਆ ਕਰਦੇ। ਉਹ ਕਿਆ ਸੀ? ਉਹ ਵੀ ਤਾਂ ਛਲ ਸੀ। द्रौपदी ਦੇ ਪਰਿਵਾਰ ਨੂੰ, द्रौपदी ਨੂੰ, ਯੁਧਿਸ਼ਟਰ ਨੂੰ ਦੂਤ ਦਾ ਨਿਮੰਤਰਣ ਦੇ ਕੇ ਛਲ ਉੱਥੇ ਕਰਵਾਉਣਾ ਸ਼ਕੁਨੀ ਦਾ ਸਭ ਤੋਂ ਵੱਡਾ ਛਲ ਸੀ। ਉਹ ਪਾਸੇ ਜਿਹੜੇ ਸੀ ਉਹ ਮਾਇਆ ਵੀ ਪਾਸੇ ਸੀ, ਉਹਦੇ ਨਾਲ ਉਹ ਖੇਲ ਰਿਹਾ ਸੀ। ਉਹ ਛਲ ਹੀ ਤਾਂ ਸੀ, ਹੋਰ ਕਿਆ ਸੀ? ਛਲ ਇੱਕ ਪਕਸ਼ ਨਾ ਦੇਖੋ, ਦੋਨੇ ਪਕਸ਼ ਦੇਖੋ। ਛਲ ਕੋਈ ਨਹੀਂ, ਉਹ ਧਰਮ ਯੁੱਧ ਸੀ, ਅੱਜ ਵੀ ਉਹ ਧਰਮ ਯੁੱਧ ਹੀ ਰਹਿਣਾ। ਉਹ ਸਨਾਤਨੀਆਂ ਵਾਸਤੇ ਤਾਂ ਉਹ ਹੈ ਹੀ ਧਰਮ ਯੁੱਧ ਹੈ। ਔਰ ਸਨਾਤਨੀਆਂ ਵਾਸਤੇ ਭਗਵਾਨ ਸ਼੍ਰੀ ਰਾਮ ਜਿਹੜੇ ਹੈ ਮਰਿਆਦਾ ਪੁਰਸ਼ੋਤਮ ਹੈ ਤੇ ਰਹਿਣਗੇ। ਰਾਮਾਇਣ ਤੇ ਦੁਆਰਾ ਆਉਂਦੇ ਆ। ਹੁਣ ਆਪਾਂ ਇੰਦਰਜੀਤ ਦੀ ਗੱਲ ਕਰਦੇ ਆ ਕਿ ਇੰਦਰਜੀਤ ਕੋਲ ਇੰਨਾ ਬਲ ਸੀਗਾ, ਕਿਉਂਕਿ ਇੰਦਰਜੀਤ ਨਾਮ ਉਹਦਾ ਤਾਂ ਹੀ ਪਿਆ ਸੀ ਵੀ ਉਹਨੇ ਇੰਦਰ ਨੂੰ ਹਰਾਤਾ, ਇੰਦਰ ਲੋਕ ਜਿੱਤ ਲਿਆ ਸੀ। ਹਾਂਜੀ ਹਾਂ, ਸੱਚ ਵਿੱਚ ਉਹ ਬਹੁਤ ਵੱਡਾ ਬਲਸ਼ਾਲੀ ਸੀ। ਪਰ ਉਹ ਵੀ ਇਹੀ ਸੀ ਕਿ ਉਹ ਅਗਿਆਨੀ ਸੀ। ਐਡਾ ਬੜਾ ਬਲਸ਼ਾਲੀ ਹੁੰਦੇ ਹੋਏ ਉਹਨੂੰ ਪਤਾ ਸੀ ਕਿ ਰਾਮ ਭਗਵਾਨ ਹੈ, ਰਾਮ ਦੇ ਨਾਲ ਗਲਤ ਹੋ ਰਿਹਾ, ਆਪਣੇ ਪਿਤਾ ਨੂੰ ਰੋਕ ਸਕਦਾ ਸੀ ਕਿ ਪਿਤਾ ਜੀ ਹੁਣ ਸਾਡੇ ਪਿਤਾ ਕੋਈ ਗਲਤ ਕੰਮ ਕਰੇ, ਜੇ ਸਾਨੂੰ ਲੱਗੇ ਕਿ ਹਾਂ ਸਮਾਜ ਦੇ ਵਿੱਚ ਠੀਕ ਨਹੀਂ ਹੈ, ਇਹ ਗਲਤ ਹੋ ਰਿਹਾ, ਅਸੀਂ ਰੋਕਦੇ ਆ ਨਾ, ਸਾਡੀ ਜ਼ਿੰਮੇਵਾਰੀ ਬਣਦੀ ਹੈ ਨਾ। ਇੱਕ ਆਦਰਸ਼ ਪੁੱਤਰ ਹੋਣ ਦੇ ਨਾਤੇ ਤਾਂ ਜ਼ਿੰਮੇਵਾਰੀ ਬਣੂਗੀ ਨਾ, ਆਪਣੇ ਪਿਤਾ ਨੂੰ ਰੋਕੀਏ। ਉਹਨੇ ਕਿਉਂ ਨਹੀਂ ਰੋਕਿਆ? ਹੁਣ ਤਾਂ ਸਾਰੇ ਕਹਿ ਰਹੇ ਰਾਵਣ ਨਾਲ ਗਲਤ ਹੋ ਗਿਆ, ਰਾਵਣ ਐਵੇਂ ਹੋ ਗਿਆ। ਰਾਵਣ ਦਾ ਤਾਂ ਅੰਤ ਹੀ ਇਹ ਸੀ, ਕਿਉਂਕਿ ਜਿਹੜਾ ਡੈਲੀਕੈਂਟ ਹੈ ਨਾ ਅਪਰਾਧੀ, ਉਹਦਾ ਅੰਤ ਤਾਂ ਇਹੀ ਹੈ। ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਵੀ ਦੇਖੋ, ਡੈਲੀਕੈਂਟ ਦਾ ਅੰਤ ਤਾਂ ਇਹੀ ਹੈ ਨਾ। ਮੈਂ ਨਾ ਵਿੱਚ ਤੁਹਾਨੂੰ ਰੋਕਣਾ ਚਾਹਾਂਗਾ, ਗੱਲ ਪੁੱਛਣੀ ਚਾਹਾਂਗਾ। ਕਈ ਕਹਿੰਦੇ ਸੀ ਵੀ ਇੰਦਰਜੀਤ ਜਦੋਂ ਜਨਮ ਵੇਲੇ ਹੀ ਅਮਰ ਹੋਣ ਲੱਗਾ ਸੀ। ਹਾਂ, ਇਹ ਤਾਂ ਕਥਾ ਸ਼ਾਇਦ
ਹੈ ਕਿਤੇ, ਪਰ ਮੈਂ ਇਹਦੇ ਬਾਰੇ ਕੋਈ ਇੰਨਾ ਗਿਆਨ ਨਹੀਂ ਹੈ ਮੈਨੂੰ, ਮੈਂ ਪੜ੍ਹਿਆ ਨਹੀਂ ਇਹਦੇ ਬਾਰੇ ਇੰਨਾ। ਮੈਂ ਰਾਮਾਇਣ ਦੇ ਵਿੱਚ ਇਹਦਾ ਕੋਈ ਇੰਨਾ ਵਰਣਨ ਵੀ ਮੈਂ ਨਹੀਂ ਪੜ੍ਹਿਆ। ਇੰਦਰਜੀਤ ਦਾ ਇੰਨਾ ਵਰਣਨ ਰਾਮਾਇਣ ਦੇ ਵਿੱਚ ਨਹੀਂ ਮਿਲਦਾ। ਜਿਹੜੀ ਵਾਲਮੀਕੀ ਰਾਮਾਇਣ ਦੇ ਵਿੱਚ ਇੰਨਾ ਵਰਣਨ ਨਹੀਂ ਹੈ, ਇੰਨਾ ਵਰਣਨ ਇੰਨੇ ਵਿਸਤਾਰ ਨਾਲ ਨਹੀਂ ਮਿਲਦਾ ਕਿ ਹਾਂ ਉਹ ਅਮਰ ਹੋਣ ਲੱਗਿਆ ਸੀ ਜਾਂ ਉਹਦੇ ਵਿੱਚ ਐਦਾਂ ਕੁਝ ਹੋ ਸੀ, ਐਦਾਂ ਨਹੀਂ ਇਹ ਮਿਲਦਾ। ਬਾਅਦ ਚੋਂ ਐਡ ਹੋਈਆਂ ਗੱਲਾਂ। ਹਾਂ, ਕੁਝ ਸ਼ਬਦ ਬਾਅਦ ਵਿੱਚ ਵੀ ਐਡ ਹੋਏ ਆ ਵਾਲਮੀਕੀ ਰਾਮਾਇਣ ਦੇ ਵਿੱਚ। ਜਿਹੜੀ ਰਾਮਚਰਿਤ੍ਰ ਮਾਨਸ ਹੈ ਟੋਟਲੀ ਹੀ ਬਾਅਦ ਵਿੱਚ ਤੁਲਸੀਦਾਸ ਜੀ ਦਾ ਲਿਖਿਆ ਹੋਇਆ, ਇਹਦੇ ਵਿੱਚੋਂ ਵੀ ਕੁਝ ਸ਼ਬਦ ਹੈ ਜਿਹੜੇ ਉਹ ਲੈ ਗਏ। ਉੱਤਰਕਾਂਡ ਤਾਂ ਜਿਹੜਾ ਬਾਅਦ ਵਿੱਚ ਹੀ ਐਡ ਹੋਇਆ। ਰਾਮਾਇਣ ਦੇ ਵਿੱਚ 7 ਕਾਂਡ ਹੈ, ਪਰ 6 ਕਾਂਡ ਹੀ ਮੰਨੇ ਜਾਂਦੇ। ਜਿਹੜਾ ਉੱਤਰਕਾਂਡ ਹੈ ਬਾਅਦ ਵਿੱਚ ਹੀ ਐਡ ਹੋਇਆ ਮੰਨਿਆ ਜਾਂਦਾ। ਇੱਕ ਨਾ ਅਸੀਂ ਸੁਣਦੇ ਹਾਂ ਜਿਵੇਂ ਹਨੂਮਾਨ ਜੀ ਉਹ ਵੀ ਵਾਨਰ ਸਨ, ਬਾਲੀ ਵਾਨਰ ਸੀ, ਸੁਗਰੀਵ ਵਾਨਰ ਸੀ, ਵਾਨਰ ਸੈਨਾ ਜਿਹੜੀ ਸੀ ਉਹ ਲੜੀ ਸੀ ਸ਼੍ਰੀ ਰਾਮਚੰਦਰ ਜੀ ਨਾਲ। ਵਾਨਰ ਅਸਲ 'ਚ ਅਸੀਂ ਫੇਸ ਦੇਖਦੇ ਹਾਂ ਵੀ ਬੰਦਰ ਵਰਗਾ ਫੇਸ ਦਿਖਾ ਦਿੱਤਾ ਜਾਂਦਾ, ਕੀ ਉਹ ਉਦਾਂ ਦੇ ਹੀ ਸਨ? ਅੱਜ ਦੇ ਤੁਸੀਂ ਜਦ ਪ੍ਰੈਜ਼ੈਂਟ ਸਿਨੈਰੀਓ ਦੀ ਗੱਲ ਕਰਦੇ ਨਾ, ਤਾਂ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਚੀਜ਼ਾਂ ਐਸੀਆਂ ਹੈ ਜਿਹੜੀਆਂ ਚੇਂਜ ਹੋ ਕੇ ਆ ਗਈਆਂ। ਜਦੀ ਵਾਲਮੀਕੀ ਰਾਮਾਇਣ ਨੂੰ ਪੜ੍ਹੀ, ਜੇ ਅਸੀਂ ਸੰਸਕ੍ਰਿਤਿਕ ਉਹਦੇ ਵਿੱਚ ਦੀ ਵਿਆਖਿਆ ਕਰੀਏ ਨਾ, ਸੰਧੀ ਵਿਛੇਦ ਵੀ ਕਰੀਏ, ਤਾਂ ਵਾਨਰ ਸ਼ਬਦ ਜਿਹੜਾ ਹੈ ਵਾਹ ਨਰਾ, वाह अर्थात जी कैसा नर है, कितना सुंदर है, कितना बलशाली है। इतने इतने बड़े बालू बरूद थे, इतना बड़े हनुमान जी का जो आकार था बहुत बड़ा था। बोलते हैं कि वो गगनचुंबी थे, इतने बड़े 100 योजन के समुद्र को एक छलांग में पार कर गए। तो एक बांदर के लिए ऐसी बात तो नहीं हो सकती। एक छोटा बांदर है जो बानर है उसके लिए तो ऐसी बात नहीं हो सकती। वो बड़े बड़े योद्धा थे, वो बड़े बड़े सुंदर नर थे, इसलिए उनको बानर वहां पे कहा गया है। ये जो सामान्य बानर है इनसे उसका कोई संबंध नहीं है वाल्मीकि रामायण में। मतलब जिदा दा हुण फेस ला के दिखा दिता जाता है, ਉਹ ਇਦਾਂ ਦੀ ਚੀਜ਼ ਨਹੀਂ ਹੈ। हनुमान जी ਦਾ बड़ा ही सुंदर स्वरूप ਦਾ वर्णन सुंदरकांड ਦੇ ਵਿੱਚ भी मिलता है। अच्छा, सुंदरकांड का अर्थ ही ऐसा ही जिसका सुंदर मुख हो, उसको सुंदरकांड। हनुमान जी को उसमें जो वर्णन है ना हनुमान जी का, वो बड़ा सुंदर किया वा कि हनुमान जी बड़े बलिष्ठ है, उनकी बुझाएं बड़ी बलिष्ठ है। उन्हीं इंद्रजीत का एकदम नाल वो जड़ा उन्हें पास छड्या वो एकदम नाल तोड़ता। ब्रह्म पाश ਤਾਂ ਉਹਨੇ ਉਹ ਕਰਤਾ ਮੰਨਿਆ, ਪਰ ਦੂਸਰੇ ਪਾਸ਼ ਨੂੰ ਨਹੀਂ ਅੱਧੀ ਤੋੜਤਾ। ਉਹ ਜਿਹੜਾ ਉਤੇ ਪਹਿਲਾ ਅਕਸ਼ੇ ਕੁਮਾਰ ਹੈ ਉਹਨੂੰ ਇੱਕ ਮੁਸ਼ਟੀ ਪ੍ਰਹਾਰ ਨਾਲ ਭਗਾ ਕੇ ਮਾਰਤਾ। ਅਕਸ਼ੇ ਕੁਮਾਰ ਕੋ ਛੋਟਾ ਮੋਟਾ ਯੋਧਾ ਤਾਂ ਨਹੀਂ ਸੀ, ਬਹੁਤ ਵੱਡਾ ਯੋਧਾ। ਇੱਕ ਛੋਟੇ ਬਾਨਰ ਵਾਸਤੇ ਇਹ ਚੀਜ਼ ਤਾਂ ਸੰਭਵ ਨਹੀਂ ਹੈ ਕਿ ਉਹਨੂੰ ਮਾਰ ਦਵੇ ਯੋਧੇ ਨੂੰ। ਤਾਂ ਹਨੂਮਾਨ ਜੀ ਦਾ ਇੰਨਾ ਸੁੰਦਰ ਵਰਣਨ ਮਿਲਦਾ ਕਿ ਹਨੂਮਾਨ ਜੀ ਇੱਕ ਅਲੱਗ ਹੀ ਛਵੀ ਦੇ ਉਹਦੇ ਵਿੱਚ ਮਾਲਕ ਸੀ। ਪਰ ਅੱਜ ਇੱਕ ਮਕੋਟਾ ਜਿਹਾ ਲਾ ਦਿੰਦੇ ਤੇ ਕਹਿੰਦੇ ਆ ਹਨੂਮਾਨ ਜੀ ਆ ਗਏ, ਇਹ ਐਵੇਂ ਹੋ ਗਿਆ। ਸਾਰਾ ਕੋਸ਼ਿਸ਼ ਸਾਡੀ ਸੰਸਕ੍ਰਿਤੀ ਨੂੰ ਨਾ ਇਹ ਵਿਗਾੜ ਕੇ ਰੱਖਤਾ। ਇੱਕ ਨਾ ਮੈਂ ਵੀਡੀਓ ਦੇਖ ਰਿਹਾ ਸੀ, ਵਿੱਚ ਇੱਕ ਗੱਲ ਕਰ ਲੈਣਾ। ਜਦੋਂ ਲੁਧਿਆਣੇ ਦੀ ਵੀਡੀਓ ਮੈਂ ਤੁਹਾਨੂੰ ਦਿਖਾਵਾਂਗਾ ਵੀ ਜੇ ਆਪਾਂ ਗੱਲ ਕਰਦੇ ਹਾਂ ਵੀ ਉਸ ਤੋਂ ਪਹਿਲਾਂ ਵੀ ਰਾਮਲੀਲਾ ਹੁੰਦੀਆਂ ਨੇ, ਤਾਂ ਰਾਮਲੀਲਾ ਦੇ ਵਿੱਚ ਗਾਣੇ ਵੱਜ ਰਹੇ ਨੇ। ਗਾਣੇ ਦੇ ਵਿੱਚ ਜਿਹੜੇ ਬਣੇ ਹੋਏ ਆ ਰਾਵਣ ਸ਼ਰਾਬ ਪੀ ਰਹੇ ਨੇ, ਪਿੱਛੇ ਗਾਣੇ ਵੱਜ ਰਹੇ ਆ, ਪ੍ਰੋਪਰਲੀ ਸ਼ਰਾਬ ਦੇ ਗਾਣੇ ਵੱਜ ਰਹੇ ਆ। ਮਨ ਨਹੀਂ ਦੁਖਦਾ ਜਦੋਂ ਐਂ ਦੇਖਦੇ? ਬਹੁਤ ਜ਼ਿਆਦਾ ਦੁੱਖ ਹੁੰਦਾ ਜੀ, ਪਰ ਕਹੀਏ ਕਿਹਨੂੰ? ਜਿਹੜਾ ਕਹਿੰਦੇ ਬੋਲੂ ਉਹੀ ਕੁੰਡਾ ਖੋਲੂ। ਅੱਜ ਤਾਂ ਇਹੀ ਕਹਾਵਤ ਹੈ, ਜਿਹੜਾ ਬੋਲੂ ਉਹੀ ਕੁੰਡਾ ਖੋਲੂ। ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਸਾਡੀ ਸੰਸਕ੍ਰਿਤੀ ਨੂੰ ਜਿਹੜਾ ਹੈ ਇਹਦਾ ਨਾਸ਼ ਕਰਨ ਵਾਲੇ ਜਿਹੜੇ ਸਾਡੀਆਂ ਇਹ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨਾ, ਇਹ ਨਹੀਂ ਹੋ ਕੀਤਾ ਹੋਇਆ। ਇਹਦੇ ਵਿੱਚ ਕਮੇਟੀਆਂ ਨੂੰ ਸੰਗਿਆਨ ਲੈਣਾ ਚਾਹੀਦਾ ਕਿ ਹਾਂ ਇਹ ਕਿਆ ਹੋ ਰਿਹਾ। ਸਾਡੇ ਉੱਥੇ ਵੀ ਰਾਮਲੀਲਾ ਹੁੰਦੀ, ਅਨੰਦਪੁਰ ਸਾਹਿਬ ਦਾ ਮੈਂ ਰਹਿਣੇ ਵਾਲਾ ਹੈ। ਸਾਡੇ ਅਨੰਦਪੁਰ ਸਾਹਿਬ ਵੀ ਰਾਮਲੀਲਾ ਹੁੰਦੀ, ਬਹੁਤ ਪੁਰਾਣੀ ਰਾਮਲੀਲਾ ਹੁੰਦੀ, ਬੜੇ ਸੱਭੇ ਤਰੀਕੇ ਨਾਲ ਉਹਦੇ ਵਿੱਚ ਸਾਰਾ ਪ੍ਰੋਗਰਾਮ ਜਿਹੜਾ ਸੰਪੰਨ ਹੁੰਦਾ। ਲਾਸਟ ਵਿਜੈ ਦਸ਼ਮੀ ਦੇ ਦਿਨ ਰਾਵਣ ਦਾ ਦਹਨ ਹੋ ਕੇ ਬੜੇ ਆਦਰ ਸਨਮਾਨ ਦੇ ਨਾਲ ਜਿਹੜੇ ਰਾਮ ਜੀ ਵੀ ਬਣਦੇ ਉਹਨਾਂ ਨੂੰ ਘਰ ਦੇ ਵਿੱਚ ਛੱਡ ਕੇ ਆਇਆ ਜਾਂਦਾ। ਪਰ ਅੱਜ ਦੇ ਤੁਸੀਂ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਮੈਂ ਵੀ ਬਹੁਤ ਵੀਡੀਓ ਤੁਹਾਡੀਆਂ ਵੀ ਦੇਖਿਆ, ਤੁਸੀਂ ਵੀ ਰਿਲੀਜ਼ ਕੀਤੀਆਂ ਕਿ ਰਾਵਣ ਸ਼ਰਾਬ ਪੀ ਰਿਹਾ, ਰਾਵਣ ਉਹ ਕਰ ਰਿਹਾ, ਰਾਵਣ ਬੜੇ ਵੱਡੇ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਕੇ ਨੱਚ ਰਿਹਾ। ਇਹ ਬਹੁਤ ਸਾਡੀ ਸੰਸਕ੍ਰਿਤੀ ਦਾ ਨਾਸ਼ ਕਰਨ ਵਾਲੀ ਗੱਲ ਹੈ। ਇਹ ਇੱਕ ਮਨੋਰੰਜਨ ਦਾ ਸਾਧਨ ਬਣਾ ਕੇ ਰਾਮਾਇਣ ਨੂੰ ਰੱਖਤਾ। ਰਾਮਾਇਣ ਸਾਨੂੰ ਕਿਆ ਦਿੰਦੀ ਇਹ ਨਹੀਂ ਕੋਈ ਦੇਖ ਰਿਹਾ। ਅੱਜ ਰਾਮਾਇਣ ਤੋਂ ਸਾਨੂੰ ਕੀ ਮਿਲ ਰਿਹਾ ਇਹ ਕੋਈ ਨਹੀਂ ਦੇਖ ਰਿਹਾ। ਬਸ ਰਾਮਾਇਣ ਨੂੰ ਇੱਕ ਮਨੋਰੰਜਨ ਦਾ ਸਾਧਨ ਬਣਾ ਕੇ ਲੋਕਾਂ ਨੇ ਰੱਖਤਾ। ਘਰ ਦੇ ਵਿੱਚ ਖੁਲਵਾ ਲਈ, 24 ਘੰਟੇ ਦੇ ਬਾਅਦ ਇਹਦਾ ਭੋਗ ਪੈ ਜਾਣਾ। ਬਸ ਇੱਥੇ ਤੱਕ ਸੀਮਿਤ ਰੱਖਤਾ। ਵਾਲਮੀਕੀ ਜੀ ਨੂੰ ਤਾਂ ਕੋਈ ਪੜ੍ਹ ਹੀ ਨਹੀਂ ਰਿਹਾ ਭਗਵਾਨ ਨੂੰ। ਉਨੀ ਵਾਲਮੀਕੀ ਭਗਵਾਨ ਜੀ ਨੇ ਕੀ ਕਿਹਾ ਰਾਮਾਇਣ ਦੇ ਵਿੱਚ? ਇੱਕ ਆਦਰਸ਼ ਸਮਾਜ ਦੀ ਸਥਾਪਨਾ ਵਾਲਮੀਕੀ ਜੀ ਨੇ ਰਾਮਾਇਣ ਦੇ ਵਿੱਚ ਕੀਤੀ ਵੀ, ਕਿ ਉਹ ਐਸਾ ਆਦਰਸ਼ ਸਮਾਜ ਹੈ ਜਿਹਦੇ ਵਿੱਚ ਹਰ ਇੱਕ ਪ੍ਰਾਣੀ ਖੁਸ਼ ਹੈ। ਲਾਸਟ ਦੇ ਵਿੱਚ ਮਾਤਾ ਸੀਤਾ ਆ ਕੇ ਵੀ ਖੁਸ਼ ਹੈ। ਉਸ ਧਰਤੀ ਪਤਾਲ ਦੇ ਵਿੱਚ ਜਾਂਦੇ ਉਸ ਸਮੇਂ ਵੀ ਉਹ ਖੁਸ਼ ਹੈ। ਲਵ ਕੁਸ਼ ਆਂਦੀ ਉਹਨਾਂ ਨੂੰ ਆਪਣੇ ਪਿਤਾ ਦੀ ਪ੍ਰਾਪਤੀ ਹੁੰਦੀ, ਉਹ ਵੀ ਖੁਸ਼ ਹੈ। ਤਾਂ ਰਾਮਾਇਣ ਤਾਂ ਸਾਨੂੰ ਸੰਦੇਸ਼ਾ ਹੀ ਐਸਾ ਦਿੰਦੀ ਕਿ ਤੁਸੀਂ ਇੱਕ ਆਦਰਸ਼ ਸਮਾਜ ਦੇ ਵਿੱਚ ਰਹੋ, ਆਦਰਸ਼ ਸਮਾਜ ਦੇ ਨਾਗਰਿਕ ਬਣੋ ਤੇ ਆਪਣੇ ਸਮਾਜ ਨੂੰ ਸੋਹਣਾ ਸਾਫ ਸੁਥਰਾ ਬਣਾਓ। ਪਰ ਅੱਜ ਕਿੱਥੇ ਹੈ ਜੀ? ਅੱਜ ਤਾਂ ਰਾਵਣ ਉਹੀ ਹੈ, ਬਸ ਰਾਵਣ ਹੋਈ ਵੀ ਧਾਰਮਿਕ। ਰਾਮਾਇਣ ਦੇ ਵਿੱਚ ਇੱਕ ਛੋਟਾ ਜਿਹਾ ਪ੍ਰਸੰਗ ਹੋਰ ਆਂਦਾ, ਮੈਂ ਤੁਹਾਨੂੰ ਸੁਣਾਉਂਦਾ। ਪੰਪਾ ਸਰੋਵਰ ਦੇ ਉੱਤੇ ਜਦ ਨਾ ਭਗਵਾਨ ਰਾਮ ਪਹੁੰਚੇ ਔਰ ਨਾਲ ਉਹਨਾਂ ਦੇ ਲਕਸ਼ਮਣ ਸੀ।
ਤਾਂ ਉੱਥੇ ਨਾ ਇੱਕ ਬਗੁਲਾ ਬੈਠਾ ਹੋਇਆ ਸੀ। ਬਗੁਲਾ ਭਗਤ ਸੁਣਿਆ ਕਦੇ? ਬਗੁਲਾ ਭਗਤ, ਇਹ ਬਗੁਲਾ ਇੱਕ ਪੰਛੀ ਹੈ। ਹਾਂਜੀ ਹਾਂਜੀ ਹਾਂਜੀ, ਪਕਸ਼ੀ ਸੀ। ਬਗੁਲਾ ਪੰਛੀ ਸੁਣਿਆ? ਤਾਂ ਉੱਥੇ ਇੱਕ ਬਗੁਲਾ ਪੰਛੀ ਬੈਠਾ ਹੋਇਆ ਸੀ। ਤਾਂ ਉਸ ਬਗੁਲੇ ਪੰਛੀ ਨੂੰ ਦੇਖ ਕੇ ਲਕਸ਼ਮਣ ਦੇ ਮਨ 'ਚ ਵਿਚਾਰ ਆ ਜਾਂਦਾ ਵੀ पश्य प्रभु एतत् भक्ता बगुला, भी इस बगुले भक्त को देखो जो कितनी शांति से बैठा है, कितनी तपस्या में लीन है। तो बोलते हैं उस जो सरोवर है ना, पंपा सरोवर, उसकी मछली आके कूद के उस समय पक्षी भी बोलते थे, वन्य जीव भी बोलते, त्रेता युग था। तो वो पक्षी जीव सारे बोल रहे? हाँ, बोलने वाले ताही तो बानर गल्ला कर रहे, रिछ बालू गल्ला कर रहे, ताही कर रहे जो बोलते सी। और अज के समय के बानर बोल सकते? उस समय ऐसा जटायु का वर्णन आंदा, जटायु बोलता सी, एक पक्षी है जटायु, जटायु बोलता सी। ते मछली बाहर आंदी, बाहर आके पानी ते बाहर आके वो बोलदी कि राम तू इनो धार्मिक दसदा, इन्हें मेरे कुल का नाश करता। ये एह जिहा धार्मिक है, इन्हें सारिया मछलियां खा लिया, मेरे कुल दी जिन्नियां थी सब खा गया है। इत्थे बैठ के तुसीं इहनूं धार्मिक दस रहे। ये तां ओही धार्मिक रावण सी, ओही धार्मिक रावण सी। अपनी जिद पिछे सारे समाज का नाश कर गया। एक ज्ञानी होना, एक इंटैलीजेंट होना, एक विद्वान होना, ये कदे थोनों लाइसेंस नहीं दिंदा भी तुसी कदाचारी बनो, तुसी डेलीगेंट बन जाओ, तुसी अपराधी बन जाओ। जो अपराध की सजा फिर थोनों पता दंड विधान उस समय भी सी, अज भी है। दंड विधान तो फिर मिलूंगा ही, कर्मों का फल फल आज नहीं तो कल, वो तो मिल के रहेगा जी। रावण को भी मिला। इसलिए साडे समाज के लोगों को चाहिए कि जेड़े राम है वही आदर्श है, उन्होंने आदर्श बन के उन्होंने दे रास्ते ते असीं चलीए, उन्होंने आदर्श मनीए। गुरु गोबिंद सिंह जी को आदर्श मनीए। इन्हां राक्षस प्रवृत्ति के लोगों को आदर्श ना मनी। जेड़े आपां हुण राक्षसां नूं कहण लगे ना रावण एक आदर्श है, रावण आदर्श नहीं हो सकता। हाँ, रावण विद्वान हो सकता, विद्वान कोई भी हो सकता, राक्षस भी विद्वान हो सकता, ब्राह्मण भी विद्वान हो सकता, मनुष्य भी विद्वान हो सकता, हर एक प्राणी विद्वान हो सकता, कोई पक्षी भी विद्वान हो सकता। हिटलर भी कह लिया, हिटलर भी विद्वान सी, विद्वान सी। हुण तानाशाह अपना किंग जोंग है, विद्वान है, और है तो तानाशाही है ना। रावण भी वही तानाशाह सी, रावण भी वही तानाशाह सी। तो तुसी किद्दां उहनूं विद्वान कह सकदे, किद्दां उहनूं तुसी एक आदर्श कह सकदे? विद्वान तां सी, पर उहनूं आदर्श किद्दां कह सकदे? वो आदर्श नहीं सी। जे आपां भगत दी गल करदे हां तां हनुमान जी भी बड़े वड्डे भगत सन राम जी दे। बड़े भगत क्या, सबसे बड़े भगत हनुमान जी सी। सबसे बड़ा त्याग किसी का रामायण दे विच देखोगे तो हनुमान जी का मिलूगा। हर एक चीज़ वो जड़ी वो एक प्रभु अपने स्वामी वास्ते कर सकते, हनुमान जी ने की। हनुमान जी ना होंदी तो संजीवनी विद्या, संजीवनी बूटी उत्थे नहीं आती, लक्ष्मण के प्राण नहीं बचते, माता सीता का पता ना लगता, लंका का दहन ना हुंदा। ये सारे करने वाले हनुमान जी सी। हनुमान जी को अज असीं की है एक भूत प्रेत भजाने वाली विद्या समझ लिया वा कि भूत प्रेत भजाते हनुमान जी। संकट कटे मिटे सब पीड़ा, जो सुमरे हनुमत बलवीरा। लोग ये भी कहते भूत प्रेत बजाना हनुमान चालीसा, भूत पिशाच निकटना आवे, महावीर जब नाम सुनावे। हनुमान जी दी शक्तियां, हनुमान जी का त्याग, हनुमान जी की भगती वो कोई नहीं देख रहा। हनुमान जी ने एक भूत भजाने वाला दस्या गया कि ये भूत भजाते बस, और कुछ नहीं है इन्हां दा। इत्थे तक हनुमान जी हुण जिहड़ा अज दा समाज है वो रिप्रजेंट कर रहा। शाम के टाइम आके हनुमान जी के मंदिर के विच बड़े बड़े वो चढ़ने, प्रसाद चढ़ना, वो चढ़ना, पर समाज जा कित्थे रहा? हनुमान जी हनुमान जी का जिहड़ा ज्ञान सी उस ज्ञान को क्यों नहीं उधारण कर रहे? हनुमान जी की दस रहे वो क्यों नहीं एक्सेप्ट कर पा रहे? बस हनुमान जी एक भूत प्रेत की विद्या ना बनाओ। हनुमान जी का त्याग देखो। हनुमान जी भगवान राम के अनन्य भगत सी। ਇਹੋ ਜਿਹੇ भगत तुसी बनो ਤਾਂ ਤੁਹਾਨੂੰ ईश्वर प्राप्ति अपने आप संभव है। नहीं कई असीं जिवें गल्लां सुणदे आ कि ਇਹ ਇਤਿਹਾਸਕ ਆਧਾਰ ਹੈ ਇਹਨਾਂ ਦਾ ਜਾਂ ਕਿਸੇ ਵੇਦ 'ਚ ਲਿਖਿਆ ਹੋਇਆ, ਜਿਵੇਂ ਕਹਿੰਦੇ ਆ ਵੀ ਹਨੂਮਾਨ ਜੀ ਛੋਟੇ ਸਨ ਤਾਂ ਸੂਰਜ ਕੋਲ ਚਲੇ ਗਏ ਸੀ, ਸੂਰਜ ਖਾਨ ਚਲੇ ਗਏ ਸੀ। ਹਾਂ ਹਾਂ, ਇਹਦਾ ਵਰਣਨ ਮਿਲਦਾ ਵਾਲਮੀਕੀ ਰਾਮਾਇਣ ਦੇ ਵਿੱਚ ਵੀ, ਇਹਦਾ ਵਰਣਨ ਮਿਲਦਾ ਹਨੂਮਾਨ ਜੀ ਦੇ ਸੁੰਦਰਕਾਂਡ ਦੇ ਵਿੱਚ ਵੀ ਇਹਦਾ ਵਰਣਨ ਮਿਲਦਾ ਹੈ। ਕਿਉਂਕਿ ਹਨੂਮਾਨ ਜੀ ਜੋ ਸੀ ਜਦੋਂ ਪੈਦਾ ਹੋਏ ਸੀ ਉਹਨਾਂ ਨੂੰ ਉਸ ਸਮੇਂ ਹੀ ਪਵਨ ਪੁੱਤਰ ਕਿਹਾ ਜਾਂਦਾ ਸੀ। ਪਵਨ ਪੁੱਤਰ ਭਗਵਾਨ ਸ਼ੰਕਰ ਦੇ ਰੁद्र ਅਵਤਾਰ ਸੀ, 11ਵੇਂ ਅਵਤਾਰ ਸੀ। 11ਵੇਂ ਅਵਤਾਰ ਸੀ, ਠੀਕ ਹੈ ਜੀ। ਤਾਂ ਉਹਨਾਂ ਨੂੰ ਬਚਪਨ ਤੋਂ ਸ਼ਕਤੀਆਂ ਪ੍ਰਾਪਤ ਸੀ। ਇੱਕ ਵਾਰ ਹਨੂਮਾਨ ਜੀ ਨੇ ਬਾਲ ਖੇਲ ਦੇ ਵਿੱਚ ਹੀ ਨਾ ਆਪਣਾ ਸੂਰਜ ਨੂੰ ਨਿਗਲ ਲਿਆ ਸੀ। ਜਦੋਂ ਸੂਰਜ ਨੂੰ ਨਿਗਲ ਲਿਆ ਫਿਰ ਥੋੜਾ ਜਿਹਾ ਉਹਦੇ ਪਰ ਇੱਕ ਬੋਲਦੇ ਨਾ ਵੀ ਸਟਿਕਨੈਸ ਰੱਖਣੀ ਬਹੁਤ ਜ਼ਰੂਰੀ ਹੋ ਗਈ ਸੀ ਹਨੂਮਾਨ ਜੀ ਪਰ। ਫਿਰ ਸਾਰੇ ਦੇਵਤਾ ਦੇ ਵਿੱਚ ਇੱਕ ਮੰਥਨ ਹੋਇਆ, ਗੱਲਬਾਤ ਹੋਈ ਬੈਠ ਕੇ ਕਿ ਫਿਰ ਸਾਰੇ ਦੇਵਤਾ ਨੇ ਇੱਕ ਨਿਰਣੇ ਲਿਆ ਕਿ ਹਾਂ ਕੁਛ ਸ਼ਕਤੀਆਂ ਜਿਹੜੀ ਸੀ। ਫਿਰ ਇੱਕ ਰਿਸ਼ੀ ਹੋਏ, ਰਿਸ਼ੀ ਨੇ ਉਹਨਾਂ ਨੂੰ ਸ਼ਰਾਪ ਦਿੱਤਾ ਤਾਂ ਉਹਨਾਂ ਦੀ ਸ਼ਕਤੀਆਂ ਉਹ ਭੁੱਲ ਗਏ। ਸਮੇਂ ਆਣੇ ਪਰ ਉਹਨਾਂ ਨੂੰ ਯਾਦ ਆਉਂਦੀਆਂ ਸੀ। ਜੇ ਕੋਈ ਉਹਨਾਂ ਨੂੰ ਯਾਦ ਕਰਾ ਦੇਵੇ ਤਾਂ ਉਹਨਾਂ ਨੂੰ ਯਾਦ ਆ ਜਾਂਦੀਆਂ ਸੀ। ਹੁਣ ਜਦੋਂ ਕਿਸ਼ਕਿੰਧਾ ਕਾਂਡ ਦੇ ਵਿੱਚ ਉਹ ਸਾਰੇ ਪੁੱਛਦੇ ਸਮੁੰਦਰ ਕੌਣ ਪਾਰ ਕਰੂ, ਕੌਣ ਪਾਰ ਕਰੂ,
ਤੇ ਸਾਰੇ ਕਹਿਣ ਲੱਗੇ ਮੈਂ ਭੱਜ ਤਾਂ ਸਕਦਾ, ਮੈਂ ਛਾਲ ਤਾਂ ਮਾਰ ਸਕਦਾ, ਪਰ ਉਨੀ ਦੂਰ ਮੇਰੇ ਤੇ ਵਾਪਸ ਨਹੀਂ ਆਇਆ ਜਾਣਾ। ਫਿਰ ਹਨੂਮਾਨ ਜੀ ਵਿਚਾਰੇ ਪਿੱਛੇ ਜਾ ਕੇ ਇੱਕ ਟਿੱਲੇ ਤੇ ਬੈਠੇ, ਪਰਵਜੇ ਤੇ ਬੈਠੇ ਜਾ ਕੇ। ਤਾਂ ਫਿਰ ਜਾਮਵੰਤ ਨੂੰ ਪਤਾ ਸੀ, ਜਾਮਵੰਤ ਸਭਸੇ ਸਿਆਣੇ ਸੀ ਇਹਨਾਂ ਦੇ ਵਿੱਚ, ਸਭਸੇ ਸਿਆਣੇ ਸੀ। ਤਾਂ ਜਾਮਵੰਤ ਜੀ ਨੇ ਕਿਹਾ ਕਹਿ ਰਿਸ਼ਪਤੀ ਸੁਨ ਹਨੂਮਾਨਾ, ਕਾ ਚੁਪ ਸਾਧ ਰਹੋ ਬਲਵਾਨਾ, पवन तन्ने बल पवन समाना, बुद्धि विवेक विज्ञान निधाना। हे ऋषपति, हे ऋषपति बोलते हैं कि कह ऋषपति सुन हनुमाना, हे हनुमान जी सुनो, कहा चुप साध रहो बलवाना। अरे तू क्यों चुप बैठा है? पवन तन्ने बल पवन समाना, तू पवन का पुत्र है और तेरा जो बल है पवन के समान ही है। बुद्धि विवेक विज्ञान निधाना, और तू बुद्धि से विवेक से, तू जो है विज्ञान से सबसे बड़ा है, तू ही इस समुद्र को पार कर सकता है। तो उस शक्तियों को याद करवाने पर भगवान हनुमान जी ने वो समुद्र को लांगा और माता सीता का जो है समाचार भगवान राम को दिया और लंका का दहन भी किया। एक ਇਹ ਵੀ ਗੱਲ ਕਹਿੰਦੇ ਆ ਵੀ ਹਨੂਮਾਨ ਜੀ ਅਮਰ ਨੇ, ਕਿ ਉਹ ਸੱਚੀ ਚ ਅਮਰ ਨੇ, ਕਿ ਉਹ ਅੱਜ ਵੀ ਇਸ ਦੁਨੀਆ ਦੇ ਵਿੱਚ ਹੈ? हाँ, हनुमान जी अमरता नहीं कह सकते, चिरंजीवियों ਦੇ ਵਿੱਚ हनुमान जी आते हैं। अमर एक अलग चीज़ है, अमर होना तो अमर है, एक जशत्व होना, एक अमर होना, एक चिरंजीवी होना, चिरंजीवी होना अलग ही, तीनों ही चीज़ें अलग है। अमर तो कोई भी चीज़ है वो अमर ही है। ये थोड़ी ये पॉडकास्ट हो रहा है, ये भी तो अमर रहना है, ये पिया ही है। तो थोड़ी जाने के बाद भी कोई ना कोई किसी ना किसी चैनल के मिल ही जाना। एक चिरंजीवी ਜਿਹੜਾ ਵਿਅਕਤੀ ਹੁੰਦਾ ਉਹ ਜਨਮ ਮਰਨ ਤੇ ਪਰੇ ਹੈ, ਠੀਕ ਹੈ। ਉਹਦਾ ਇਸ ਸ੍ਰਿਸ਼ਟੀ ਪਰ ਇੱਕ ਵਾਰ ਆ ਗਿਆ, ਉਹ ਚਿਰੰਜੀਵੀ ਹੈ। ਫਿਰ ਉਹ ਜਿੱਥੇ ਤੁਸੀਂ ਉਹਨੂੰ ਦੇਖੋਗੇ ਉਹ ਤੁਹਾਨੂੰ ਮਿਲ ਜਾਣਾ ਉਸੇ ਰੂਪ ਦੇ ਵਿੱਚ, ਪਰ ਉਹ ਥੋੜੀ ਮਾਨਸਿਕ ਸ਼ਕਤੀ ਨਾਲ ਤੁਹਾਨੂੰ ਮਿਲਣਾ, ਐਵੇਂ ਨਹੀਂ ਤੁਹਾਨੂੰ ਪ੍ਰਤੱਖ ਆ ਕੇ ਉਹਨੇ ਦਿਖਾਈ ਦੇਣਾ, ਐਸਾ ਕੁਝ ਨਹੀਂ ਹੈ। ਤੁਸੀਂ ਜਿਸ ਸ਼ਕਤੀ ਨਾਲ ਉਹਨੂੰ ਧਿਆਓਗੇ, ਉਹਨੂੰ ਬੁਲਾਓਗੇ, ਉਹਨੇ ਉਸ ਸ਼ਕਤੀ ਨਾਲ ਤੁਹਾਨੂੰ ਸਮਝਣਾ। ਹਨੂਮਾਨ ਜੀ ਅੱਜ ਵੀ ਸਾਡੇ ਵਿੱਚ ਇਸ ਦੁਨੀਆ ਦੇ ਵਿੱਚ ਹੈਗੇ ਨੇ? ਹਾਂ, ਹਨੂਮਾਨ ਜੀ ਹੈਗੇ ਆ ਜੀ। ਹਨੂਮਾਨ ਜੀ ਕਿਉਂ ਨਹੀਂ ਹੈ? ਹਰ ਇੱਕ ਪ੍ਰਾਣੀ ਦੇ ਵਿੱਚ ਹਨੂਮਾਨ ਜੀ ਹੈਗੇ, ਜੋ ਦੇਖੂਗਾ। ਜੋ ਕਿਸੇ ਨੂੰ ਆਦਰਸ਼ ਮੰਨਦਾ ਤਾਂ ਉਹ ਜਿਹੜਾ ਆਦਰਸ਼ ਤੱਤਵ ਹੈ ਨਾ, ਉਹਦਾ ਗੁਣ ਹੈ ਆਦਰਸ਼ ਦਾ, ਆਦਰਸ਼ ਤੱਤਵ ਦਾ, ਤਾਂ ਉਹ ਹਨੂਮਾਨ ਜੀ ਹੈ। ਕਈ ਲੋਕ ਇਹ ਵੀ ਕਹਿੰਦੇ ਆ ਵੀ ਉਹਨਾਂ ਨੇ ਦੇਖਿਆ ਵੀ ਹੈ, ਕਿਸੇ ਨੇ ਕਿਸੇ ਰੂਪ ਚ ਦੇਖਿਆ। ਇਹ ਤਾਂ ਜੀ ਪਖੰਡ ਦੀ ਦੁਨੀਆ, ਕਿੰਨਾ ਮਰਜ਼ੀ ਕਹਿ ਲਓ। ਅੱਛਾ, ਇਹ ਸਾਰਾ ਪਖੰਡ ਹੈ। ਪਖੰਡਵਾਦ ਨੂੰ ਮੈਂ ਪ੍ਰਮੋਟ ਨਹੀਂ ਕਰੂੰਗਾ, ਨਾ ਉਹਨੂੰ ਵਧਾਵਾ ਦਊਂਗਾ। ਇਹ ਸਾਰਾ ਪਖੰਡਵਾਦ ਹੈ। ਇਹਦੇ ਵਿੱਚ ਕੁਛ ਐਸਾ ਨਹੀਂ ਹੈ ਕਿ ਕਿਸੇ ਨੂੰ ਕੋਈ ਅੱਜ ਵੀ ਕਹਿੰਦੇ ਮਾਤਾ ਦੀ ਆ ਗਈ, ਕਿਸੇ ਨੂੰ ਬਾਬੇ ਦੀ ਆ ਗਈ। ਅੱਜ ਕੱਲ ਇਹ ਬੜਾ ਸ਼ੇਰੇ ਲਾਣ ਲੱਗ ਜਾਂਦੇ ਨੇ। ਹਾਂ, ਅੱਜ ਕੱਲ ਬਹੁਤ ਚੱਲਿਆ ਹੋਇਆ ਟ੍ਰੈਂਡ, ਇਹ ਟ੍ਰੈਂਡ ਹੀ ਹੈ, ਇਹਨੂੰ ਟ੍ਰੈਂਡ ਹੀ ਰਹਿਣ ਦਿਓ, ਪਖੰਡ ਦਾ ਹੈ। ਔਰ ਜੇ ਧਰਮ ਪਰ ਗੱਲ ਕਰੀਏ ਤਾਂ ਧਰਮ ਦੀ ਗੱਲ ਦਾ ਕੋਈ ਅੰਤ ਨਹੀਂ ਹੈ, ਤਾਂ ਧਰਮ ਦੀ ਗੱਲ ਦਾ ਕੋਈ ਅੰਤ नहीं है। ये वाद विवाद का विषय है, क्योंकि जो धर्म है, जो कहते धर्म एवं हतोहंती धर्मो रक्षति रक्षिता, जो धर्म की रक्षा करते हैं, धर्म उसकी रक्षा करता है, और धर्म का जो नाश करते हैं, धर्म समय आने पे उसका नाश स्वयं कर देता है। ਨਾਲੇ ਗੱਲ ਹੈ ਨਾ, ਜੇ ਕੋਈ ਕਹਿੰਦਾ ਮਾਤਾ ਆ ਗਈ ਤੇ ਜੇ ਕਿਸੇ ਦੇ ਵਿੱਚ ਕੋਈ ਅਵਤਾਰ ਆ ਜਾਂਦਾ ਤਾਂ ਉਹ ਗਿਆਨ ਦੀ ਗੱਲ ਕਰੂਗਾ, ਏਦਾਂ ਸਿਰ ਥੋੜੀ ਨਾ ਹਿਲਾਊਗਾ। हाँ, सिर थोड़ी ना हिलाऊंगा। सही गल है, थोड़ी बिल्कुल सही गल है। सारा पखंड है, सारा पखंड है। ਇਹਦੇ ਵਿੱਚ ਕੋਈ ਸੱਚ ਨਹੀਂ ਹੈ, ਕੋਈ ਸੱਚਾਈ ਨਹੀਂ ਹੈ। ਬਾਕੀ ਉਹਨਾਂ ਨੂੰ ਪਤਾ ਹੋਣਾ ਜਿਹੜੇ ਸਿਰ ਹਿਲਾਉਂਦੇ ਕਿ ਹਾਂ ਇਹਦੇ ਵਿੱਚ ਹੈ ਸੱਚ ਜਾਂ ਨਹੀਂ, ਪਰ ਨਹੀਂ, ਐਸਾ ਵੇਦਾਂ ਦੇ ਵਿੱਚ ਕੋਈ ਪ੍ਰਮਾਣ ਨਹੀਂ, ਕੋਈ ਪੁਰਾਣਾਂ ਦੇ ਵਿੱਚ, ਕੋਈ ਸ਼ਾਸਤਰਾਂ ਦੇ ਵਿੱਚ ਐਸਾ ਕੋਈ ਪ੍ਰਮਾਣ ਨਹੀਂ ਮਿਲਦਾ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਤਾਂ ਪੋਡਕਾਸਟ ਤੁਸੀਂ ਸਾਰਾ ਸੁਣ ਹੀ ਲਿਆ ਹੋਏਗਾ, ਤਾਂ ਜ਼ਰੂਰ ਇਸ ਪੋਡਕਾਸਟ ਦੇ ਵਿੱਚ ਅਸੀਂ ਰਾਮਾਇਣ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਅਤੇ ਰਾਵਣ ਦਾ ਅਸਲ ਦੇ ਵਿੱਚ ਇਤਿਹਾਸ ਕੀ ਸੀ ਉਸ ਦੇ ਬਾਰੇ ਗੱਲਬਾਤ ਕੀਤੀ।